ਹਾਂਜੀ ਸਤਿਕਾਰਯੋਗ ਸਾਥੀਓ, ਜੈ ਭੀਮ ਜੀ। ਸੋ ਸੰਡੇ ਲਾਈਵ ਲੈ ਕੇ ਆਪਾਂ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਾਂ ਵਿਚਾਰ ਚਰਚਾ ਕਰਨੀ ਹੈਗੀ ਆ ਤਿਉਹਾਰ, ਵਪਾਰ ਤੇ ਅੰਧ ਵਿਸ਼ਵਾਸ। ਸੋ ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਇੱਕ ਤਿਉਹਾਰ ਚੱਲ ਪੈਂਦੇ ਹੈਗੇ ਆ, ਜਿਨ੍ਹਾਂ ਨੂੰ ਹਿੰਦੂ ਤਿਉਹਾਰਾਂ ਨਾਲ ਜਾਣਿਆ ਜਾਂਦਾ ਹੈਗਾ। ਹਿੰਦੂ ਰੀਤੀ ਰਿਵਾਜਾਂ ਨਾਲ ਲੋਕ ਮਨਾਉਂਦੇ ਹੈਗੇ ਆ ਤੇ ਕਾਫੀ ਜਿਹੜੀਆਂ ਹਿੰਦੂਆਂ ਦੀਆਂ ਉਹ ਕਹਾਣੀਆਂ ਜਿਹੜੀਆਂ ਤਰਕ ਔਰ ਦਲੀਲ ਤੇ ਜਾਂ ਫਿਰ ਸਾਇੰਸ ਦੇ ਵਿਗਿਆਨ ਦੇ ਜਿਹੜੇ ਯੁੱਗ ਦੇ ਵਿੱਚ ਖਰੀਆਂ ਨਹੀਂ ਉਤਰਦੀਆਂ, ਜਿਹਦੇ ਵਿੱਚੋਂ ਹੁਣੇ ਹੁਣੇ ਤਿਉਹਾਰ ਜਿਹੜਾ ਲੰਘ ਕੇ ਗਿਆ ਹੈਗਾ ਆ ਰੱਖੜੀ, ਜਿਹਦੇ ਵਿੱਚ ਆਪਾਂ ਅਕਸਰ ਵਿਦਵਾਨਾਂ ਵੱਲੋਂ ਦੇਖਦੇ ਹੈਗੇ ਆ ਕਿ ਇੱਕ ਔਰਤ ਨੂੰ ਸ਼ੁਰੂ ਤੋਂ ਹੀ ਜਿਹੜੇ ਹਿੰਦੂ ਧਾਰਮਿਕ ਗ੍ਰੰਥ ਹੈਗੇ ਆ ਜਾਂ ਫਿਰ ਦੂਜੇ ਵੀ ਕਈ ਧਾਰਮਿਕ ਗ੍ਰੰਥ ਹੋਣਗੇ ਜਿਨ੍ਹਾਂ ਵਿੱਚ ਔਰਤ ਨੂੰ ਜਿਹੜਾ ਹੈਗਾ ਆ ਉਹ ਕਮਜ਼ੋਰ ਦੱਸਿਆ ਜਾਂਦਾ ਆ। ਤੇ ਇੱਥੇ ਵੀ ਜਿਹੜਾ ਵਿਦਵਾਨਾਂ ਵੱਲੋਂ ਇਹੀ ਕਿਹਾ ਗਿਆ ਹੈਗਾ ਵੀ ਜਿਹੜਾ ਔਰਤ ਦੀ ਉਹਨੂੰ ਹਮੇਸ਼ਾ ਰੱਖਿਆ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਕਦੀ ਆਪਣੇ ਭਰਾ ਤੋਂ ਆਪਣੀ ਰੱਖਿਆ ਦੀ ਉਮੀਦ ਕਰਦੀ ਆ, ਜਾਂ ਫਿਰ ਮਰਦ ਪ੍ਰਧਾਨ ਜਿਹੜਾ ਸਮਾਜ ਹੈਗਾ ਔਰਤ ਆਪਣੀ ਰੱਖਿਆ ਦੀ ਉਮੀਦ ਕਰਦੀ ਹੈਗੀ ਆ ਕਿਸੇ ਮਰਦ ਤੋਂ। ਤੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਤਾਂ ਜਿਹੜਾ ਹੋਰ ਤਿਉਹਾਰ ਹੈਗੇ ਆ ਜਿਹੜੇ ਆ ਰਹੇ ਹੈਗੇ ਆ ਜਿਨ੍ਹਾਂ ਵਿੱਚੋਂ ਵਰਤ ਹੈਗਾ ਆ, ਦੀਵਾਲੀ ਹੈਗੀ ਆ, ਤੇ ਇੱਦਾਂ ਆਪਾਂ ਕੁਝ ਤਿਉਹਾਰਾਂ ਦੇ ਉੱਪਰ ਅੱਜ ਦੇ ਵਿਸ਼ੇ ਦੇ ਜਿਹੜਾ ਹੈਗਾ ਆਪਣਾ ਤਿਉਹਾਰ, ਵਪਾਰ ਤੇ ਅੰਧ ਵਿਸ਼ਵਾਸ ਤੇ ਉਹਨਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਔਰ ਅੱਜ ਸਾਥੀਓ ਉੱਪਰ ਆਪਣਾ ਨੰਬਰ ਆਪਾਂ ਦਿੱਤਾ ਹੋਇਆ ਹੈਗਾ ਆ, ਵਟਸਐਪ ਕਾਲ ਕੋਈ ਵੀ ਕਿਸੇ ਵੀ ਕੰਟਰੀ ਤੋਂ ਸਾਥੀ ਕਰ ਸਕਦਾ ਹੈਗਾ ਤੇ ਆਪਾਂ ਉਹਨਾਂ ਨਾਲ ਉਹਨਾਂ ਦੇ ਜਿਹੜੇ ਵਿਚਾਰ ਹੋਣਗੇ, ਜ਼ਰੂਰੀ ਨਹੀਂ ਵੀ ਸਾਡੇ ਵਿਚਾਰਾਂ ਨਾਲ ਸਹਿਮਤ ਹੋਣਾ ਨਹੀਂ ਹੋਣਾ, ਉਹ ਨਹੀਂ ਕੋਈ ਮੈਟਰ ਹੈਗਾ। ਤੁਸੀਂ ਆਪਣੀ ਗੱਲ ਚੰਗੇ ਸ਼ਬਦਾਂ ਦੇ ਵਿੱਚ ਰੱਖ ਸਕਦੇ ਹੈਗੇ ਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੇ ਸਾਡੇ ਵੀਰ ਅਮਰ ਮੇਹਰ ਭਾਜੀ ਇਟਲੀ ਤੋਂ ਹੁੰਦੇ ਆ ਤੇ ਨਾਲ ਅੱਜ ਵੀ ਆਪਣੇ ਨਾਲ ਜੁੜੇ ਹੋਏ ਆ, ਉਹਨਾਂ ਦਾ ਸਵਾਗਤ ਕਰਦੇ ਆ। ਜੈ ਭੀਮ ਅਮਰ ਭਾਜੀ। ਹੈਲੋ ਅਮਰ ਭਾਜੀ, ਲਾਈਨ ਤੇ ਆ ਤੁਸੀਂ? ਹਾਂਜੀ, ਜੈ ਭੀਮ ਜੀ। ਸਾਰੇ ਰਿਸਪੈਕਟਡ ਸਤਿਕਾਰਯੋਗ ਸਾਥੀਆਂ ਨੂੰ ਜੀ, ਅਸ਼ਵਨੀ ਭਾਜੀ ਜੈ ਭੀਮ ਜੀ। ਜੈ ਭੀਮ, ਜੈ ਭਾਰਤ ਭਾਜੀ। ਬਾਕੀ ਆਪਾਂ ਜਿੱਦਾਂ ਅਮਰ ਭਾਜੀ ਗੱਲ ਸ਼ੁਰੂਆਤ ਕੀਤੀ ਹੈਗੀ ਵੀ ਆਪਾਂ ਜਿਹੜੇ ਤਿਉਹਾਰ ਆ ਤੇ ਵਪਾਰ ਤੇ ਅੰਧ ਵਿਸ਼ਵਾਸ ਉੱਤੇ ਗੱਲਬਾਤ ਕਰਾਂਗੇ। ਤਿਉਹਾਰ ਮਨਾਉਣੇ ਕੋਈ ਮਾੜੀ ਗੱਲ ਨਹੀਂ, ਲਗਭਗ ਆਪਾਂ ਇਟਲੀ ਵਿੱਚ ਵੀ ਰਹਿੰਦੇ ਆ ਜਾਂ ਹੋਰ ਵੀ ਜਿਹੜੀਆਂ ਵੀ ਕੰਟਰੀਆਂ ਹੈਗੀਆਂ ਉੱਥੇ ਤਿਉਹਾਰ ਕੁਛ ਇਹੋ ਜਿਹਾ ਮਨਾਏ ਜਾਂਦੇ ਹੈਗੇ ਆ ਜਿਹਦੇ ਨਾਲ ਜਿਹੜਾ ਇੱਕ ਭਾਈਚਾਰਕ ਸਾਂਝ ਵੀ ਬਣਦੀ ਆ, ਲੋਕ ਇਕੱਠੇ ਹੁੰਦੇ ਆ, ਇੰਜੋਏ ਕਰਦੇ ਆ, ਪਰਿਵਾਰ ਜੁੜਦੇ ਆ। ਪਰ ਜਦੋਂ ਉਹਨਾਂ ਦਾ ਬੇਸ ਜਿਹੜਾ ਹੈਗਾ ਆ ਉਹ ਇੰਨਾ ਕਮਜ਼ੋਰ ਹੋਵੇ ਕਿ ਇੱਕ ਜਾਂ ਤਾਂ ਔਰਤ ਨੂੰ ਗੁਲਾਮੀ ਵੱਲ ਸਿੱਟਿਆ ਜਾ ਰਿਹਾ ਹੋਵੇ, ਔਰਤ ਨੂੰ ਘੱਟ ਦੱਸਿਆ ਜਾਂਦਾ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ, ਔਰ ਜਾਂ ਫਿਰ ਇੱਕ ਜਿਹੜਾ ਹੈਗਾ ਉਹਦੇ ਵਿੱਚ ਇੰਨਾ ਅੰਧ ਵਿਸ਼ਵਾਸ ਹੋਵੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਆ ਜਦੋਂ ਉਹਨਾਂ ਨੂੰ ਉਹਦਾ ਜਿਹੜਾ ਹੈਗਾ ਆ ਮੋਰਲ ਦੱਸਿਆ ਜਾਵੇ ਤਾਂ ਉਹ ਹੱਸਣ, ਤੇ ਇਦਾਂ ਹੋ ਹੀ ਨਹੀਂ ਸਕਦੀ ਹੈ ਨਾ। ਤੇ ਕਿਉਂਕਿ ਅੱਜ ਸਾਇੰਸ ਦਾ ਯੁੱਗ ਆ, ਕਹਿੰਦੇ ਵੀ ਸਾਇੰਸ ਦੇ ਯੁੱਗ ਦੇ ਵਿੱਚ ਜਿਹੜਾ ਹੈਗਾ ਗੂਗਲ ਸਾਰਿਆਂ ਦੇ ਕੋਲ ਆ, ਜਾਂ ਫਿਰ ਜਿਹੜੀ ਪੜ੍ਹਾਈ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਪੜ੍ਹਦੇ ਹੈਗੇ ਆ ਤੇ ਜਿਹੜੀਆਂ ਸਾਇੰਸ ਦੀ ਜਾਂ ਤਰਕ ਦੀ ਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, ਉਹ ਗੱਲਾਂ ਨੂੰ ਸਾਡੇ ਆਉਣ ਵਾਲੇ ਬੱਚੇ ਜਿਹੜੇ ਹੈਗੀਆਂ ਪੀੜ੍ਹੀਆਂ ਉਹ ਨਕਾਰਨਗੀਆਂ। ਉਹ ਸਾਡੇ ਮਾਪਿਆਂ ਦੇ ਡਰੋਂ ਭਾਵੇਂ ਉਹ ਨਾ ਵੀ ਨਕਾਰਨ, ਪਰ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਜਦੋਂ ਉਹਨਾਂ ਨੇ ਆਪਣੇ ਜਦੋਂ ਜ਼ਿੰਮੇਵਾਰੀਆਂ ਸੰਭਾਲਣੀਆਂ, ਕਮਾਉਣ ਵਾਲੇ ਹੋ ਜਾਣਾ, ਤੇ ਉਹ ਇਹਨਾਂ ਚੀਜ਼ਾਂ ਨੂੰ ਨਕਾਰਨਗੇ ਔਰ ਨਕਾਰ ਰਹੇ ਆ, ਜਿਨ੍ਹਾਂ ਵਿੱਚੋਂ ਅਸੀਂ ਵੀ ਇੱਕ ਹੈਗੇ ਆ ਮਿਸਾਲ ਆ। ਔਰ ਬਹੁਤ ਸਾਰੇ ਜਿਹੜੇ ਹੈਗੇ ਆ ਸਾਥੀ ਇਹਨਾਂ ਗੱਲ ਜਿਹੜੇ ਪਖੰਡਵਾਦ ਤੇ ਚੋਟ ਕਰਦੇ ਹੈਗੇ ਆ, ਸਾਡੇ ਗੁਰੂ ਰਹਿਬਰ ਉਹਨਾਂ ਨੇ ਉਹ ਪਖੰਡਵਾਦ ਤੇ ਚੋਟ ਕੀਤੀ ਹੈਗੀ ਆ। ਤੇ ਅੱਜ ਪਰ ਇਸ ਗੱਲ ਦਾ ਇੱਕ ਦੁੱਖ ਵੀ ਹੁੰਦਾ ਹੈਗਾ ਵੀ ਜਿਹੜਾ ਪਖੰਡਵਾਦ ਵਾ ਉਹ ਅਸੀਂ ਵਿਦੇਸ਼ਾਂ ਵਿੱਚ ਬੈਠੇ ਆ, ਕੋਈ ਇੰਗਲੈਂਡ ਦੀ ਧਰਤੀ ਤੇ ਬੈਠਾ ਆ, ਕੋਈ ਇਟਲੀ ਦੇ ਵਿੱਚ ਬੈਠਾ ਆ, ਯੂਰਪ ਦੇ ਵਿੱਚ ਕਿਸੇ ਕੰਟਰੀ 'ਚ ਬੈਠਾ ਹੈਗਾ, ਅਮਰੀਕਾ, ਕੈਨੇਡਾ, ਇਹਨਾਂ ਉਹ ਵਿਕਸਿਤ ਦੇਸ਼ਾਂ ਦੇ ਵਿੱਚ ਬੈਠ ਕੇ ਜਦੋਂ ਇੱਥੇ ਆ ਕੇ ਉਹ ਜਿਹੜੀਆਂ ਕਹਾਣੀਆਂ ਆ ਉਹਨਾਂ ਤੋਂ ਉਹ ਸਾਡੇ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ, ਜਾਂ ਉਹਨਾਂ ਕਹਾਣੀਆਂ ਨੂੰ ਅਸੀਂ ਅੱਜ ਵੀ ਇੱਥੇ ਬੈਠ ਕੇ ਸੱਚ ਮੰਨ ਰਹੇ ਹਾਂ। ਤੇ ਫਿਰ ਮੈਨੂੰ ਲੱਗਦਾ ਵੀ ਜਿਹੜਾ ਹੈਗਾ ਆ ਸਾਡੇ ਗੁਰੂਆਂ ਦਾ ਸੰਕਲਪ ਜਾਂ ਜਿਹੜੇ ਸਾਡੇ ਵਿਦਵਾਨ ਹੋਏ ਆ ਜਿਨ੍ਹਾਂ ਨੇ ਸਮਾਜਿਕ ਜਿਹੜਾ ਢਾਂਚਾ ਸੀਗਾ ਜਿਹਦੇ ਵਿੱਚ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਸੀਗਾ, ਦਬਾਏ ਗਏ ਇਨਸਾਨ ਸੀਗੇ, ਬਰੋਬਰਤਾ ਦਾ ਸੰਕਲਪ ਹੀ ਹੈ ਨਹੀਂ ਸੀਗਾ, ਉਹਨਾਂ ਨੂੰ ਬਰੋਬਰ ਲਿਆਉਣ ਦੇ ਲਈ ਜਿਹੜਾ
ਕੰਮ ਕੀਤਾ, ਜਿਹੜਾ ਆਪਣਾ ਜ਼ਿੰਦਗੀ ਦਾ ਜਿਹੜਾ ਅਹਿਮ ਰੋਲ ਆ ਜਿਹੜਾ ਉਹ ਨਿਭਾਇਆ, ਆਪਣੇ ਪਰਿਵਾਰਾਂ ਨੂੰ ਬਾਰ ਦਿੱਤਾ, ਇਨਸਾਨ ਨੂੰ ਇਨਸਾਨੀਅਤ ਦਾ ਹੱਕ ਦਿਵਾਉਣ ਲਈ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਇਨਸਾਨ ਦੀਆਂ ਉਹਨਾਂ ਤੱਕ ਪਹੁੰਚਦਾ ਕਰਨ ਦੇ ਲਈ ਕਿ ਇਹਨਾਂ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਇਹਨਾਂ ਨੂੰ ਇਹ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਹੈ ਇਹਨਾਂ ਨੂੰ ਇਨਸਾਨ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਔਰ ਇਹ ਸੀ ਕਸਵੱਟੀ ਦੇ ਉੱਪਰ ਅੱਜ ਅਸੀਂ ਅਗਰ ਭਾਰਤ ਦੀ ਧਰਤੀ ਤੋਂ ਚੱਲ ਕੇ ਲੱਖਾਂ ਰੁਪਏ ਲਾ ਕੇ ਜਿਹੜੇ ਲੋਕ ਉਸ ਭਾਰਤ ਨੂੰ ਛੱਡ ਕੇ ਪੰਜਾਬ ਦੇ ਵਿੱਚੋਂ ਪੰਜਾਬੀ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਉੱਥੇ, ਜਿਹੜੇ ਫਾਈਨੈਂਸ਼ੀਅਲ ਤੌਰ ਤੇ ਸੈੱਟ ਲੋਕ ਆ, ਉਹਨਾਂ ਦੇ ਵੀ ਬੱਚੇ ਜਿਹੜੇ ਹੈਗੇ ਆ ਆਈਲੈਟਸ ਕਰਕੇ ਜਾਂ ਫਿਰ ਕਿਸੇ ਨਾ ਆਨੇ ਬਹਾਨੇ ਜਿਸ ਤਰੀਕੇ ਨਾਲ ਵੀ 2 ਨੰਬਰ ਦੇ ਰਾਹੀਂ ਡੌਂਕੀਆਂ ਲਾ ਕੇ ਉਹ ਅਮਰੀਕਾ, ਕੈਨੇਡਾ ਜਾਂ ਵਿਕਸਿਤ ਦੇਸ਼ਾਂ ਵਿੱਚ ਪਹੁੰਚ ਰਹੇ ਹੈਗੇ ਜਾਂ ਪਹੁੰਚੇ ਵੀ ਹੈਗੇ ਆ। ਔਰ ਉਹਨਾਂ ਦਾ ਫਿਰ ਉਸ ਤੋਂ ਬਾਅਦ ਸੈੱਟ ਹੋਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਜਿਹੜੇ ਪਿੱਛੇ ਰਹਿ ਗਏ ਆ ਰਿਸ਼ਤੇਦਾਰੀ ਦੇ ਵਿੱਚ, ਉਹਨਾਂ ਨੂੰ ਉੱਥੇ ਬੁਲਾਉਣਾ, ਇਹ ਦਰਸਾਉਂਦਾ ਹੈਗਾ ਆ ਵੀ ਇਹ ਜਿਹੜੇ ਮੁਲਕ ਹੈਗੇ ਆ ਜਿਨ੍ਹਾਂ ਨੇ ਉਹ ਅੰਧ ਵਿਸ਼ਵਾਸ ਜਾਂ ਫਿਰ ਜਿਨ੍ਹਾਂ ਨੇ ਉਹ ਜਿਹੜੇ ਕਰਮ ਕਾਂਡ ਉਹ ਸਾਰਾ ਕੁਛ ਜਿਹੜਾ ਸੀਗਾ ਧਰਮਾਂ ਦੇ ਜਾਲ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਨੂੰ ਪਹਿਲ ਦਿੱਤੀ ਹੈਗੀ ਆ ਤੇ ਇੱਕ ਸੋਹਣੇ ਦੇਸ਼ ਬਣਾਏ ਹੈਗੇ ਆ, ਵਿਕਸਿਤ ਹੋਏ ਹੈਗੇ ਆ, ਟੈਕਨੋਲੋਜੀ ਨਾਲ ਸਮੇਂ ਦੇ ਹਾਣੀ ਬਣ ਕੇ ਚੱਲ ਰਹੇ ਹੈਗੇ ਆ ਤੇ ਅਸੀਂ ਇਸ ਲਈ ਇੱਥੇ ਆ ਕੇ ਸੋਹਣਾ ਜੀਵਨ ਬਤੀਤ ਕਰ ਰਹੇ ਹੈਗੇ ਤੇ ਪਹੁੰਚੇ ਹੈਗੇ ਆ ਇਹਨਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ। ਪਰ ਜਿਹੜਾ ਕੂੜ ਕਵਾੜ ਆ ਉਹ ਜਾਤ ਵਾਲਾ ਜਾਂ ਉਹ ਧਰਮਾਂ ਵਾਲਾ ਜਾਂ ਫਿਰ ਉਹ ਜਿਹੜੇ ਕਰਮ ਕਾਂਡੀ ਜਿਹੜੇ ਸਾਡੇ ਤਿਉਹਾਰ ਵਾ ਉਹ ਜਦੋਂ ਚੱਕ ਕੇ ਇੱਥੇ ਲਿਆ ਕੇ ਇਹਨਾਂ ਵਿੱਚ ਜਦੋਂ ਅਸੀਂ ਵਿਦੇਸ਼ਾਂ ਵਿੱਚ ਵੀ ਜਦੋਂ ਅਸੀਂ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਜਦੋਂ ਮਨਾਉਂਦੇ ਹੈਗੇ ਆ ਤੇ ਉਹ ਕਹਾਣੀਆਂ ਮਨ ਘੜਤ ਕਹਾਣੀਆਂ ਜਿਹੜੀਆਂ ਉਹ ਦੱਸਦੇ ਹੈਗੇ ਆ ਇਹਨਾਂ ਨੂੰ ਤੇ ਉਹ ਇੱਕ ਹਾਸੋਹੀਣੀ ਗੱਲ ਹੋ ਜਾਂਦੀ ਹੈਗੀ ਤੇ ਇਹ ਵੀ ਸੋਚਦੇ ਹੈਗੇ ਵੀ ਇਹ ਹੱਲੇ ਕਿੱਥੇ ਖੜੇ ਹੈਗੇ ਆ। ਤੇ ਇਸ ਵਿਸ਼ੇ ਤੇ ਗੱਲਬਾਤ ਜਿਹੜੀ ਕਰਾਂਗੇ ਤਾਂ ਪਿੱਛੇ ਜੇ ਗੱਲਬਾਤ ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਰੱਖੜੀ ਦਾ ਤਿਉਹਾਰ ਲੰਘ ਕੇ ਗਿਆ ਹੈਗਾ, ਦੀਵਾਲੀ ਆਉਣੀ ਆ, ਵਰਤ ਆਉਣੇ ਆ ਤੇ ਜਾਂ ਫਿਰ ਪੈਂਚਕਾਂ ਜਿਹੜੀਆਂ ਸੀਗੀਆਂ ਪੈਂਚਕਾਂ ਦੀ ਆਪਣੀ ਗੱਲਬਾਤ ਕਰਦੇ ਹੈਗੇ ਆ ਵੀ ਪੈਂਚਕਾਂ ਤੋਂ ਲੋਕ ਪੁੱਛ ਕੇ ਜਿਹੜੇ ਸਾਧੂ ਆ ਜਾਂ ਪੰਡਤ ਵਾ, ਪੁਜਾਰੀ ਆ ਜਾਂ ਪੁਜਾਰੀ ਲਾਣਾ ਜਿਹਨੂੰ ਕਹਿ ਲਈਏ, ਉਹਨਾਂ ਨੂੰ ਪੈਂਚਕਾਂ ਤੋਂ ਵਿਆਹ ਜਿਹੜੇ ਸ਼ਾਦੀਆਂ ਕਰਨੀਆਂ ਜਾਂ ਫਿਰ ਘਰਾਂ ਦੀਆਂ ਲੈਂਟਰ ਪਾਉਣੇ, ਨੀਆਂ ਰੱਖਣੀਆਂ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਆ ਜਿਹਦੇ ਵਿੱਚ ਜਕੜਿਆ ਹੋਇਆ ਸਮਾਜ ਆ। ਤੇ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਅਮਰ ਭਾਜੀ, ਅੱਜ ਦਾ ਜਿਹੜਾ ਵਿਸ਼ਾ ਆਪਣਾ ਤਿਉਹਾਰ ਵਪਾਰ ਤੇ ਅੰਧ ਵਿਸ਼ਵਾਸ ਤੇ ਵਪਾਰ ਤਾਂ ਭਾਜੀ ਇਹਦੇ ਵਿੱਚੋਂ ਕਾਫੀ ਜਿਹੜਾ ਹੈਗਾ ਆ ਵੀ ਲੋਕ ਕਰ ਵੀ ਰਹੇ ਹੈਗੇ। ਇੱਕ ਜਿਹੜਾ ਪੁਜਾਰੀ ਲਾਣਾ ਜਿਹੜਾ ਹੈਗਾ ਉਹ ਵੀ ਵਪਾਰ ਕਰਦਾ, ਪਰ ਜਿਹੜੇ ਪੂੰਜੀਪਤੀ ਲੋਕ ਹੈਗੇ ਆ ਉਹਨਾਂ ਨੂੰ ਵੀ ਇਹਦਾ ਬੜਾ ਫਾਇਦਾ ਹੋਇਆ, ਭਾਵੇਂ ਉਹ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਹੋਣ, ਧਾਗੇ ਬਣਾਉਣ ਵਾਲੀਆਂ ਫੈਕਟਰੀਆਂ ਹੋਣ ਜਿਹੜੀਆਂ ਰੱਖੜੀਆਂ ਬਣਾਉਂਦੀਆਂ ਆ, ਜਾਂ ਫਿਰ ਜਦੋਂ ਹੋਲੀ ਆਉਂਦੀ ਆ ਉਦੋਂ ਰੰਗ ਜਾਂ ਨਾਰੀਅਲ ਜਾਂ ਵੀ ਜਿਹੜਾ ਆਪਾਂ ਕੋਈ ਪ੍ਰੋਟੈਕਟ ਜਿਹੜਾ ਉਹ ਤਿਉਹਾਰਾਂ 'ਚ ਆਪਾਂ ਨੂੰ ਚਾਹੀਦਾ ਹੈਗਾ ਆ ਉਹਨੂੰ ਜਿਹੜਾ ਉਹ ਬਣਾਉਂਦੇ ਹੈਗੇ ਆ, ਉਹਦੇ ਨਾਲ ਜਿਹੜੀ ਹੈਗੀ ਆ ਵਿਕਰੀ ਹੁੰਦੀ ਆ, ਉਹ ਤਾਂ ਇੱਕ ਵਪਾਰ ਵੱਡੇ ਪੱਧਰ ਤੇ ਚੱਲ ਗਿਆ। ਪਰ ਜਿਹੜਾ ਪੁਜਾਰੀ ਦਾ ਵਪਾਰ ਆ ਤੇ ਉਹਦੇ ਵਿੱਚ ਜਿਹੜਾ ਅੰਧ ਵਿਸ਼ਵਾਸ ਆ, ਆਪਾਂ ਮੇਨ ਵੱਡੇ ਪੱਧਰ ਤੇ ਦਿਮਾਗ 'ਚੋਂ ਅੰਧ ਵਿਸ਼ਵਾਸ ਕੱਢਣਾ ਸਾਡੇ ਗੁਰੂਆਂ ਦਾ, ਸਾਡੇ ਰਹਿਬਰਾਂ ਦਾ ਜਿਹੜਾ ਮਕਸਦ ਹੈਗਾ। ਤੇ ਅੱਜ ਆਪਾਂ ਨੇ ਵੀ ਜਿਹੜੀ ਮੇਨ ਕੋਸ਼ਿਸ਼ ਇਹੀ ਹੋਊਗੀ ਵੀ ਅੰਧ ਵਿਸ਼ਵਾਸ ਤੇ ਗੱਲਬਾਤ ਕਰਨੀ ਆ ਤੇ ਬਾਅਦ 'ਚੋਂ ਇਹ ਜਿਹੜਾ ਵਪਾਰ ਵਾ ਜਾਂ ਉੱਤੇ ਆਪਾਂ ਉਹਨੂੰ ਵੀ ਟੱਚ ਕਰਾਂਗੇ। ਤੇ ਕਿਸ ਸੰਦਰਭ 'ਚ ਦੇਖਦੇ ਹੈਗੇ ਆ ਤੁਸੀਂ ਅਮਰ ਭਾਜੀ ਇਸ ਪੂਰੀ ਜਿਹੜੀ ਹੈਗੀ ਆ ਆਪਣਾ ਜਿਹੜਾ ਅੱਜ ਦਾ ਟਾਈਟਲ ਰੱਖਿਆ ਹੈਗਾ ਆਪਾਂ ਉਹਨੂੰ? ਇੱਕ ਵਾਰੀ ਫਿਰ ਜੈ ਭੀਮ ਜੀ ਸਾਰੇ ਰਿਸਪੈਕਟਡ ਸਤਿਕਾਰਯੋਗ ਸਾਥੀਆਂ ਨੂੰ ਜੀ। ਅਸ਼ਵਨੀ ਭਾਜੀ ਬਹੁਤ ਜ਼ਰੂਰੀ ਹੈਗਾ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ, ਆਪਣੇ ਪਰਿਵਾਰਾਂ ਨੂੰ ਸਮਾਂ ਦੇਣਾ, ਆਪਣੇ ਆਪ ਨੂੰ ਸਮਾਂ ਦੇਣਾ ਨਾ ਜੀ। ਮੇਲੇ ਦੇਖਣੇ, ਮੇਲਿਆਂ ਵਿੱਚ ਜਾਣਾ ਜਾਂ ਪ੍ਰੋਗਰਾਮ ਕਰਨੇ, ਜਿੱਦਾਂ ਆਪਾਂ ਦੇਖਦੇ ਹਾਂ ਨਾ ਵਿਕਸਿਤ ਦੇਸ਼ਾਂ ਦੇ ਵਿੱਚ ਆ ਕੇ ਆਪਾਂ ਦੇਖਦੇ ਹਾਂ ਇਟਲੀ ਵਰਗੇ ਦੇਸ਼ ਜਿਹੜੇ ਵੀ ਇੱਥੇ ਵੀ ਫੇਸ ਤੇ ਹੁੰਦੇ ਆ ਜਿਨ੍ਹਾਂ ਨੂੰ ਤਿਉਹਾਰ ਮੇਲੇ ਕਹਿੰਦੇ ਆਪਾਂ, ਇਹ ਵੀ ਲੋਕ ਮੇਲਿਆਂ ਤੇ ਜਾਂਦੇ ਆ, ਉੱਥੇ ਸਾਰਾ ਕੁਝ ਇੰਡੀਆ ਵਾਂਗੂ ਜਿੱਦਾਂ ਮਾਹੌਲ ਬਣਿਆ ਹੁੰਦਾ, ਖਾਣ ਪੀਣ ਦਾ, ਪੰਗੂੜਿਆਂ ਦਾ, ਹੋਰ 100 ਤਰ੍ਹਾਂ ਦੇ ਜਿਹੜੇ ਮਨੋਰੰਜਨ ਦੇ ਸਾਧਨ ਹੁੰਦੇ ਆ ਉਹ ਮਿਲਦੇ ਆ ਦੇਖਣ ਨੂੰ। ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇੱਦਾਂ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਵੀ ਇੰਜੋਏ ਜਿਹੜਾ ਹੈਗਾ ਆ ਉਹ ਕੀਤਾ ਜਾਵੇ, ਕਿਉਂਕਿ ਇਹਦੇ ਨਾਲ ਵੀ ਜਿਹੜੀ ਸਿਹਤ ਨਾ, ਤੰਦਰੁਸਤੀ ਜਿਹੜੀ ਹੈ ਨਾ ਬਹੁਤ ਮਿਲਦੀ ਹੈ ਜਦੋਂ ਬੰਦਾ ਇੱਦਾਂ ਦੀ ਹੈਪੀ ਜਿਹੜਾ ਹੈਗਾ ਆ ਮਾਹੌਲ ਦੇਖਦਾ ਆ ਯਾਰਾਂ ਦੋਸਤਾਂ ਦੇ ਨਾਲ, ਪਰਿਵਾਰਾਂ ਦੇ ਨਾਲ ਮਿਲ ਕੇ। ਪਰ ਸਭ ਤੋਂ ਖਤਰਨਾਕ ਨਾ ਇਹਦੇ ਵਿੱਚ ਜਿਹੜਾ ਹੈਗਾ ਆ ਨਾ ਭਾਰਤ ਦੇ ਤਿਉਹਾਰਾਂ ਦੇ ਵਿੱਚ ਅੰਧ ਵਿਸ਼ਵਾਸ ਆ। ਜਿੰਨੇ ਵੀ ਭਾਰਤੀ ਤਿਉਹਾਰ ਤੁਸੀਂ ਦੇਖ ਲਓ ਉਹ ਸਾਰੇ ਦੇ ਸਾਰੇ ਅੰਧ ਵਿਸ਼ਵਾਸ ਦੇ ਨਾਲ ਤੇ ਲੋਕਾਂ ਨੂੰ ਠੱਗਣ ਦੇ ਨਾਲ ਜਿਹੜੇ ਆ ਜ਼ਿਆਦਾ ਜੁੜੇ ਹੋਏ।
ਜੀ ਜੀ ਜਿਹੜੀ ਬਿਲਕੁਲ। ਭਾਜੀ ਤੁਸੀਂ ਕਿਰਤ ਦੀ ਗੱਲ ਕੀਤੀ ਹੈ, ਕਿਰਤ ਬਹੁਤ ਜ਼ਰੂਰੀ ਆ। ਔਰ ਜਿਹੜੇ ਧਰਮ ਜਿਹੜੇ ਤਿਉਹਾਰ ਆਉਂਦੇ ਆ, ਜਦੋਂ ਤਿਉਹਾਰਾਂ ਦੇ ਮੌਸਮ ਚੱਲਦੇ ਆ ਜਾਂ ਉਹਨਾਂ ਦੇ ਵਿੱਚ ਜਿਹੜਾ ਰੱਖੜੀ ਜਿਹੜੀ ਹੁਣ ਗਈ ਆ, ਰੱਖੜੀ ਦੀ ਅਗਰ ਗੱਲ ਕਰੀਏ, ਧਾਗੇ ਬਣਦੇ ਆ, ਹੂੰ। ਉਹਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈਗਾ ਹਨਾ। ਜੀ ਜੀ ਇੱਥੇ ਤੱਕ ਤਾਂ ਠੀਕ ਹੈ ਵੀ ਇੱਕ ਮਜ਼ਦੂਰ ਵਰਗ ਨੂੰ ਉਹਦੇ ਨਾਲ ਕੰਮ ਮਿਲਦਾ, ਪਰ ਉਹਦੇ ਵਿੱਚ ਤੇ ਜਿਹੜੀ ਸਾਡੀ ਮਾਨਸਿਕ ਗੁਲਾਮੀ ਜਿਹੜੀ ਦਿਖਾਈ ਦਿੰਦੀ, ਉਹ ਇਸ ਤਰ੍ਹਾਂ ਦੀ ਹੈਗੀ ਆ ਵੀ ਇੱਕ ਜਿੱਦਾਂ ਤੁਸੀਂ ਦੱਸਿਆ ਵੀ ਔਰਤ ਨੂੰ ਕਮਜ਼ੋਰ ਸਮਝਿਆ ਗਿਆ, ਵੀ ਉਹਦੀ ਰਾਖੀ ਜਿਹੜੀ ਆ ਭਰਾ ਨੇ ਕਰਨੀ ਹੈ ਨਾ, ਉਹ ਵੀ ਧਾਗਾ ਬੰਨ੍ਹ ਕੇ ਨਾ। ਹਾਂਜੀ ਤੇ ਇਦਾਂ ਦੀ ਕੋਈ ਦਿੱਖ ਹੈ ਨਹੀਂ, ਕੋਈ ਇਦਾਂ ਦਾ ਕਦੀ ਦੇਖਿਆ ਨਹੀਂ ਵੀ ਜਿਹੜਾ ਧਾਗਾ ਬੰਨ੍ਹ ਦਿੱਤਾ ਤੇ ਉਹਦੇ ਨਾਲ ਭੈਣ ਦੀ ਜਿਹੜੀ ਆ ਰੱਖਿਆ ਹੋ ਜਾਣੀ ਆ। ਉਹ ਤਾਂ ਭਰਾ ਨੂੰ ਉਦਾਂ ਜਿਸ ਤਰੀਕੇ ਨਾਲ ਵੀ ਜਦੋਂ ਵੀ ਲੋੜ ਪੈਂਦੀ ਆ, ਜਾਂ ਭੈਣ ਨੂੰ ਭਰਾ ਦੀ ਜਾਂ ਭਰਾ ਨੂੰ ਭੈਣ ਦੀ ਲੋੜ ਪੈਂਦੀ ਆ, ਜੀ ਉਹ ਤਾਂ ਸਾਫ਼ ਕਲੀਅਰ ਹੁੰਦਾ ਵੀ ਜਦੋਂ ਜਾ ਕੇ ਬੰਦਾ ਉੱਥੇ ਖੜਦਾ, ਜਿਹਨੂੰ ਫਾਈਨੈਂਸ਼ੀਅਲੀ ਲੋੜ ਆ ਫਾਈਨੈਂਸ਼ੀਅਲੀ ਸਪੋਰਟ ਕੀਤੀ ਜਾਂਦੀ ਆ, ਜਿਹਨੂੰ ਕਿਸੇ ਨੂੰ ਸਲਾਹ ਦੀ ਲੋੜ ਆ ਸਲਾਹ ਦਿੱਤੀ ਜਾਂਦੀ ਆ। ਉਹ ਧਾਗੇ ਵਿੱਚੋਂ ਨਾ ਤਾਂ ਕੋਈ ਫਾਈਨੈਂਸ਼ੀਅਲੀ ਸਪੋਰਟ ਨਿਕਲ ਕੇ ਆਉਂਦੀ ਆ ਤੇ ਨਾ ਕਿਸੇ ਤਰ੍ਹਾਂ ਦਾ ਕੋਈ ਹੌਸਲਾ ਅਫਜ਼ਾਈ ਹੁੰਦਾ ਨਾ ਜੀ। ਜੀ ਜੀ ਜਿਹੜੀ ਇਹਦੇ ਨਾਲ ਇਹ ਗੱਲ ਜੁੜੀ ਆ, ਇਹ ਸਿਰਫ ਬੇਕਾਰ ਗੱਲ ਆ ਵੀ ਧਾਗੇ ਨਾਲ ਭੈਣਾਂ ਦਾ ਜਾਂ ਰੱਖਿਆ ਕਰਨ ਵਾਲੀ ਜਿਹੜੀ ਗੱਲ ਆ, ਇਹ ਬੇਕਾਰ ਆ। ਬਾਕੀ ਅਗਰ ਇਹਨੂੰ ਤੁਸੀਂ ਭੈਣਾਂ ਭਰਾਵਾਂ ਦੇ ਪਿਆਰ ਵਜੋਂ ਦੇਖ ਕੇ ਮਨਾਉਂਦੇ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਜੀ। ਜੀ ਤੇ ਜਿਹੜੀ ਇਹਦੇ ਵਿੱਚ ਭਾਰਤੀ ਤਿਉਹਾਰਾਂ ਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਲੁੱਟ ਹੁੰਦੀ ਹੈਗੀ ਆ, ਉਹ ਕਰਦਾ ਪੁਜਾਰੀ ਲਾਣਾ। ਬਿਲਕੁਲ। ਕਿਉਂਕਿ ਜਿਹੜੇ ਮਿਹਨਤਕਸ਼ ਲੋਕ ਹੈਗੇ ਉਹ ਤਾਂ ਮਿਹਨਤ ਕਰਕੇ, ਚਲੋ ਪਟਾਕੇ ਦੀਵਾਲੀ ਦੀ ਗੱਲ ਕਰ ਲੈਂਦੇ ਆਪਾਂ, ਦੀਵਾਲੀ ਦੇ ਵਿੱਚ ਜਦੋਂ ਆਤਿਸ਼ਬਾਜ਼ੀ ਚੱਲਦੀ ਆ, ਪਟਾਕੇ ਚੱਲਦੀ ਆ, ਤਾਂ ਕਾਫੀ ਰੁਜ਼ਗਾਰ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ। ਨਾਰਮਲ ਜਿਹੜੇ ਮਜ਼ਦੂਰ ਵਰਗ ਕਾਰਖਾਨਿਆਂ ਦੇ ਵਿੱਚ ਪਟਾਕਿਆਂ ਦੇ ਕੰਮ ਕਰਦਾ ਆ, ਜਾਂ ਉਹਨਾਂ ਦਿਨਾਂ 'ਚ ਮਠਿਆਈ ਬਣਦੀ ਆ, ਜਾਂ ਹੋਰ ਕੋਈ 100 ਤਰ੍ਹਾਂ ਦੀ ਵਿਕਰੀ ਹੁੰਦੀ ਆ ਉਹਨਾਂ ਟਾਈਮਾਂ ਦੇ ਵਿੱਚ, ਕੋਈ ਭਾਂਡਾ, ਕੋਈ ਸੂਟ, ਕੋਈ ਹੋਰ 100 ਤਰ੍ਹਾਂ ਦੀ ਜਿਹੜੀ ਵਿਕਰੀ ਲੋਕ ਕਰਦੇ ਆ, ਉਹ ਇੱਕ ਆਮਦਨੀ ਦਾ ਜ਼ਰੀਆ ਹੈਗਾ। ਇੱਥੇ ਸਭ ਤੋਂ ਖਤਰਨਾਕ ਹੈਗੀ ਪੁਜਾਰੀ ਦੀ ਲੁੱਟ। ਨਾ ਤਾਂ ਪੁਜਾਰੀ ਕੁਛ ਹੱਥੀਂ ਮਿਹਨਤ ਕਰਦਾ ਆ, ਹਾਂਜੀ ਨਾ ਕਿਰਤ ਕਰਦਾ। ਉਹ ਜਿਹੜਾ ਅੰਧ ਵਿਸ਼ਵਾਸ ਫੈਲਾ ਕੇ ਜਿਹੜਾ ਉਹ ਮੁਫਤ ਵਿੱਚ ਲੁੱਟ ਲਿਆ, ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਿਹਾ, ਇਹ ਬਹੁਤ ਖਤਰਨਾਕ ਆ। ਤਿਉਹਾਰ ਹੋਣੇ ਚਾਹੀਦੇ ਆ, ਰੰਗ ਵੀ ਹੋਣੇ ਚਾਹੀਦੇ ਆ, ਮਨੋਰੰਜਨ ਵੀ ਹੋਣਾ ਚਾਹੀਦਾ, ਪਰ ਇਹਦੇ ਵਿੱਚ ਲੋਕਾਂ ਨੂੰ ਅੰਧ ਵਿਸ਼ਵਾਸ ਨੂੰ ਛੱਡ ਕੇ ਜਿਹੜਾ ਇੰਜੋਏ ਹੈਗਾ ਜ਼ਿੰਦਗੀ ਦਾ, ਉਹ ਕਰਨਾ ਜਿਹੜਾ ਆ ਉਹ ਲਾਜ਼ਮ ਆ, ਜ਼ਰੂਰੀ ਆ ਜੀ। ਪਰ ਸਾਡੇ ਇਸ ਤਰ੍ਹਾਂ ਹੋ ਨਹੀਂ ਰਿਹਾ। ਸਾਡੇ ਹਰ ਤਿਉਹਾਰ ਦੇ ਨਾਲ, ਔਰ ਇੱਕ ਗੱਲ ਹੋਰ ਅਸ਼ਵਨੀ ਭਾਜੀ ਬੜੀ ਜ਼ਰੂਰੀ ਆ, ਜਿਹੜੀ ਅਸੀਂ ਤਿਉਹਾਰ ਮਨਾਉਂਦੇ ਆ, ਚਾਹੇ ਆਪਾਂ ਦੀਵਾਲੀ ਦੀ ਗੱਲ ਕਰ ਦਿੰਦੇ ਆ, ਜਾਂ ਹੋਲੀ ਦੀ ਗੱਲ ਕਰ ਦਿੰਦੇ ਆ, ਜਾਂ ਹੋਰ ਕਿਸੇ ਵੀ ਇਦਾਂ ਦੇ ਤਿਉਹਾਰ, ਪੈਂਚਕਾਂ ਦੀ ਗੱਲ ਕਰ ਲਓ, ਜਾਂ ਕੁਛ ਏਦਾਂ ਦੇ ਤਿਉਹਾਰ ਆ, ਵਿਸਾਖੀ ਨਹੀਂ, ਉਹਦੇ ਨਾਲ ਤਾਂ ਚਲੋ ਆਪਣਾ ਇੱਕ ਇਤਿਹਾਸ ਜੁੜਿਆ ਹੀ, ਆਪਾਂ ਮਾਣ ਮੱਤਾ ਇਤਿਹਾਸ ਹੈਗਾ ਆ। ਬਹੁਤ ਤਿਉਹਾਰ ਏਦਾਂ ਦੇ ਹੈਗੇ ਆ ਜਿਨ੍ਹਾਂ ਦੇ ਨਾਲ ਜਿਹਦੀ ਜਾਣਕਾਰੀ ਵੀ ਨਹੀਂ ਹੈਗੀ ਲੋਕਾਂ ਨੂੰ ਪ੍ਰੋਪਰ, ਜੀ ਸਮਾਜ ਨੂੰ ਉਹਦੀ ਪ੍ਰੋਪਰ ਜਾਣਕਾਰੀ ਵੀ ਨਹੀਂ ਹੁੰਦੀ ਵੀ ਇਹ ਕਿੱਥੋਂ ਆਏ ਆ, ਕਿੱਦਾਂ ਬਣੇ ਆ। ਤੇ ਅਸੀਂ ਉਹਦੇ ਉੱਤੇ ਵੀ ਜਿਹੜਾ ਹੈਗਾ ਹਨਾ, ਬਿਨਾਂ ਫਜ਼ੂਲ ਤੋਂ ਜਿਹੜਾ ਵਹਿਮ ਭਰਮ ਪਾਲ ਕੇ ਬੈਠੇ ਆ, ਉਹਦੇ ਬਿਨਾਂ ਜਿਹੜੀਆਂ ਚੱਲੀਆਂ ਆ ਰਹੀਆਂ ਲੰਬੇ ਸਮੇਂ ਤੋਂ ਰੀਤੀ ਰਿਵਾਜ ਜਿਹੜੇ ਹੈਗੇ ਆ, ਉਹ ਉਦਾਂ ਹੀ ਬਿਨਾਂ ਮਤਲਬ ਤੋਂ ਆਪਣੇ ਤੇ ਥੋਪ ਕੇ ਜਿਹੜੇ ਰੱਖੇ ਆ। ਇਹ ਜਿੰਨਾ ਚਿਰ ਇਹਨਾਂ ਚੋਂ ਲੋਕ ਬਾਹਰ ਨਹੀਂ ਨਿਕਲਦੇ, ਜਿੰਨਾ ਚਿਰ ਤੱਕ ਇਹਨੂੰ ਸਮਝਦੇ ਨਹੀਂ, ਉਹਨਾਂ ਚਿਰ ਉਹ ਤੁਸੀਂ ਤਿਉਹਾਰਾਂ ਦਾ ਆਨੰਦ ਨਹੀਂ ਲੈ ਸਕਦੇ। ਬਿਲਕੁਲ। ਕਿਉਂਕਿ ਇਹ ਖਤਰਨਾਕ, ਇਹ ਤਿਉਹਾਰ ਖਤਰਨਾਕ ਤੇ ਇਸੇ ਕਰਕੇ ਬਣ ਗਿਆ ਕਿਉਂਕਿ ਇਹਨਾਂ ਵਿੱਚ ਅੰਧ ਵਿਸ਼ਵਾਸ ਜਿਹੜਾ ਆ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ। ਹੁਣ ਇਹਨਾਂ ਨੂੰ ਬਹੁਤ ਸਾਰੇ ਹੁਣ ਜਿਹੜਾ ਬੁੱਧੀਜੀਵੀ ਵਰਗ ਹੈਗਾ ਆ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਆ ਵੀ ਇਹ ਤਿਉਹਾਰ ਜਿਹੜੇ ਹੈਗੇ ਅੰਧ ਵਿਸ਼ਵਾਸ ਨਾਲ ਜੁੜੇ ਆ, ਅੰਧ ਵਿਸ਼ਵਾਸ ਨਾਲ ਭਰਿਆ, ਤੇ ਉਹ ਸਾਡੇ ਹੁਣ ਬੁੱਧੀਜੀਵੀ ਵਰਗ ਦਾ ਇੱਕੋ ਹੀ ਤਰਕ ਰਹਿੰਦਾ ਵੀ ਇਹਨੂੰ ਟੋਟਲੀ ਬੰਦ ਕਰ ਦਿਓ ਜੀ, ਦੀਵਾਲੀ ਨੂੰ ਬੰਦ ਕਰ ਦਿਓ, ਮਨਾਉਣੀ ਨਹੀਂ ਹੈਗੀ ਹਨਾ। ਦੀਵਾਲੀ ਸਾਡੀ 14 ਅਪ੍ਰੈਲ ਨੂੰ ਸਾਡੀ ਦੀਵਾਲੀ ਹੁੰਦੀ ਆ। ਜੀ ਜੀ ਇਦਾਂ ਦੇ ਜਿਹੜੇ ਤਰਕ ਆ ਨਾ, ਮੈਂ ਸਮਝਦਾ ਵੀ ਬਾਲੇ ਵਧੀਆ ਨਹੀਂ ਹੈਗੇ। ਉਹ 14 ਅਪ੍ਰੈਲ ਹੁੰਦੀ ਆ, ਜਿੱਦਣ ਬਾਬਾ ਸਾਹਿਬ ਦਾ ਜਨਮ ਦਿਨ ਹੁੰਦਾ, ਤੇ ਜਿੱਦਣ ਦੀਵਾਲੀ ਹੁੰਦੀ ਆ ਉਸ ਦਿਨ ਦੀਵਾਲੀ ਹੋਈ ਹੁੰਦੀ ਆ। ਤੁਸੀਂ ਦੀਵਾਲੀ ਵੀ ਮਨਾਓ, ਕੋਈ ਦਿੱਕਤ ਨਹੀਂ ਹੈਗੀ। ਅਗਰ ਤੁਹਾਡਾ ਪਟਾਕੇ ਚਲਾਉਣ ਨੂੰ ਜੀ ਕਰਦਾ ਤੁਸੀਂ ਚਲਾਓ, ਪਰ ਤੁਹਾਨੂੰ ਨਾਲ ਉਹਦੇ ਨਫੇ ਨੁਕਸਾਨ ਜਿਹੜੇ ਆ ਨਾ, ਉਹਦੀ ਜਾਣਕਾਰੀ ਵੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਦੀਵਾਲੀ ਮਨਾਉਣ ਦੇ ਨਾਲ ਤੁਹਾਨੂੰ ਜਿਹੜਾ ਨਫਾ ਨੁਕਸਾਨ ਹੋਣਾ, ਉਹਦੇ ਉੱਤੇ ਵੀ ਤੁਹਾਡਾ ਜਿਹੜਾ ਧਿਆਨ ਆ ਉਹ ਜਾਣਾ ਬਹੁਤ ਜ਼ਰੂਰੀ ਆ ਵੀ ਪਟਾਕੇ ਜਿਹੜੇ ਹੈਗੇ ਆ ਸਾਡੀ ਹੈਲਥ ਵਾਸਤੇ ਠੀਕ ਨਹੀਂ ਹੈਗੇ। ਜਿਹੜਾ ਉਹਨਾਂ ਦਾ ਪ੍ਰਦੂਸ਼ਣ ਹੁੰਦਾ ਉਹਨਾਂ ਦੇ ਨਾਲ, ਉਹਨਾਂ ਦੀ ਜਿਹੜੀ ਆਵਾਜ਼ ਹੁੰਦੀ ਆ, ਉਹ ਜਿਹੜੇ ਜਾਨਵਰ ਹੈਗੇ ਆ ਉਹਨਾਂ ਵਾਸਤੇ ਉਹ ਖਤਰਨਾਕ ਹੈਗੀ ਆ। ਜੀ ਜੀ ਬਿਲਕੁਲ। ਇਦਾਂ ਦੇ ਜਿਹੜੇ ਤਰਕ ਹੈਗੇ ਆ ਨਾ, ਉਹ ਤਰਕ ਜਿਹੜੇ ਹੈਗੇ ਆ ਉਹ ਅਗਰ ਆਪਾਂ ਪੇਸ਼ ਕਰੀਏ ਤਾਂ ਜ਼ਿਆਦਾ ਵਧੀਆ ਗੱਲ ਆ। ਜੀ ਜੀ। ਹੁਣ ਸਾਡੇ ਤਰਕ ਇਸ ਤਰੀਕੇ ਦੇ ਹੈਗੇ ਆ, ਸਾਡੇ ਜਿਹੜੇ ਵਿਦਵਾਨ ਸਾਥੀ ਹੈਗੇ ਉਹਨਾਂ ਦੇ ਤਰਕ ਇਸ ਤਰੀਕੇ ਦੇ ਵੀ ਸਾਡੀ ਅੱਜ ਨਹੀਂ ਦੀਵਾਲੀ ਹੈਗੀ,
ਹੂੰ ਤੇ ਸਾਡੀ ਦੀਵਾਲੀ 14 ਅਪ੍ਰੈਲ ਨੂੰ, ਅਸੀਂ ਅੱਜ ਨਹੀਂ ਪਟਾਕੇ ਚਲਾਉਣੇ, ਅਸੀਂ ਅੱਜ ਨਹੀਂ ਦੀਪਮਾਲਾ ਕਰਨੀ, ਅਸੀਂ 14 ਅਪ੍ਰੈਲ ਨੂੰ ਕਰਨੀ। ਉਹਦੇ ਨਾਲ ਤਾਂ ਕੋਈ ਚੇਂਜ ਨਹੀਂ ਨਾ ਹੋਇਆ। ਬਿਲਕੁਲ। ਉਹ ਤਾਂ ਤੁਸੀਂ ਚਾਹੇ ਅੱਜ ਪਟਾਕੇ ਚਲਾ ਲਏ ਤੇ ਚਾਹੇ 14 ਅਪ੍ਰੈਲ ਨੂੰ ਪਟਾਕੇ ਚਲਾ ਲਏ, ਉਹਦਾ ਜਿਹੜਾ ਨੁਕਸਾਨ ਆ ਉਹ ਤਾਂ ਉਹੀ ਰਹਿਣਾ ਭਾਜੀ, ਉਹ ਤਾਂ ਨਹੀਂ ਨਾ ਬਦਲ ਜਾਣਾ। ਨਹੀਂ ਨਹੀਂ ਬਿਲਕੁਲ ਭਾਜੀ, ਉਹਦੇ ਨਾਲ ਬਿਲਕੁਲ ਬਿਲਕੁਲ। ਮੈਂ ਜੀ ਹਾਂਜੀ, ਜਿੱਦਾਂ ਮੈਂ ਤੁਸੀਂ ਆਹ ਗੱਲ ਕੀਤੀ ਹੈ ਨਾ, ਜਿੱਦਾਂ ਇਹਦੇ ਵਿੱਚ ਜਿਹੜੀ ਹੈਗੀ ਆ, ਜਿਹੜਾ ਪੁਜਾਰੀ ਲਾਣਾ ਹੈਗਾ ਆ, ਜਿੱਦਾਂ ਤੁਸੀਂ ਕਿਹਾ ਵੀ ਚਲੋ ਦੀਵਾਲੀ ਦੀ ਗੱਲ ਕੀਤੀ ਹੈਗਾ ਵੀ ਬਾਬਾ ਸਾਹਿਬ ਦਾ ਜਿੱਦਣ ਜਨਮ ਦਿਨ ਆ, ਜਿੱਦਣ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਆ, ਜਿੱਦਣ ਬਾਬੇ ਨਾਨਕ ਜੀ ਦਾ ਜਨਮ ਦਿਨ ਆ, ਸਾਡੇ ਕਿਸੇ ਵੀ ਮਹਾਂਪੁਰਸ਼ ਦਾ ਜਨਮ ਦਿਨ ਆ, ਉਦੋਂ ਨੂੰ ਉਹਨਾਂ ਦਾ ਉਹ ਜਨਮ ਦਿਹਾੜਾ ਹੈਗਾ ਆ, ਉਦੋਂ ਨੂੰ ਉਹ ਦੀਵਾਲੀ ਨਹੀਂ ਹੈਗੀ। ਜਿਹੜੇ ਬੁੱਧੀਜੀਵੀ ਵਰਗ ਹੈਗਾ ਆ, ਉਹ ਜਿਹੜਾ ਸਮਝਦਾ ਹੈਗਾ ਬੁੱਧੀਜੀਵੀ ਆਪਣੇ ਆਪ ਨੂੰ, ਅਸਲ ਦੇ ਵਿੱਚ ਉਹਨਾਂ ਦਾ ਇਹ ਉਦੋਂ ਸਟੇਟਸ ਲੱਗੇ ਹੋਣੇ ਵੀ ਸਾਡੀ ਦੀਵਾਲੀ ਅੱਜ ਨਹੀਂ, ਸਾਡੀ ਦੀਵਾਲੀ 14 ਅਪ੍ਰੈਲ ਨੂੰ। ਅਸਲ ਦੇ ਵਿੱਚ ਉਦੋਂ ਨੂੰ ਜਦੋਂ ਤੁਸੀਂ ਕਲੀਅਰ ਕੀਤਾ ਹੈਗਾ, ਉਦੋਂ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਨ ਆ, ਉਦੋਂ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈਗਾ ਆ, ਤੇ ਉਦੋਂ ਨੂੰ ਦੀਵਾਲੀ ਨਹੀਂ ਹੁੰਦੀ ਹੈਗੀ। ਉਦੋਂ ਨੂੰ ਦੀਵੇ ਲਾਉਣ ਦੀ ਪ੍ਰਥਾ ਕਿੱਥੋਂ ਆ ਗਈ? ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਪਹਿਲਾਂ ਕਿੰਨੇ ਕੁ ਦੀਵੇ ਲੱਗਦੇ ਸੀ, ਬਾਬਾ ਸਾਹਿਬ ਦੇ ਜਨਮ ਦਿਨ ਤੇ। ਅਸਲ 'ਚ ਦੀਵੇ ਉਦੋਂ ਨੂੰ ਲਾਉਣੇ ਹੀ ਕਿਉਂ ਨਾ? ਅਸੀਂ ਜਿੱਦਣ ਦੀਵਾਲੀ ਵਾਲੇ ਦਿਨ ਦੀਵਿਆਂ ਦੇ ਸਾਈਡ ਇਫੈਕਟ ਦੀਦੇ ਸਾਨੂੰ, ਬਈ ਦੇਖੋ ਪਟਾਕਿਆਂ ਦੇ ਸਾਈਡ ਇਫੈਕਟ ਵੀ ਆਪਾਂ ਦੀਦੇ ਹੈਗੇ ਆ, ਦੀਵਾਲੀ ਦੇ ਵੀ ਦੀਦੇ ਹੈਗੇ ਆ। ਉਦੋਂ ਨੂੰ ਸਾਨੂੰ ਇਹ ਵੀ ਦੀਦਾ ਕਿ ਉਦੋਂ ਨੂੰ ਪੁਜਾਰੀ ਲਾਣਾ ਕਿੰਨਾ ਵਪਾਰ ਕਰਦਾ ਹੈਗਾ ਆ। ਤੇ ਜਿਹੜਾ ਆਪਾਂ ਉਦੋਂ ਨੂੰ ਇਹ ਵੀ ਉਦਾਹਰਨਾਂ ਦੇ ਦਿੰਦੇ ਆ ਵੀ ਜਿਹੜੀਆਂ ਫੈਕਟਰੀਆਂ ਆ ਪਟਾਕਿਆਂ ਦੀਆਂ, ਜਾਂ ਫਿਰ ਜਿਹੜੇ ਦੀਵੇ ਜਿੱਥੇ ਆਪਣੇ ਲੜੀਆਂ, ਹੁਣ ਦੀਵੇ ਤਾਂ ਕੋਈ ਲਾਉਂਦਾ ਨਹੀਂ, ਲੜੀਆਂ ਜਿੱਥੇ ਬਣਦੀਆਂ ਉਹ ਕਿੰਨਾ ਜਾਣੀ ਕਿ ਵਪਾਰ ਕਰਦੇ ਆ ਉਦੋਂ ਨੂੰ। ਕਿ ਪਰ ਜਦੋਂ ਸਾਡੇ ਲੋਕ ਜਦੋਂ ਜਾਗਰੂਕ ਹੋਏ, ਜਿਹੜਾ ਐਸੀ ਸਮਾਜ ਆ, ਜਾਂ ਫਿਰ ਜਿਹੜਾ 85% ਆ ਜਿਹਨਾਂ ਨੂੰ ਬਹੁਜਨ ਸਮਾਜ ਕਹਿ ਦਿੰਦੇ ਆ, ਉਹ ਸਮਾਜ ਵਾ, ਉਹ ਤਾਂ ਵੀ ਦੋਹਰੀ ਮਾਨਸਿਕ ਗੁਲਾਮੀ ਦੇ ਵਿੱਚ ਚਲ ਗਿਆ। ਉਹਦਾ ਦੋਹਰਾ ਉਹਨਾਂ ਨੂੰ ਵਪਾਰ ਦੇਣ ਲੱਗ ਪਿਆ। ਉਦੋਂ ਨੂੰ 14 ਅਪ੍ਰੈਲ ਨੂੰ ਵੀ ਹੁਣ ਲੋਕੀ ਲੜੀਆਂ ਲਾਉਂਦੇ ਆ, ਪਟਾਕੇ ਵਜਾਉਂਦੇ ਆ, ਦੀਵਾਲੀ ਵਾਲੇ ਦਿਨ ਵੀ ਲਾਉਂਦੇ ਆ, ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ, ਜਿਹੜਾ ਵੀ ਸਾਡਾ ਕੋਈ ਗੁਰੂ ਸਾਡਾ ਰਹਿਬਰ ਹੋਇਆ, ਅਸੀਂ ਉਹ ਡਬਲ ਟ੍ਰਿਪਲ ਕੰਮ ਜਿਹੜਾ ਹੈਗਾ ਆ ਉਹ ਕਰਕੇ, ਉਹ ਸਾਰੇ ਦਾ ਸਾਰਾ ਪੈਸਾ ਤਾਂ ਸਾਡੇ ਕੋਲ ਨਹੀਂ ਨਾ ਜਾ ਰਿਹਾ ਹੋਵੇ, ਉਹ ਪੈਸਾ ਤਾਂ ਉਹਨਾਂ ਕੋਲੇ ਜਾ ਰਿਹਾ ਨਾ। ਦੀਵਾਲੀ ਦਾ ਤੁਸੀਂ ਬਾਈਕਾਟ ਕਰ ਦਿਓ, ਪਰ ਤੁਸੀਂ ਕੰਮ ਤਾਂ ਉਹੀ ਕਰਨਾ। ਕਿਉਂ ਨਾ ਤੁਸੀਂ ਜਿਹੜੀ ਉਹ ਵਿਚਾਰਧਾਰਾ ਸੀ, ਉਸ ਵਿਚਾਰਧਾਰਾ ਨੂੰ ਫੋਲੋ ਕਰਦੇ, ਉਸ ਵਿਚਾਰਧਾਰਾ ਦਾ ਉਦੋਂ ਨੂੰ ਕੇਡਰ ਕੈਂਪ ਲੱਗਦੇ, ਉਦੋਂ ਨੂੰ ਜਿਹੜੀ ਵਿਚਾਰਾਂ ਦੀ ਗਿਆਨ ਦੀ ਗੱਲ ਹੁੰਦੀ। ਤੁਸੀਂ ਸਾਡਾ ਸਮਾਜ ਅੱਜ ਖੜਾ ਕਿੱਥੇ ਆ? ਇਹਨੇ ਕਦੋਂ ਤੱਕ ਦੱਬਿਆ ਕੁਚਲਿਆ ਰਹਿਣਾ? ਇਹਨੇ ਉੱਠਣਾ ਕਿੱਦਾਂ ਆ? ਇਹਨੇ ਉਦੋਂ ਨੂੰ ਅਸੀਂ ਇਹ ਬਾਈਕਾਟ ਦੀਆਂ ਪੋਸਟਾਂ ਪਾਉਣ ਦੀ ਬਜਾਏ, ਦੇਖੋ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਿਹੜਾ ਬ੍ਰਾਹਮਣ ਆ, ਪੁਜਾਰੀ ਆ, ਉਹਨੂੰ ਇਹ ਦੱਸਣਾ ਪੈਂਦਾ ਵੀ ਦੀਵਾਲੀ ਆ ਗਈ, ਦੁਸਹਿਰਾ ਆ ਗਿਆ, ਜਾਂ ਫਲਾਣਾ ਤਿਉਹਾਰ ਆ ਗਿਆ। ਸਾਡੇ ਲੋਕ ਪਹਿਲਾਂ ਹੀ ਪੋਸਟਾਂ ਪਾ ਕੇ ਬਾਈਕਾਟ ਦੀਆਂ ਦੱਸਣ ਲੱਗ ਪੈਂਦੇ ਆ, ਜਾਣੀ ਕਿ ਯਾਦ ਹੋਆ ਨਾ ਸਾਨੂੰ ਵੀ ਅੱਜ ਆਹ ਫਲਾਨਾ ਦਿਨ ਆ, ਆਹ ਦਿਨ ਆ। ਸਾਡਾ ਆਪਣਾ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਸੀਗਾ ਬਾਅਦ ਦਾ। ਇਹ ਉਹ ਸਟੇਟਸ ਲੋਕਾਂ ਦੀ ਸੋਚ ਚੈੱਕ ਕੀਤੀ ਵੀ ਲੋਕ ਅੱਜ ਵੀ ਖੜੇ ਕਿੱਥੇ ਹੈਗੇ ਆ। ਮੈਂ ਜਿੱਦਾਂ ਤੁਸੀਂ ਉਹ ਗੱਲ ਕੀਤੀ ਸੀ, ਕਿ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਆ ਵੀ ਜਿਹੜੇ ਲੋਕ, ਮੈਂ ਕਹਿੰਦਾ ਅੰਧ ਵਿਸ਼ਵਾਸ ਤੋਂ ਮੁਕਤ ਹੋ ਗਏ, ਜਿਨ੍ਹਾਂ ਨੇ ਉਹ ਪੂਰੇ ਬ੍ਰਾਹਮਣੀ ਢਾਂਚੇ ਤੇ ਕਾਂਟਾ ਮਾਰਤਾ, ਉਹਨਾਂ ਨੂੰ ਮੁਬਾਰਕ ਵਾ, ਬਹੁਤ ਵਧੀਆ, ਉਹ ਕਾਬਲੀਏ ਤਾਰੀਫ ਆ, ਸਲੂਟ ਵਾ। ਜਿਨ੍ਹਾਂ ਨੇ ਪੁਰਖਿਆਂ ਦੀ ਵਿਚਾਰਧਾਰਾ ਤੇ ਆਪਣਿਆਂ ਤੇ ਚੱਲਣਾ ਸ਼ੁਰੂ ਕਰਕੇ, ਜਦੋਂ ਬਾਬੇ ਨਾਨਕ ਦਾ, ਜਦੋਂ ਗੁਰੂ ਰਵਿਦਾਸ ਜੀ ਦਾ, ਜਦੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ, ਆਪਣੇ ਇਹਨਾਂ ਸਾਡੇ ਜਿੰਨੇ ਵੀ ਮਹਾਂਪੁਰਸ਼ ਆ, ਉਹਨਾਂ ਦੇ ਜਦੋਂ ਦਿਨ ਦਿਹਾੜੇ ਆਉਂਦੇ ਆ, ਉਦੋਂ ਬੇਫਜ਼ੂਲ ਖਰਚਾ ਕਰਨ ਦੀ ਬਜਾਏ ਉਦੋਂ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਾਉਣ ਦੀ ਜਿਹੜੀ ਜਿੰਨੀ ਸਮਝ ਆਈ ਆ, ਉਹ ਗੱਲ ਰੱਖਦੇ ਆ। ਕੇਡਰ ਕੈਂਪ ਲਾਉਂਦੇ ਆ, ਜਾਂ ਉਹ ਪੜ੍ਹਾਈ ਦੀ ਗੱਲ ਜਿਹੜੀ ਆ, ਉਹਦੇ ਚੋਂ ਬਾਹਰ ਨਿਕਲਣ ਦੀ ਗੱਲ ਆਪਣੇ ਸਮਾਜ ਨੂੰ ਦੱਸਦੇ ਹੈਗੇ ਆ। ਚਾਰ ਦੀਵਾਰੀ ਵਿੱਚ ਕਿਤੇ ਇਕੱਠੇ ਹੋ ਕੇ ਨੁੱਕੜ ਮੀਟਿੰਗਾਂ ਕਰਦੇ ਹੈਗੇ ਆ। ਅਸਲ 'ਚ ਉਹ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੀ ਅਸਲ 'ਚ ਉਹਨਾਂ ਦਾ ਜਨਮ ਦਿਨ ਮਨਾਉਣਾ ਆ। ਆਪਾਂ ਦੇਖਦੇ ਆ ਕਿ ਵੀ ਬਾਬਾ ਸਾਹਿਬ ਜੀ ਦੀ ਘਟਨਾ ਹੈਗੀ ਆ ਕਿ ਜਦੋਂ ਉਹਨਾਂ ਦੇ ਜੀਂਦੇ ਜੀ ਬਾਬਾ ਸਾਹਿਬ ਜੀ ਦੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਤਾਂ ਉਹਨਾਂ ਨੂੰ ਬੁਲਾਇਆ ਗਿਆ, ਤੇ ਉੱਥੇ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਸਭ ਤੋਂ, ਉਹਨਾਂ ਦੇ ਜਿਹੜੇ ਭਾਸ਼ਣ ਆ, ਮੈਨੂੰ ਲੱਗਾ ਵੀ ਘੰਟਾ, 1 ਘੰਟਾ, 1.5 ਘੰਟਾ, ਅੱਧਾ ਘੰਟਾ, ਯਾਨੀ ਕਿ ਉਹ ਕਾਫੀ ਜਿਹੜੀਆਂ ਗਿਆਨ ਵਾਲੀਆਂ ਗੱਲਾਂ ਉਹਨਾਂ ਦੇ ਭਾਸ਼ਣਾਂ ਵਿੱਚ ਸੁਣਨ ਨੂੰ ਮਿਲਦੀਆਂ ਹੈਗੀਆਂ ਆ। ਪਰ ਜਿਹੜਾ ਉਹਨਾਂ ਦੇ ਜਦੋਂ ਉਹਨਾਂ ਨੂੰ ਜਨਮ ਦਿਨ ਤੇ ਉਹਨਾਂ ਨੂੰ ਭਾਸ਼ਣ ਦੇਣ ਨੂੰ ਕਿਹਾ ਗਿਆ, ਤਾਂ ਉਹਨਾਂ ਨੇ ਜਿਹੜਾ ਹੈਗਾ ਆ ਸ਼ਾਰਟ ਦੇ ਵਿੱਚ ਇਹੀ ਗੱਲ ਕਹਿ ਕੇ ਖਤਮ ਕਰ ਦਿੱਤੀ ਕਿ ਮੇਰਾ ਜਨਮ ਦਿਨ ਮਨਾਉਣ ਦੀ ਜ਼ਰੂਰਤ ਨਹੀਂ ਹੈਗੀ। ਜਨਮ ਦਿਨ ਮਨਾਉਣਾ ਆ ਤੇ ਉਸ ਵਿਚਾਰਧਾਰਾ ਨੂੰ, ਮੇਰੀ ਜਿਹੜੀ ਸੋਚ ਵਾ, ਜਿਹੜੀ ਸਾਡੇ ਪੁਰਖਿਆਂ ਦੀ ਸੋਚ ਆ, ਉਹਨੂੰ ਅੱਗੇ ਲਿਜਾਣ ਦੇ ਲਈ ਸਾਨੂੰ ਕੀ ਕਰਨੇ ਚਾਹੀਦਾ ਆ, ਸਾਨੂੰ ਕਿਹੜੀਆਂ ਪਲੈਨਿੰਗਾਂ ਕਰਨੀਆਂ ਚਾਹੀਦੀਆਂ। ਉਹ ਪਲੈਨਿੰਗਾਂ ਹੀ ਹੋਣ, ਨਾ ਕਿ ਜਿਹੜਾ ਹੈਗਾ ਕੇਕ ਕੱਟ ਕੇ ਜਾਂ ਫਿਰ ਭੰਗੜੇ ਡੀਜੇ ਜੋ ਵੀ ਇੰਜੋਏ ਕਰਕੇ ਤੁਸੀਂ ਘਰ ਨੂੰ ਚਲ ਜਾਓ। ਜਿੱਦਾਂ ਤੁਸੀਂ ਦੀਵਾਲੀ, ਦੁਸਹਿਰਾ, ਹੋਰ ਤਿਉਹਾਰ ਮਨਾ ਕੇ ਤੁਸੀਂ ਕੋਈ ਵੀ ਸਿੱਟਾ ਨਹੀਂ ਕੱਢਦੇ, ਸਿਰਫ ਮਨੋਰੰਜਨ। ਜਿੱਦਾਂ ਕਿਸੇ ਦੇ ਵਿਆਹ ਤੇ ਜਦੋਂ ਆਪਾਂ ਭੰਗੜੇ ਪਾ ਲੈਂਦੇ ਆ,
ਕੋਈ ਉਹ ਸਾਰੇ ਦਾ ਸਾਰਾ ਮਨੋਰੰਜਨ ਦੇ ਵਿੱਚ ਹੀ ਤੁਸੀਂ ਕਿਤੇ ਵਿਅਸਤ ਹੋ ਕੇ ਇਹਨਾਂ ਨੂੰ ਜਿਹੜਾ ਹੈਗਾ ਆ ਤਿਉਹਾਰਾਂ ਨੂੰ, ਜਿਹੜੇ ਜਨਮ ਦਿਨ ਆ ਸਾਡੇ ਪੁਰਖਿਆਂ ਦੀ ਇਹ ਵਿਚਾਰਧਾਰਾ ਆ, ਉਹਨੂੰ ਕਿਤੇ ਭੁੱਲ ਕੇ ਤੁਸੀਂ ਜਸ਼ਨ ਵਿੱਚ ਇਹਨਾਂ ਨੂੰ ਗਵਾ ਦਿਓ। ਯਾਨੀ ਕਿ 2 ਲਾਈਨਾਂ ਦੇ ਵਿੱਚ ਉਹਨਾਂ ਨੇ ਗੱਲ ਖਤਮ ਕਰਕੇ ਇਹੀ ਕਹਿਤਾ ਸੀਗਾ ਕਿ ਮੇਨ ਜ਼ਰੂਰਤ ਜਿਹੜੀ ਆ ਵਿਚਾਰਧਾਰਾ ਨੂੰ ਅੱਗੇ ਲਿਜਾਣਾ ਆ। ਇੰਨੀਆਂ ਕੁ ਲਾਈਨਾਂ ਉਹਨੂੰ ਕਹਿ ਕੇ ਆਪਣਾ ਜਿਹੜਾ ਮੈਕ ਛੱਡ ਦਿੱਤਾ ਸੀਗਾ। ਇਹਨੂੰ ਸਮਝਣਾ। ਬਾਕੀ ਮੈਂ ਅਮਰ ਭਾਜੀ ਆਪਾਂ ਬਾਅਦ ਚੋਂ ਗੱਲਬਾਤ ਸ਼ੁਰੂਆਤ ਕਰਦੇ ਆ। ਮੈਂ ਇੱਕ ਗੱਲ ਸ਼ੁਰੂ 'ਚ ਹੀ ਕਹਿ ਦੇਵਾਂ, ਇੱਥੇ ਆਪਾਂ ਗੱਲ ਕਰਾਂਗੇ ਕਿ ਜਿਹੜੀ ਮੇਰੀ ਸੋਚ ਆ, ਪਰਸਨਲੀ ਸੋਚ ਆ, ਕੋਈ ਕਿਤਾਬਾਂ ਨਹੀਂ ਪੜ੍ਹੀਆਂ ਬਾਲੀਆਂ ਤੇ ਕੋਈ ਦੂਜਾ ਨਹੀਂ ਹੈਗਾ। ਜਿਹੜੇ ਭਾਰਤੀ ਤਿਉਹਾਰ ਵਾ, ਮੈਂ ਕਹਿੰਦਾ ਜਿਹੜੇ ਭਾਰਤੀ ਤਿਉਹਾਰ ਵਾ, ਭਾਵੇਂ ਹੋਲੀ ਆ ਭਾਵੇਂ ਦੀਵਾਲੀ ਆ, ਤੇ ਇਹ ਜਿਹੜੇ ਤਿਉਹਾਰ ਵਾ ਇਹ ਇੱਕ ਮੌਸਮੀ ਤਿਉਹਾਰ ਸੀਗੇ। ਭਾਰਤ ਦੇ ਜਿਹੜੇ ਵੀ ਤਿਉਹਾਰ ਵਾ ਉਹ ਇੱਕ ਮੌਸਮੀ ਰੁੱਤਾਂ ਨਾਲ ਜੁੜੇ ਤਿਉਹਾਰ ਸੀਗੇ। ਔਰ ਇਹਨਾਂ ਤੇ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ। ਜਿਹੜੇ ਮੌਸਮੀ ਰੁੱਤਾਂ ਨਾਲ ਜੁੜੇ ਤਿਉਹਾਰ ਸੀਗੇ ਔਰ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸੀਗੇ। ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਹਨਾਂ ਨੂੰ ਕਿਵੇਂ ਹਿੰਦੂਆਂ ਨੇ ਇਹਨਾਂ ਨਾਲ ਗੱਪ ਕਹਾਣੀਆਂ ਜੋੜ ਕੇ ਇਹਨਾਂ ਤਿਉਹਾਰਾਂ ਨੂੰ ਜਾਂ ਕਹਿ ਲਓ ਇਹਨਾਂ ਤੇ ਕਬਜ਼ਾ ਕਰ ਲਿਆ, ਜਾਂ ਇਹਨਾਂ ਤੇ ਆਪਣਾ ਦਬਦਬਾ ਬਣਾ ਕੇ ਜਦੋਂ ਉਹਨਾਂ ਦੇ ਹੱਥ ਕਾਬਜ ਸਰਕਾਰਾਂ ਆਈਆਂ, ਜਦੋਂ ਉਹਨਾਂ ਦੇ ਹੱਥ ਟੀਵੀ ਆਇਆ, ਸਭ ਤੋਂ ਵੱਡੀ ਗੱਲ, ਜਦੋਂ ਉਹਨਾਂ ਦੇ ਹੱਥ ਟੀਵੀ ਆਇਆ, ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਰਾਮਾਇਣ ਮਹਾਭਾਰਤ ਜਿਹੜੀਆਂ ਇਹ ਮਿਥਿਹਾਸਿਕ ਗੱਲਾਂ ਸੀਗੀਆਂ ਉਹਨਾਂ ਦੇ ਵਿੱਚ ਸਾਡੇ ਦਿਮਾਗਾਂ ਦੇ ਵਿੱਚ ਉਹ ਕਹਾਣੀਆਂ ਪੇਸ਼ ਕਰਕੇ ਸਾਡੇ ਦਿਮਾਗਾਂ ਦੇ ਵਿੱਚ ਉਹ ਇਤਿਹਾਸ ਬਣਾ ਕੇ ਦੀਵਾਲੀ ਨੂੰ, ਹੋਲੀ ਨੂੰ, ਭਾਵੇਂ ਦੁਸਹਿਰੇ ਸੀਗੇ, ਇਹ ਜਿਹੜੇ ਤਿਉਹਾਰ ਸੀਗੇ, ਜਿਹੜੇ ਰੁੱਤਾਂ ਦੇ ਨਾਲ ਸੰਬੰਧ ਤਿਉਹਾਰ ਸੀਗੇ, ਇਹਨਾਂ ਤੇ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ। ਉਹਨਾਂ ਨੇ ਇਹਨਾਂ ਨੂੰ ਆਪਣੇ ਨਾਲ ਕਿੱਦਾਂ ਜੋੜ ਲਿਆ ਤੇ ਕਿੱਦਾਂ ਜਿਹੜਾ ਹੈਗਾ ਆ ਉਹ ਕਹਾਣੀਆਂ, ਮਨਘੜਤ ਕਹਾਣੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਅੱਜ ਜਿਹੜੇ ਬਹੁਜਨ ਸਮਾਜ ਦੇ ਲੋਕ ਹੈਗੇ ਆ ਉਹ ਇਹ ਜਾਣਦੇ ਹੈਗੇ ਆ ਕਿ ਜਿਹੜੀਆਂ ਭਾਰਤ ਦੀਆਂ ਰੁੱਤਾਂ ਆ, ਭਾਰਤ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਜਿਹੜਾ ਮੌਸਮ ਜਿਹੜਾ ਹੈਗਾ ਆ ਉਹ ਕਾਫੀ ਫਸਲਾਂ ਦੇ ਲਈ ਸ਼ੂਟੇਬਲ ਹੈਗਾ ਆ। ਔਰ ਉੱਥੇ ਪੰਜ ਰੁੱਤਾਂ ਆਉਂਦੀਆਂ ਹੈਗੀਆਂ, ਜੇ ਮੈਂ ਗਲਤ ਨਾ ਹੋਵਾਂ ਤੇ ਉਹਦੇ ਵਿੱਚ ਜਿਹੜਾ ਹੈਗਾ ਰੁੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਇੱਕ ਸਟੇਟ ਜਿਹੜੀ ਸੀਗੀ, ਹਰ ਇੱਕ ਰਾਜ ਦਾ ਰਾਜ ਜਿਹੜਾ ਸੀਗਾ, ਉੱਥੇ ਆਪੋ ਆਪਣੇ ਫੈਸਟੀਵਲ ਮਨਾਏ ਜਾਂਦੇ ਸੀਗੇ, ਆਪੋ ਆਪਣੇ ਤਿਉਹਾਰ ਮਨਾਏ ਜਾਂਦੇ ਸੀਗੇ। ਪਰ ਜਦੋਂ ਜਿਹੜਾ ਪੂਰਾ ਇੱਕ ਜਿਹੜੀਆਂ ਰਾਜ ਸੀਗੇ ਉਹਨਾਂ ਨੂੰ ਖਤਮ ਕਰਕੇ ਜਦੋਂ ਇੱਕ ਦਬਦਬਾ ਬਣਦਾ ਹੈਗਾ ਆ, ਸਰਕਾਰਾਂ ਬਣਦੀਆਂ ਹੈਗੀਆਂ, ਉਦੋਂ ਬਾਅਦ ਭਾਰਤ ਜਦੋਂ ਆਜ਼ਾਦ ਹੁੰਦਾ ਹੈਗਾ ਆ, ਟੀਵੀ ਆਉਂਦਾ ਹੈਗਾ ਆ, ਇਲੈਕਟ੍ਰੋਨਿਕ ਜ਼ਮਾਨਾ ਆਉਂਦਾ ਹੈਗਾ ਆ, ਉਹਦੇ ਵਿੱਚ ਜਾ ਕੇ ਫਿਰ ਜਿਹੜੀ ਸਾਰੇ ਭਾਰਤ ਦੀ ਸੋਚ ਇੱਕ ਕਰ ਦਿੱਤੀ ਜਾਂਦੀ ਹੈ। ਜਦੋਂ ਉਹਨਾਂ ਨੂੰ ਟੀਵੀ ਦੇ ਵਿੱਚ ਇੱਕ ਰਮਾਇਣ, 300 ਤੋਂ ਵੱਧ ਰਮਾਇਣਾਂ ਜਿਹੜੀਆਂ ਹੈਗੀਆਂ ਉਹ ਭਾਰਤ ਵਿੱਚ ਹੈਗੀਆਂ, ਪਰ ਇੱਕ ਰਮਾਇਣ ਦਿਖਾਈ ਜਾਂਦੀ ਆ। ਔਰ ਉਹੀ ਰਮਾਇਣ ਮੇਰੇ ਦਿਮਾਗ 'ਚ ਵੀ ਆ, ਤੁਹਾਡੇ ਵਿੱਚ ਦਿਮਾਗ 'ਚ ਵੀ ਹੋਣੀ ਜਿਨ੍ਹਾਂ ਨੇ ਉਹ ਰਮਾਇਣ ਦੇਖੀ ਹੈਗੀ ਆ। ਇੱਕ ਹੀ ਮਹਾਭਾਰਤ ਦਿਖਾਇਆ ਜਾਂਦਾ ਆ ਔਰ ਇੱਕ ਹੀ ਜਿਹੜੀ ਸਟੋਰੀ ਸਾਨੂੰ ਦਿਖਾ ਦਿੱਤੀ ਜਾਂਦੀ ਆ। ਔਰ ਜਿਹੜੇ ਤਿਉਹਾਰ ਆ ਦੀਵਾਲੀ ਦੇ, ਜਿਹੜੇ ਹੋਲੀ ਦੇ, ਉਹ ਤਿਉਹਾਰ ਜਿਹੜੇ ਆ ਉਹ ਉਹਨਾਂ ਦੇ ਨਾਲ ਜੋੜ ਕੇ ਸਾਡੇ ਦਿਮਾਗ ਦੇ ਵਿੱਚ ਪਾ ਦਿੱਤੇ ਜਾਂਦੇ ਤੇ ਅਸੀਂ ਇਹ ਸਮਝਿਆ ਕਿ ਇਹਨਾਂ ਦਾ ਬਾਈਕਾਟ ਕਰੋ ਔਰ ਇਹ ਸਾਡੇ ਤਿਉਹਾਰ ਨਹੀਂ, ਇਹ ਬ੍ਰਾਹਮਣਾਂ ਦੇ ਤਿਉਹਾਰ ਆ, ਹਿੰਦੂਆਂ ਦੇ ਤਿਉਹਾਰ ਆ। ਪਰ ਮੈਂ ਪਹਿਲਾਂ ਜਿੱਦਾਂ ਸ਼ੁਰੂਆਤ 'ਚ ਗੱਲ ਕੀਤੀ, ਮੌਸਮੀ ਤਿਉਹਾਰ ਸੀਗੇ। ਮੌਸਮੀ ਤਿਉਹਾਰਾਂ ਨੂੰ ਕਿੱਦਾਂ ਉਹਨਾਂ ਤੇ ਕਬਜ਼ਾ ਕੀਤਾ। ਇਹ ਨਾ ਤਿਉਹਾਰ ਸਿੱਖਾਂ ਦੇ ਸੀਗੇ, ਨਾ ਹਿੰਦੂਆਂ ਦੇ ਸੀਗੇ, ਨਾ ਈਸਾਈਆਂ ਦੇ, ਨਾ ਬੋਧੀਆਂ ਦੇ, ਨਾ ਜੈਨੀਆਂ ਦੇ। ਸਾਰੇ ਕੋਈ ਵੀ ਇਹ ਜਿਹੜੇ ਰੁੱਤਾਂ ਦੇ ਤਿਉਹਾਰ ਆ ਇਹਨਾਂ ਤੇ ਕੋਈ ਦਾਅਵਾ ਨਹੀਂ ਕਰ ਸਕਦਾ। ਤੁਸੀਂ ਵਿਸਾਖੀ ਦੀ ਗੱਲ ਕੀਤੀ ਸੀ, ਉਦੋਂ ਜਦੋਂ ਵਿਸਾਖੀ ਜਿਹੜੇ ਹੈਗੇ ਆ ਆਪਣੇ ਵਿਸਾਖੀ ਜਿਹੜੀ ਸੀਗੀ ਉਹਦੇ ਨਾਲ ਇਤਿਹਾਸ ਸਿੱਖਾਂ ਦਾ ਜੁੜਿਆ ਹੋਇਆ, ਪਰ ਉਹ ਵੀ ਇੱਕ ਮੌਸਮੀ ਜਿਹੜਾ ਤਿਉਹਾਰ ਸੀਗਾ। ਉਹਦੇ ਵਿੱਚ ਵੀ ਜਦੋਂ ਆਪਣੇ ਫਸਲ ਜਦੋਂ ਪੱਕ ਜਾਂਦੀ ਹੈਗੀ ਆ, ਕਣਕ ਵੱਢਦੇ ਹੈਗੇ ਆ, ਉਦੋਂ ਬਾਅਦ ਵਿੱਚ ਕਹਿੰਦੇ ਹੈਗੇ ਵੀ ਵਿਸਾਖੀ ਨਹਾਉਣ ਜਾਣਾ, ਵਿਹਲੇ ਹੋ ਗਏ ਜਿਹੜੇ ਹੈਗੇ ਆ ਕਿਸਾਨ। ਯਾਨੀ ਕਿ ਇਹ ਸਾਰੀਆਂ ਗੱਲਾਂ ਸੀਗੀਆਂ ਜਿਨ੍ਹਾਂ ਨੂੰ ਧੱਕੇ ਦੇ ਨਾਲ ਧਰਮ ਦੇ ਨਾਲ ਜੋੜ ਦਿੱਤਾ ਗਿਆ। ਦੀਵਾਲੀ ਸਾਰਿਆਂ ਨੂੰ ਪਤਾ ਕਿ ਰਾਮ ਨਾਮ ਦਾ ਕੋਈ ਇਨਸਾਨ ਜਿਹੜਾ ਹੈਗਾ ਆ, ਕੋਈ ਰਾਮ ਨਹੀਂ ਹੋਇਆ, ਕੋਈ ਰਾਵਣ ਨਹੀਂ ਹੋਇਆ। ਇਹ ਸਾਡਾ ਜਿਹੜਾ ਹੈਗਾ ਆ, ਇੱਥੋਂ ਤੱਕ ਕਿ ਸਰਕਾਰਾਂ ਨੇ ਵੀ ਮੰਨਿਆ ਹੈਗਾ ਆ। ਔਰ ਇੱਥੋਂ ਤੱਕ ਜਿਹੜੀ ਸੁਪਰੀਮ ਕੋਰਟ ਵਾ, ਜਦੋਂ ਉੱਥੇ ਪਟੀਸ਼ਨ ਪਾਈ ਗਈ, ਉਹਦੇ ਵਿੱਚ ਵੀ ਇਹ ਮੰਨਿਆ ਗਿਆ ਹੈਗਾ ਵੀ ਜਿਹੜਾ ਇੱਕ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਗਲਿਆਂ ਨੇ ਜਿਹੜੀ ਬਾਬਰੀ ਮਸਜਿਦ ਜਿੱਥੇ ਢਾਈ ਗਿਆ ਸੀ, ਉੱਥੇ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਵਿੱਚ ਆਪਾਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤੀ ਆ, ਜਿਹੜਾ ਜੱਜ ਸੀਗਾ ਤੇ ਉਹਨੂੰ ਉਹਦੇ ਲਈ, ਉਸ ਫੈਸਲੇ ਦੇ ਲਈ ਜਿਹੜਾ ਉਹਨੇ ਸੁਣਾਇਆ ਹਿੰਦੂਆਂ ਦੇ ਹੱਕ ਦੇ ਵਿੱਚ, ਉਹਦੇ ਲਈ ਉਹਨੂੰ ਬਾਅਦ ਵਿੱਚ ਵੱਡਾ ਅਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਅੱਜ ਤੱਕ ਵੀ ਉਹਨੂੰ ਉਹਦਾ ਪੂਰੀ ਤਰ੍ਹਾਂ ਨਾਲ ਜਿਹੜਾ ਉਹਦਾ ਮਾਣ ਸਨਮਾਨ ਕਾਇਮ ਰੱਖਿਆ ਹੋਇਆ ਆ। ਉਹ ਜਿਹੜੀ ਹੈਗੀ ਆ ਰਾਸ਼ਟਰਵਾਦੀ ਜਾਂ ਫਿਰ ਕਹਿ ਲਓ ਮਨੂਵਾਦੀ ਸੋਚ ਦੇ ਜਿਹੜੇ ਹੈਗੇ ਆ ਆਪਣੇ ਰਾਜਨੀਤਿਕ ਲੀਡਰ,
ਉਹਦਾ ਵੱਡਾ ਫਾਇਦਾ ਸੌਰੀ ਜਿਹੜਾ। ਜੇ ਇੱਕ ਮਿੰਟ ਭਾਜੀ, ਜੇ ਮੈਂ ਗਲਤ ਨਹੀਂ ਤਾਂ ਨਰਿੰਜਨ ਗਗੋਈ ਸੀਗਾ। ਹਾਂਜੀ ਹਾਂਜੀ ਹਾਂਜੀ, ਸਹੀ ਆ, ਨਿਰੰਜਨ ਗੋਗੋਈ। ਉਹੀ ਆਪਾਂ ਨਾਮ ਕਈ ਵਾਰੀ ਗਲਤ ਹੋ ਬਾਅਦ ਜਾਂਦਾ। ਵਿੱਚ ਰਾਜ ਸਭਾ ਮੈਂਬਰ ਉਹਨੂੰ ਬਣਾ ਦਿੱਤਾ ਗਿਆ ਸੀ ਨਾ ਜੀ। ਜੀ 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 ਜੀ, ਬਿਲਕੁਲ ਉਹੀ। ਉਸ ਫੈਸਲੇ ਦੇ ਲਗਭਗ ਬਾਅਦ ਵਿੱਚ ਹੀ ਉਹਦੀ ਰਿਟਾਇਰਮੈਂਟ ਹੋ ਜਾਂਦੀ ਹੈ ਤੇ ਨਾਲ ਹੀ ਉਹ ਰਾਜ ਸਭਾ ਮੈਂਬਰ ਬਣ ਜਾਂਦਾ। ਬਿਲਕੁਲ ਜੀ ਬਿਲਕੁਲ। ਤੇ ਇਹੀ ਸੀਗਾ। ਤੇ ਮੈਂ ਉਹੀ ਕਹਿੰਦਾ ਜਿੱਥੇ ਦੇਖੋ, ਮੈਂ ਉਹ ਗੱਲ ਅਮਰ ਭਾਜੀ ਉੱਥੋਂ ਸ਼ੁਰੂ ਕਰਨ ਲੱਗਾ ਸੀਗਾ, ਜਿੱਥੇ ਇੱਕ ਬਾਬਰੀ ਮਸਜਿਦ ਸੀਗੀ 1952 ਆਪਣੇ ਸੌਰੀ 1992 ਤੱਕ, ਬਾਬਰੀ ਮਸਜਿਦ 1992 ਢਾਹ ਦਿੱਤੀ ਜਾਂਦੀ ਆ। ਉਦੋਂ ਪਹਿਲਾਂ ਜਿਹੜੀ ਸੀਗੀ ਉਹ ਜਿਹੜਾ ਥਾਂ ਸੀਗਾ, ਉਹ ਸੀਗਾ ਮੁਸਲਮਾਨਾਂ ਦੇ ਅੰਡਰ, ਇਸਲਾਮ ਦੇ ਅੰਡਰ। ਉੱਥੇ ਅੱਲਾਹੂ ਅਕਬਰ ਹੁੰਦਾ ਸੀ, ਉੱਥੇ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਸੀਗੀਆਂ। ਔਰ ਉਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਆ, ਉਦੋਂ ਬਾਅਦ ਵਿੱਚ ਕੀ ਕਰਦੇ ਹੈਗੇ ਆ, ਉਹੀ ਉਸ ਮਸਜਿਦ ਨੂੰ ਢਾਹ ਕੇ ਉੱਥੇ ਕੀ ਬਣਾ ਦਿੱਤਾ ਜਾਂਦਾ ਆ, ਉੱਥੇ ਰਾਮ ਮੰਦਿਰ ਬਣਾ ਦਿੱਤਾ ਜਾਂਦਾ ਆ। ਉਸ ਤੋਂ ਉਹ ਅੱਜ ਦੇ ਸਮੇਂ ਉੱਥੇ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈਗਾ। ਜਿਹੜੇ ਲੋਕ ਇਹ ਦਾਅਵਾ ਕਰ ਸਕਦੇ ਹੈਗੇ ਆ ਵੀ ਜਿੱਥੇ ਮੁਸਲਮਾਨਾਂ ਦੀ ਜਿਹੜੀ ਬਾਬਰੀ ਮਸਜਿਦ ਵਾ, ਉਹ ਉੱਥੇ ਸਾਡਾ ਰਾਮ ਮੰਦਿਰ ਆ, ਤੇ ਉਹਨੂੰ ਸਾਡੇ ਲੋਕਾਂ ਨੇ, ਜਿਹੜੇ ਬਹੁਤ ਗਿਣਤੀ ਦੇ ਲੋਕ ਆ, ਉਹਨਾਂ ਨੇ ਐਕਸੈਪਟ ਕਰ ਲਿਆ ਹੈਗਾ ਆ। ਇਹਦਾ ਮਤਲਬ ਆ ਵੀ ਜਿਹੜੇ ਦੀਵਾਲੀ, ਜਿਹੜੀ ਹੋਲੀ ਦੀ ਆਪਾਂ ਗੱਲ ਕਰਦੇ ਆ, ਉਹ ਤਾਂ ਸਾਡੀ ਸੋਚ ਤੋਂ ਵੀ ਪਹਿਲਾਂ ਦੀ ਗੱਲਾਂ ਆ। ਮੌਸਮੀ ਤਿਉਹਾਰ ਉਹਨਾਂ ਨੂੰ ਇਸ ਲਈ ਕਹਿ ਰਹੇ ਆ, ਉੱਤੇ ਵੀ ਆਪਾਂ ਗੱਲ ਕਰਾਂਗੇ। ਉੱਤੇ ਕਿਉਂ ਨਹੀਂ ਉਹ ਕਬਜ਼ਾ ਕਰ ਸਕਦੇ? ਅਸੀਂ ਇਸ ਚੀਜ਼ ਲਈ ਕਿਉਂ ਨਹੀਂ ਲੜੇ ਵੀ ਉਹ ਕਬਜ਼ਾ ਕੀਤਾ ਹੋਇਆ ਕਹਾਣੀਆਂ ਨੂੰ ਅਸੀਂ ਨਹੀਂ ਮੰਨਦੇ? ਜਦ ਰਾਮ ਨਹੀਂ ਹੋਇਆ, ਫਿਰ ਦੀਵਾਲੀ ਦਾ ਰਾਮ ਨਾਲ ਕੀ ਤਾਲੁਕ ਆ? ਹਨਾ, ਜਦ ਹੋਲਿਕਾ ਨਾਂ ਦੀ ਕੋਈ ਨਹੀਂ ਹੋਈ, ਜਦ ਹੋਲਿਕਾ ਨਾਂ ਦੀ ਕੋਈ ਨਹੀਂ ਔਰਤ ਹੋਈ, ਫਿਰ ਹੋਲੀ ਨਾਲ ਉਹਨਾਂ ਦਾ ਕੀ ਤਾਲੁਕ ਆ? ਹਨਾ। ਤੇ ਇਹ ਸਾਰੀਆਂ ਗੱਲਾਂ ਸੀਗੀਆਂ, ਇਹ ਤੇ ਆਪਾਂ ਵਿਚਾਰ ਅਮਰ ਭਾਜੀ ਕਰਾਂਗੇ। ਪਰ ਮੈਂ ਪਹਿਲਾਂ ਚਾਹੁੰਦਾ ਹੈਗਾ ਵੀ ਆਪਣੇ ਰੱਖੜੀ ਤੋਂ ਸ਼ੁਰੂਆਤ ਕਰਦੇ ਆ। ਜਿਹੜੀ ਆਪਣੇ ਇੱਕ ਪੈਰਤਾਂ ਪੈ ਰਹੀਆਂ ਹੈਗੀਆਂ ਆ, ਉਹ ਜਿਹੜੀਆਂ ਪੈਰਤਾਂ ਇੱਕ ਵੀਡੀਓ ਦੇ ਵਿੱਚ ਆਪਣਾ ਪਿੱਛੇ ਜਿਹਾ ਦੇਖਿਆ ਹੈਗਾ ਵੀ ਰੱਖੜੀ, ਕੋਈ ਵੀ ਭੈਣ ਜਿਹੜੀ ਹੈਗੀ ਆ, ਉਹ ਆਪਣੇ ਭਰਾ ਦੇ, ਰੱਖੜੀ ਦਾ ਮਤਲਬ ਵੀ, ਜਾਂ ਰਕਸ਼ਾ ਬੰਧਨ ਪੰਜਾਬੀ 'ਚ ਰੱਖੜੀ ਦਾ ਮਤਲਬ ਰੱਖਿਆ ਕਰਨਾ, ਤੇ ਰਕਸ਼ਾ ਬੰਧਨ ਦਾ ਮਤਲਬ ਵੀ ਰਕਸ਼ਾ ਕਰਾਉਣਾ। ਹੁਣ ਭੈਣ ਨੂੰ ਕਿਉਂ ਆਪਣੇ ਭਰਾ ਤੋਂ ਇਹ ਜਿਹੜਾ ਹੈਗਾ ਆ ਅਹਿਸਾਸ ਉਹਨੂੰ ਦਵਾਇਆ ਜਾ ਰਿਹਾ ਹੈਗਾ ਵੀ ਮੈਂ ਤੇਰੀ ਭੈਣ ਵਾਂ, ਤੇਰੇ ਹੱਥ ਤੇ ਰੱਖੜੀ ਬੰਨ੍ਹ ਕੇ ਤੈਨੂੰ ਇਹ ਅਹਿਸਾਸ ਕਰਵਾ ਰਹੀ ਹੈ ਕਿ ਤੂੰ ਮੇਰੀ ਰੱਖਿਆ ਕਰਨੀ ਆ? ਕਿਉਂ? ਜਿੱਦਾਂ ਆਪਣੇ ਸਾਡੇ ਵੀਰ ਨੇ ਕਮੈਂਟ ਵੀ ਕੀਤਾ, ਅੱਜ ਜਿਹੜੀ ਹੈਗੀ ਆ ਜਿਹੜੀਆਂ ਔਰਤਾਂ ਹੈਗੀਆਂ ਆ, ਉਹ ਪਾਇਲਟ ਬਣੀਆਂ ਹੋਈਆਂ ਹੈਗੀਆਂ ਆ, ਉੱਚੇ ਅਹੁਦਿਆਂ ਤੇ ਬੈਠੀਆਂ ਹੈਗੀਆਂ ਆ। ਔਰ ਸਾਡੇ ਭਾਰਤ ਦੀ ਜਿਹੜੀ ਰਾਸ਼ਟਰਪਤੀ ਆ, ਉਹ ਇੱਕ ਔਰਤ ਹੈਗੀ ਆ। ਸਭ ਤੋਂ ਵੱਡੀ ਗੱਲ ਜਿਹੜੀ ਆ, ਸਾਡੇ ਭਾਰਤ ਦੀ ਜਿਹੜੀ ਇੱਕ ਔਰਤ ਹੈਗੀ ਆ, ਉਹ ਰਾਸ਼ਟਰਪਤੀ ਹੈਗੀ ਆ। ਹੁਣ ਉਹ ਕਿਸੇ ਦੇ ਰੱਖੜੀ ਬੰਨੇ ਤੇ ਇੱਕ ਮਜ਼ਾਕ ਨਹੀਂ ਲੱਗੂਗਾ? ਜਿਹਨੇ ਰਾਸ਼ਟਰ ਦੀ ਰੱਖਿਆ ਕਰਨੀ ਆ, ਪੂਰੇ ਭਾਰਤ ਦੀ ਰੱਖਿਆ ਲਈ ਜਿਹਨੇ ਫੈਸਲੇ ਲੈਣੇ ਆ, ਉਹ ਆਪਣੀ ਰੱਖਿਆ ਦੀ ਕਿਸੇ ਤੋਂ ਉਮੀਦ ਕਰੂਗੀ? ਇੱਕ ਭੈਣ ਆਪਣੇ ਭਰਾ ਦੇ ਰੱਖੜੀ ਬੰਨ੍ਹ ਰਹੀ ਆ, ਭਰਾ ਉਹਦਾ ਨਸ਼ੇੜੀ ਆ, ਉਹ ਨਸ਼ੇ ਕਰ ਰਿਹਾ ਹੈਗਾ ਆ, ਔਰ ਭੈਣ ਦਾ ਖਰਚਾ, ਉਹ ਆਪਣੇ ਪੂਰੇ ਪਰਿਵਾਰ ਦਾ ਖਰਚਾ ਭੈਣ ਚੱਕ ਰਹੀ ਹੈਗੀ ਆ, ਤੇ ਉਹ ਨੌਕਰੀ ਕਰਕੇ ਆਪਣੇ ਭਰਾ ਦਾ ਇਲਾਜ ਵੀ ਕਰਵਾ ਰਹੀ ਆ, ਉਹ ਵੀ ਨਸ਼ਿਆਂ ਤੋਂ ਹਟ ਜਾਵੇ, ਤੇ ਆਪਣੇ ਮਾਂ-ਬਾਪ ਦਾ ਵੀ ਖਰਚਾ ਚੱਕ ਰਹੀ ਹੈਗੀ ਆ। ਉਹ ਫੇਰ ਵੀ ਰੱਖੜੀ ਵਾਲੇ ਦਿਨ ਆਪਣੇ ਭਰਾ ਦੇ ਰੱਖੜੀ ਮੈਂ ਕਹਿੰਦਾ ਕੇਸ ਮੂੰਹ ਨਾਲ ਬੰਨ ਰਹੀ ਹੈਗੀ ਆ। ਇਹ ਵਿੱਚੋਂ ਜਿਹੜੀ ਗੱਲ ਜਿਹੜੀ ਨੋਟ ਕਰਨ ਵਾਲੀ ਆ, ਜੇ ਉਹਨੂੰ ਪਤਾ ਵੀ ਰੱਖੜੀ ਦਾ ਮਤਲਬ ਹੀ ਰੱਖਿਆ, ਆਪਣੇ ਭਰਾ ਤੋਂ ਕਿਹੜੇ ਹਿਸਾਬ ਨਾਲ ਰੱਖਿਆ, ਤਾਂ ਉਹਨੂੰ ਆਪਣੇ ਭਰਾ ਤੋਂ ਬਚਣ ਦੀ ਲੋੜ ਆ। ਕਿਉਂਕਿ ਨਸ਼ੇੜੀਆਂ ਨੇ ਆਪਣੇ ਮਾਂ ਮਾਰਤੀ, ਆਪਣਾ ਪੇ ਮਾਰਤਾ, ਆਪਣੀ ਭੈਣ ਮਾਰਤੀ, ਆਪਣਾ ਘਰ ਤੋਂ ਬਾਹਰ ਕਰਤਾ। ਬਚਣ ਦੀ ਤਾਂ ਲੋੜ ਭਰਾ ਤੋਂ ਆ। ਉਹਦੇ ਰੱਖੜੀ ਬੰਨ ਕੇ ਉਹ ਤੋਂ ਰੱਖਿਆ ਦੀ ਉਮੀਦ ਕਰ ਰਹੀ ਆ ਉਹ ਭੈਣ। ਫੇਰ ਮੈਂ ਜੇ ਗੱਲ ਕਰਾਂ ਤੇ ਅਮਰ ਭਾਈ, ਗੱਲ ਹੈਗੀ ਆ ਵੀ ਉਹ ਭਾਰਤ ਦੇਖੋ, ਆਪਾਂ ਕਾਫੀ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਿ ਭਾਰਤ ਦੇ ਵਿੱਚ ਰੱਖੜੀ ਦਾ ਤਿਉਹਾਰ ਵਾ, ਭੈਣ ਭਰਾ ਦਾ ਕਹਿੰਦੇ ਪਵਿੱਤਰ ਰਿਸ਼ਤਾ ਆ, ਭੈਣਾਂ ਰੱਖੜੀ ਬੰਨਣ ਆਉਂਦੀਆਂ ਆਪਣੇ ਭਰਾਵਾਂ ਦੇ। ਪਰ ਗੱਲ ਇਹ ਆ, ਇੱਕ ਭਾਰਤ ਇਹੋ ਜਿਹਾ ਦੇਸ਼ ਵਾ ਜਿੱਥੇ ਭਾਈ ਅੱਜ ਦੀ ਇੱਕ ਕੱਲ ਦੀ ਘਟਨਾ ਹੈਗੀ ਆ, ਮੈਨੂੰ ਲੱਗਦਾ, ਜਿੱਥੇ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਆ। ਇਹ ਆਪਾਂ ਅਕਸਰ ਦੇਖਿਆ। ਜਿਹੜੀ ਮੈਂ ਹੁਣ ਘਟਨਾ ਦੀ ਗੱਲ ਕਰ ਰਿਹਾ ਸੀ, 85 ਸਾਲ ਦੀ ਝੁੱਗੀ ਵਿੱਚ, ਦਿੱਲੀ ਦੀ ਝੁੱਗੀ ਵਿੱਚ ਸੌਂ ਰਹੀ ਇੱਕ ਬਜ਼ੁਰਗ ਮਾਤਾ ਦੇ ਨਾਲ ਰੇਪ ਕੀਤਾ ਜਾਂਦਾ। ਉਸ ਤੋਂ ਬਾਅਦ ਵਿੱਚ ਉਹਦੇ ਬੁੱਲ ਕੱਟ ਦਿੱਤੇ ਜਾਂਦੇ। ਇਹ ਅੱਜ ਦੀ ਮੈਂ ਨਿਊਜ਼ਪੇਪਰ ਸੁਣਿਆ, ਹੁਣ ਕੱਲ ਦੀ ਘਟਨਾ ਆ ਜਾਂ ਅੱਜ ਦੀ ਆ ਇਹ ਨਹੀਂ ਪਤਾ। ਪਰ ਜਿੱਥੇ ਬੱਚੀਆਂ ਦੇ ਨਾਲ, 6 ਸਾਲ ਦੀਆਂ ਬੱਚੀਆਂ ਦੇ ਨਾਲ, 3 ਸਾਲ ਦੀਆਂ ਬੱਚੀਆਂ ਨਾਲ ਜਿੱਥੇ ਬਲਾਤਕਾਰ ਕੀਤੇ ਜਾਂਦੇ ਆ, ਉੱਥੇ ਰੱਖੜੀ ਦੇ ਮਾਇਨੇ ਕੀ ਰਹਿ ਜਾਂਦੇ ਆ? ਕਿ ਰੱਖੜੀ ਦਾ ਮਤਲਬ ਇਹੀ ਆ ਕਿ ਮੈਂ ਆਪਣੀ ਭੈਣ ਦੀ ਰੱਖਿਆ ਕਰਨੀ ਆ, ਬਾਕੀਆਂ ਦੀਆਂ ਭੈਣਾਂ ਦੀ? ਕਦੀ ਭੈਣ ਨੇ ਕਿਹਾ ਹੈਗਾ ਵੀ ਨਹੀਂ, ਤੂੰ ਮੇਰੀ ਰੱਖਿਆ ਨਹੀਂ, ਮੈਂ ਤੇਰੀ ਰੱਖੜੀ ਬੰਨ ਰਹੀ ਹੈਗੀ, ਤੂੰ ਦੂਜਿਆਂ ਦੀਆਂ ਭੈਣਾਂ ਦੀ ਰੱਖਿਆ ਕਰਨੀ ਹੈਗੀ ਆ? ਯਾਨੀ ਕਿ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਜਿੱਥੇ ਇੰਨਾ ਕਹਿੰਦੇ ਵੀ ਪਵਿੱਤਰ ਰਿਸ਼ਤਾ, ਪਵਿੱਤਰ ਤਿਉਹਾਰ ਵਾ, ਉੱਥੇ ਰੇਪ ਦਰ ਜਿਹੜੀ ਹੈਗੀ ਆ ਸਭ ਤੋਂ ਵੱਧ ਕਿਉਂ ਹੈਗੀ ਆ? ਉੱਥੇ ਔਰਤਾਂ ਸਭ ਤੋਂ ਵੱਧ ਗਾਇਬ ਕਿਉਂ ਹੋ ਰਹੀਆਂ ਹੈਗੀਆਂ ਆ?
ਉੱਥੇ ਮਹਿਨੇ ਕੀ ਰਹਿ ਜਾਂਦੇ ਆ। ਇੱਕ ਭੈਣ ਨੂੰ ਦੱਸਣਾ ਕਿਉਂ ਪੈ ਰਿਹਾ ਹੈਗਾ ਆਪਣੇ ਭਰਾ ਨੂੰ ਕਿ ਰੱਖੜੀ ਬੰਨ੍ਹ ਕੇ ਕਿ ਤੂੰ ਮੇਰੀ ਰੱਖਿਆ ਕਰਨੀ ਹੈਗੀ ਆ। ਔਰ ਰੱਖਿਆ ਕਰਨ ਦੇ ਲਈ ਸਭ ਤੋਂ ਵੱਧ ਜਿਹੜੀ ਹੈਗੀ ਆ, ਮੈਂ ਜਿੱਦਾਂ ਗੱਲ ਕਰਾਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਆਪਾਂ ਜੇ ਦੇਖੀਏ, ਜਿਹੜੀਆਂ ਲੜਕੀਆਂ ਹੈਗੀਆਂ ਉਹ ਆਈਲੈਟਸ ਕਰਕੇ ਮੁੰਡੇ ਨਿਕੰਮੇ ਆ, ਨਸ਼ੇੜੀ ਆ ਜਾਂ ਪੜ੍ਹਾਈ 'ਚ ਜ਼ੀਰੋ ਆ। ਪਰ ਜਿਹੜੀਆਂ ਸਭ ਤੋਂ ਵੱਧ ਜਿਹੜੀਆਂ ਲੜਕੀਆਂ ਹੀ ਆਈਲੈਟਸ ਕਰਕੇ ਉਹ ਆਪਣੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾ ਰਹੀਆਂ ਹੈਗੀਆਂ ਆ। ਉਸ ਤੋਂ ਬਾਅਦ ਵਿੱਚ ਕਿੰਨੇ ਆਪਾਂ ਕੇਸ ਦੇਖਦੇ ਹੈਗੇ ਵੀ ਉੱਥੇ ਜਾ ਕੇ ਮੁੱਕਰ ਜਾਂਦੀਆਂ ਹੈਗੀਆਂ, ਜਿਨ੍ਹਾਂ ਨੇ ਪੈਸੇ ਲਾ ਕੇ ਭੇਜਿਆ ਹੁੰਦਾ ਆ, ਕਿਉਂਕਿ ਮੁੰਡੇ 'ਚ ਇੰਨੀ ਯੋਗਤਾ ਨਹੀਂ ਹੁੰਦੀ। ਉਹ ਜਿਹੜੀ ਕੈਨੇਡਾ ਵਾਲੀ ਆਈਲੈਟਸ ਵਾਲੀ ਕੁੜੀ ਲੱਭਦੇ ਹੈਗੇ ਆ। ਉਹ ਰੱਖਿਆ ਤਾਂ ਉਹ ਕੁੜੀ ਦੋ ਪਰਿਵਾਰਾਂ ਦੀ ਕਰ ਰਹੀ ਹੈਗੀ ਆ। ਉਹ ਇੱਕ ਉਸ ਪਰਿਵਾਰ ਨੂੰ ਦੇਖ ਰਹੀ ਹੈਗੀ ਆ ਜਿਨ੍ਹਾਂ ਨੇ ਉਹਨੂੰ ਪਾਲਿਆ, ਆਪਣੇ ਮਾਂ-ਬਾਪ ਭੈਣ ਨੂੰ ਵੀ ਉੱਥੇ ਕੈਨੇਡਾ ਸੈੱਟ ਕਰਾਉਣ ਬਾਰੇ ਸੋਚ ਰਹੀ ਹੈਗੀ ਆ। ਔਰ ਇੱਕ ਉਹ ਪਰਿਵਾਰ ਜਿਹਨੇ ਪੈਸੇ ਲਾ ਕੇ ਇੱਕ ਉਸ ਲੜਕੀ ਤੇ ਉਹ ਤੋਂ ਗਰੀਬ ਘਰ ਦੀ ਸੀ ਤੇ ਉਹ ਜਿਹੜੀ ਉਹਨੂੰ ਕੈਨੇਡਾ ਭੇਜਿਆ। ਬਾਅਦ ਵਿੱਚ ਜਿਹੜੀ ਚੰਗੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਡੀਲ ਨਹੀਂ ਹੋਈ ਹੈਗੀ, ਉਹ ਕੁੜੀ ਉਸ ਪਰਿਵਾਰ ਦੀ ਵੀ ਉੱਥੇ ਰੱਖਿਆ ਕਰ ਰਹੀ ਹੈਗੀ ਆ, ਉਹਨਾਂ ਨੂੰ ਸੈੱਟ ਕਰ ਰਹੀ ਹੈਗੀ ਆ। ਤੇ ਮੈਨੂੰ ਲੱਗਦਾ ਵੀ ਇਸ ਹਿਸਾਬ ਦੇ ਨਾਲ ਤਾਂ ਰੱਖੜੀ ਜਿਹੜੀ ਹੈਗੀ ਅੱਜ ਦੇ ਸਮੇਂ ਦੇ ਵਿੱਚ ਮੁੰਡਿਆਂ ਨੂੰ ਕੁੜੀ ਦੇ ਬੰਨਣੇ ਚਾਹੀਦੀ ਆ, ਜੇ ਇਹੀ ਸੋਚ ਲੈ ਕੇ ਚੱਲਣੀ ਆ। ਪਰ ਮੈਂ ਇਸ ਚੀਜ਼ ਦੇ ਮੈਂ ਕਹਿੰਦਾ ਬਿਲਕੁਲ ਉਲਟਾ, ਰੱਖੜੀ ਬੰਨ੍ਹ ਕੇ ਤੁਸੀਂ ਕਿਸੇ ਨੂੰ ਵੀ ਇਹ ਨਹੀਂ ਦੱਸ ਸਕਦੇ, ਕੋਈ ਪਵਿੱਤਰ ਰਿਸ਼ਤਾ ਇਦਾਂ ਨਹੀਂ ਬਣਾ ਸਕਦੇ, ਕਿਸੇ ਧਾਗਿਆਂ ਦੇ ਮੁਹਤਾਜ ਨਹੀਂ ਹੈਗੇ। ਸਿਰਫ ਭਾਰਤ ਵਿੱਚ ਹੀ ਜੇ ਰੇਪਦਾਰ ਜਾਂ ਤਾਂ ਰੇਪਦਾਰ ਨਾ ਹੁੰਦੀ, ਫਿਰ ਉੱਥੇ ਰੇਪ ਨਾ ਹੁੰਦੇ, ਉੱਥੇ ਬੱਚੀਆਂ ਦੇ ਰੇਪ ਨਾ ਹੁੰਦੇ, ਉੱਥੇ ਬਜ਼ੁਰਗ ਔਰਤ ਜਿੱਦਾਂ 85 ਸਾਲ ਦੀ ਬਜ਼ੁਰਗ ਔਰਤ ਦਾ ਰੇਪ ਹੋ ਗਿਆ। ਔਰ ਉੱਥੇ ਔਰਤ ਦਾ ਮਾਣ ਸਨਮਾਨ ਹੁੰਦਾ। ਔਰ ਸਭ ਤੋਂ ਵੱਧ ਜਿਹੜੀ ਪੈਰ ਦੀ ਜੁੱਤੀ ਭਾਰਤ ਦੇ ਵਿੱਚ ਔਰਤ ਨੂੰ ਅੱਜ ਵੀ ਜਿਹੜੇ ਲੋਕ ਸਮਝਦੇ ਹੈਗੇ ਆ, ਔਰਤ ਨੂੰ ਅੱਜ ਵੀ ਭਾਰਤੀ ਸੰਵਿਧਾਨ ਅਧਿਕਾਰ ਦਿੰਦਾ ਰਾਸ਼ਟਰਪਤੀ ਬਣਨ ਦਾ, ਔਰ ਬਣੀ ਹੋਈ ਆ। ਤੇ ਪਰ ਜਿਹੜੇ ਲੋਕ ਆ ਉਹਨਾਂ ਦੀ ਸੋਚ ਉੱਠ ਗਈ ਹੈ ਇੰਨੀ ਉੱਪਰ। ਜੇਕਰ ਆਹ ਨਾ ਆਉਂਦੇ ਦਿਨ ਜਿਹੜੇ ਹੈਗੇ ਆ, ਆਈਲੈਟਸ ਵਾਲਾ ਨਾ ਆਉਂਦਾ ਹੈਗਾ, ਤੇ ਔਰ ਜਿਹੜੀ ਇੱਕ ਕੁੜੀ ਨੂੰ, ਆਪਣੀ ਲੜਕੀ ਨੂੰ ਕੈਨੇਡਾ ਤੱਕ ਪੜ੍ਹਨ ਭੇਜ ਦੇਣਾ ਸਕਾ ਇਹਨਾਂ ਨੇ, ਜੇ ਦੂਜੇ ਪਰਿਵਾਰ ਨਾ ਸੈੱਟ ਹੁੰਦੇ। ਲਾਲਚ ਦੇ ਬਸ ਪੈ ਕੇ ਸਾਰਾ ਕੁਝ ਕਰ ਰਹੇ ਹੈਗੇ ਆ। ਤੇ ਇਸ ਲਈ ਜਿਹੜਾ ਇੱਕ ਟ੍ਰੈਂਡ ਅਮਰ ਭਾਜੀ ਹੋਰ ਚੱਲਿਆ ਹੈਗਾ ਆ, ਉਹਦੀ ਆਪਾਂ ਵੀਡੀਓ ਚਲਾ ਕੇ ਗੱਲ ਕਰਦੇ ਆ ਕਿ ਲੋਕਾਂ ਨੇ ਹੱਦ ਕਰ ਦਿੱਤੀ ਕਿ ਜਿੱਦਾਂ ਆ ਰਿਹਾ ਸੀ ਵੀ ਜਿਹੜੀ ਔਰਤ ਨੂੰ ਰੱਖੜੀ ਨਹੀਂ ਬੰਨਣੀ ਚਾਹੀਦੀ, ਔਰਤ ਨੂੰ ਰੱਖੜੀਆਂ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਰੱਖੜੀ ਬਣਾਏ ਤੋਂ ਬਿਨਾਂ ਹੀ ਬਾਬਾ ਸਾਹਿਬ ਨੇ ਜਿਹੜਾ ਹੈਗਾ ਆ ਔਰਤਾਂ ਨੂੰ ਹਿੰਦੂ ਕੋਡ ਬਿੱਲ ਰਾਹੀਂ ਬਹੁਤ ਸਾਰੇ ਅਧਿਕਾਰ ਲੈ ਦਿੱਤੇ। ਤੇ ਅਮਰ ਭਾਜੀ ਇਹ ਕਾਲ ਆ ਰਹੀ ਆ ਬੇਦੀ ਮੀਰਪੁਰੀ ਭਾਜੀ ਉਹਨਾਂ ਦੀ, ਉਹਨਾਂ ਨੂੰ ਆਪਾਂ ਲਾਈਨ ਤੇ ਲੈ ਲਈਏ, ਬਾਅਦ ਚੋਂ ਆਪਾਂ ਗੱਲ ਕਰਦੇ ਹਾਂ ਜੀ। ਓਕੇ ਸਰ। ਹਾਂਜੀ ਭਾਜੀ, ਜੈ ਭੀਮ ਜੀ। ਹਾਂਜੀ ਭਾਈ, ਜੈ ਭੀਮ, ਜੈ ਭਾਰਤ ਜੀ। ਜੈ ਭੀਮ ਜੀ, ਜੈ ਭੀਮ ਜੀ। ਹੋਰ ਸੁਣਾਓ ਭਾਜੀ, ਸਭ ਠੀਕ ਠਾਕ ਜੀ? ਵਧੀਆ, ਚੜ੍ਹਦੀ ਕਲਾ। ਲਾਈਵ ਪ੍ਰੋਗਰਾਮ ਚੱਲ ਰਿਹਾ ਨਾ? ਹਾਂਜੀ ਭਾਈ ਲਾਈਵ ਆ। ਤੇ ਆਪਣਾ ਵਿਸ਼ਾ ਜਿਹੜਾ ਹੈਗਾ ਤਿਉਹਾਰ, ਵਪਾਰ ਤੇ ਅੰਧ ਵਿਸ਼ਵਾਸ, ਤੇ ਰੱਖੜੀਆਂ ਤੇ ਗੱਲ ਕਰਦੇ ਸੀਗੇ। ਹਾਂਜੀ, ਰੱਖੋ ਆਪਣੀ ਗੱਲ ਭਾਜੀ। ਹਾਂਜੀ, ਮੈਂ 2-4 ਮਿੰਟ ਆਪਣੀ ਗੱਲ ਕਰੂੰਗਾ ਜੀ ਭਾਜੀ। ਅਸਲ ਵਿੱਚ ਤਾਂ ਜਿਹੜੇ ਭਾਰਤੀ ਤਿਉਹਾਰ ਆ ਜੀ, ਉਹ ਕਿਤੇ ਨਾ ਕਿਤੇ ਆਪਾਂ ਜਦੋਂ ਉਹਨਾਂ ਦੀ ਗਹਿਰਾਈ 'ਚ ਜਾਂਦੇ ਆ ਨਾ ਜੀ, ਉਹ ਹਰ ਜਿਹੜਾ ਤਿਉਹਾਰ ਆ ਨਾ ਉਹ ਮਰਦ ਦੀ ਸੁਪਰਵਿਜ਼ਨ ਸਥਾਪਿਤ ਕਰਦਾ ਹੈ ਜੀ, ਔਰ ਔਰਤ ਨੂੰ ਦੂਜੇ ਛੱਡੋ ਤੀਜੇ ਚੌਥੇ ਦਰਜੇ ਦੀ ਜਿਹੜੀ ਨਾਗਰਿਕ ਸਿੱਧ ਕਰਦਾ ਆ ਜੀ। ਜਿੱਦਾਂ ਹੁਣ ਰੱਖੜੀਆਂ ਦਾ ਤਿਉਹਾਰ ਲੰਘ ਕੇ ਗਿਆ ਨਾ, ਹਾਂਜੀ, ਉਹਦੇ ਵਿੱਚ ਜਦੋਂ ਬੱਚੀ 3-4 ਸਾਲ ਦੀ ਹੁੰਦੀ ਹੈ ਨਾ ਜੀ, ਤਾਂ ਉਹਨੂੰ ਭਾਵੇਂ ਉਹਦਾ ਭਰਾ ਉਹ ਤੋਂ 2 ਸਾਲ ਛੋਟਾ ਹੀ ਹੋਵੇ ਜੀ, ਉਹਨੂੰ ਇਹ ਕਿਹਾ ਜਾਂਦਾ ਕਿ ਬੇਟਾ ਤੂੰ ਜਿਹੜੀ ਆ ਅਬਲਾ ਨਾਰੀ ਆ ਜੀ, ਤੇ ਜਿਹੜਾ ਇਹ ਤੇਰਾ ਭਰਾ ਆ ਇਹ ਔਖੇ ਸੌਖੇ ਸਮੇਂ ਤੇਰੀ ਹੈਲਪ ਕਰੂਗਾ, ਮਦਦ ਕਰੂਗਾ, ਜੀ, ਤੇਰੀ ਰੱਖਿਆ ਕਰੂਗਾ। ਜੀ, 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 ਤੇਰੀ ਜ਼ਿੰਮੇਵਾਰੀ ਇਹ ਵੀ ਹੈ ਵੀ ਇਹਦੀ ਰੱਖੜੀ ਬੰਨ੍ਹ ਨਾ ਜੀ, ਇਹ ਤੇਰੀ ਰੱਖਿਆ ਕਰੂਗਾ। ਰੱਖਿਆ ਦੇ ਸੰਕਲਪ ਨੂੰ ਦੁਹਰਾਉਂਦੀ ਆ। ਪਹਿਲਾ ਤਿਉਹਾਰ। ਦੂਜਾ ਤਿਉਹਾਰ ਹੈਗਾ ਲੋਹੜੀ ਦਾ। ਜੀ, ਲੋਹੜੀ ਦੇ ਉੱਪਰ ਵੀ ਜਿਹੜੀ ਆ ਉਹ ਕੁੜੀਆਂ ਦੀ ਲੋਹੜੀ ਹੁਣ ਜਦੋਂ ਚੱਲ ਪਈ ਹੈ ਰੀਤ, ਵਧੀਆ ਗੱਲ ਹੈ, ਚੰਗੇ ਕੰਮਾਂ ਨੂੰ ਐਪਰੀਸ਼ੀਏਸ਼ਨ ਕਰਨਾ ਚਾਹੀਦਾ। ਜੀ, ਪਰ ਅਸਲ ਵਿੱਚ ਮੁੰਡਿਆਂ ਦੀ ਲੋਹੜੀ ਹੀ ਪਾਈ ਜਾਂਦੀ ਸੀਗੀ। ਜੀ, ਵੱਡੇ ਪ੍ਰੋਗਰਾਮ ਤਿਉਹਾਰਾਂ ਤੇ ਕੀਤੇ ਜਾਂਦੇ ਸੀਗੇ ਤੇ ਕੁੜੀ ਨੂੰ ਉੱਥੇ ਵੀ ਦੱਸਿਆ ਜਾਂਦਾ ਸੀਗਾ ਕਿ ਮੁੰਡਾ VIP ਆ ਤੇ ਚੱਲ ਤੂੰ ਹੁਣ ਪੈਦਾ ਹੋ ਗਈ ਹੈ, ਕੋਈ ਗੱਲ ਨਹੀਂ, ਤੂੰ ਕੋਈ ਗੱਲ ਨਹੀਂ, ਹੈ ਨਾ। ਹਾਂਜੀ। ਫਿਰ ਵਰਤਾਂ ਦੀ ਵੀ ਗੱਲ ਲੈ ਲਈਏ ਆਪਾਂ, ਜਿੰਨੇ ਵੀ ਵਰਤ ਰੱਖੇ ਜਾਂਦੇ ਆ ਮੈਕਸੀਮਮ ਔਰਤ ਵੱਲੋਂ ਹੀ ਰੱਖੇ ਜਾਂਦੇ ਆ। ਬਿਲਕੁਲ। ਇੱਕ ਵਰਤ ਹੈ ਨਾ ਮੋਰੇ 10ਵੇਂ ਮਹੀਨੇ ਚ ਵੀ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖੋ। ਹਾਂਜੀ ਭਾਜੀ, ਪਤਨੀਆਂ ਦੀ ਲੰਬੀ ਉਮਰ ਦੀ ਲੋੜ ਨਹੀਂ ਕਿ ਮਾਰਿਆ, ਤੁਸੀਂ ਦੱਸਿਓ।
ਬਿਲਕੁਲ ਲੋੜ ਹੈ ਜੀ। ਤੇ ਉਹਨਾਂ ਦੇ ਪਤੀ ਕਿਉਂ ਨਹੀਂ ਵਰਤ ਰੱਖਦਾ? ਹੂੰ ਗੱਲ ਇਹ ਹੈ ਭਈ ਜਿਹਦਾ ਪਤੀ ਸਵਰਗਵਾਸ ਹੋ ਗਿਆ, ਹੂੰ ਇੰਨੀ ਰੀਤ ਦੇ ਹਿਸਾਬ ਨਾਲ ਪਤਨੀ ਨੂੰ ਨਾਲ ਸਤੀ ਕਰ ਦਿੱਤਾ ਜਾਂਦਾ ਸੀਗਾ। ਉਹ ਕਹਿੰਦੀ ਸੀ ਮੈਂ ਸਤੀ ਨਾ ਹੋਵਾਂ, ਹਾਂਜੀ ਮੈਨੂੰ ਜੀਵਨ ਨੂੰ ਚਿਤਾ ਤੇ ਨਾ ਲਟਾਇਆ ਜਾਵੇ, ਇਹ ਜਿੰਦਾ ਰਵੇ। ਹਾਂਜੀ ਉਸ ਨੂੰ ਉੱਥੇ ਨਿਕਲੀ ਹੋਈ ਸੀ, ਉਹਦੇ ਵਿੱਚ ਵੀ ਔਰਤ ਨੂੰ ਜਿਹੜਾ ਉਹ ਦੂਜੇ ਤੀਜੇ ਦਰਜੇ ਦੇ ਨਾਗਰਿਕ ਹੀ ਸਿੱਧ ਕੀਤਾ ਜਾਂਦਾ ਸੀਗਾ। ਫਿਰ ਕਈ ਤਰ੍ਹਾਂ ਦੇ ਹੋਰ ਵਰਤੇ ਆ ਭਈ ਜਿਹੜੇ ਮੇਲ ਬੱਚੇ ਹੁੰਦੇ ਆ ਉਹਨਾਂ ਦੀ ਲੰਬੀ ਉਮਰ ਦੇ, ਉਹਨਾਂ ਦੀ ਚੰਗੀ ਸਿਹਤ ਲਈ ਜਿਹੜੀ ਉਹ ਵੀ ਮਾਂ ਵਰਤ ਰੱਖਦੀ ਆ। ਹਾਂਜੀ ਪਰ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਵੀ ਰੱਖਣਾ ਚਾਹੀਦਾ ਹੈ ਕਿ ਸਾਡੀ ਮਾਂ ਦੀ ਉਮਰ ਲੰਬੀ ਹੋਵੇ, ਪਤੀ ਨੂੰ ਵੀ ਰੱਖਣਾ ਚਾਹੀਦਾ ਹੈ ਕਿ ਮੇਰੀ ਪਤਨੀ ਦੀ ਉਮਰ ਲੰਬੀ ਹੋਵੇ। ਹਾਲਾਂਕਿ ਹੈ ਇਹ ਸਾਰੀਆਂ ਜਿਹੜੀਆਂ ਉਹ ਮਨੋਵਾਦ ਚੋਂ ਨਿਕਲੀਆਂ ਚੀਜ਼ਾਂ ਹੈ, ਪਰ ਜੇ ਕੰਪੇਅਰ ਕਰੀਏ ਆਪਾਂ ਜੀ ਉਹਦੇ ਅਕੋਰਡਿੰਗ ਜੀ ਜੀ ਤੇ ਜਿਹੜੀ ਰੱਖਿਆ ਦੀ ਗੱਲ ਹੈ ਨਾ ਭਾਜੀ, ਦੇਖੋ ਚਲੋ ਆਪਾਂ ਪਹਿਲਾਂ ਵੀ ਪਿਛਲੇ ਵੀ ਐਤਵਾਰ ਜਿਹੜਾ ਆਪਣਾ ਪ੍ਰੋਗਰਾਮ ਹੋਇਆ ਸੀ ਉਹ 'ਚ ਮੈਂ ਗੱਲ ਰੱਖੀ ਸੀਗੀ ਜੀ ਕਿ ਕੁੜੀਆਂ ਤਾਂ ਖੋਟਾ ਇਲੈਕਸ ਕਰਕੇ ਬਾਹਰ ਚਲੀਆਂ ਗਈਆਂ ਆਪਣੇ ਕਬਜ਼ੇ ਦੇ ਦਮ ਤੇ। ਹਾਂਜੀ ਹਾਂਜੀ ਬਿਲਕੁਲ। ਹੁਣ ਜਿਹੜੀ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਕਿਤੇ ਅਬਰੋਡ ਵਿੱਚ ਬੈਠੀ ਆ ਕੁੜੀ ਇਲੈਕਸ ਕਰਕੇ ਆਪਣੇ ਦਮ ਦੇ ਉੱਪਰ ਉੱਥੇ ਸਥਾਪਿਤ ਹੋ ਰਹੀ ਹੈ ਨਾ, ਜੀ ਤੇ ਇੱਧਰ ਮੇਰੇ ਵਰਗਾ ਬੈਠਾ ਉਹਦੀ ਕੀ ਰੱਖਿਆ ਕਰ ਲਊਗਾ ਜਿਹੜਾ ਖੁਦ ਉੱਤੇ ਡਿਪੈਂਡ ਆ। ਬਿਲਕੁਲ ਜੀ ਪਹਿਲੇ ਆਈਫੋਨ ਭੇਜ ਦੇ, ਬਿਲਕੁਲ। ਪਹਿਲੇ ਆ ਭੇਜ ਦੇ, ਪਹਿਲੇ ਉਹ ਭੇਜ ਦੇ, ਉਹ ਕੀ ਰੱਖਿਆ ਕਰੂਗਾ? ਭਾਈ ਆ ਹੁਣ ਬੇਦੀ ਭਾਈ ਆ ਦੋ ਹੀ ਗੱਲਾਂ ਕਰਕੇ ਹਟਿਆ। ਉਹ ਔਰਤ ਦਾ ਦੋ ਪਰਿਵਾਰਾਂ ਦੀ ਰੱਖਿਆ ਕਰ ਰਹੀ ਹੈ ਜਿਹੜੀ ਲੜਕੀ ਆ। ਇੱਕ ਉਹ ਜਿਹਨੇ ਉਹਨੂੰ ਪਾਲਿਆ, ਇੱਕ ਦੂਜਾ ਜਿਨ੍ਹਾਂ ਨੇ ਕਈ ਵਾਰ ਆਪਾਂ ਕਰਦੇ ਨਾ ਇੱਥੇ ਡੀਲ ਹੁੰਦੀ ਆ ਮੁੰਡੇ ਨਾਲ, ਮੁੰਡਾ ਨਕੰਮਾ ਹੁੰਦਾ ਆ, ਉਹ ਕੁੜੀ ਆਇਲਟ ਵਾਲੀ ਲੱਭ ਕੇ ਭੇਜ ਦਿੰਦੇ ਪੈਸੇ ਲਾ ਕੇ। ਉਹ ਦੋ ਪਰਿਵਾਰ ਡਿਪੈਂਡ ਹੋ ਜਾਂਦੇ ਉਸ ਕੁੜੀ ਤੇ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਨਾਲੇ ਇੱਕ ਗੱਲ ਹੋਰ ਵੀ ਹੈ ਨਾ, ਜੇ ਆਪਾਂ ਜਦੋਂ ਆ ਜਿਹੜਾ ਤਿਉਹਾਰ ਹੋਣ ਲਈ ਰੈਸਟੋਰੈਂਟ ਤੇ ਗਿਆ, ਮੈਂ ਇਹਦੇ ਉੱਪਰ ਉਹ ਕਵਿਤਾ ਵੀ ਪਾਈ ਸੀ ਕਿ ਧਾਗੇ ਦਾ ਮੁਹਤਾਜ ਨਹੀਂ ਹੁੰਦਾ ਜੀ ਰਿਸ਼ਤਾ ਭੈਣ ਭਰਾਵਾਂ ਦਾ, ਤੂੰ ਮੁਸ਼ਕਿਲ ਵਿੱਚ ਆਵਾਜ਼ ਮਾਰ ਲਈ ਮੈਂ ਵਾਂਗ ਬਰੋਲੇ ਆਵਾਂਗਾ। ਜੀ 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 ਬਹੁਤ ਵਧੀਆ। ਜਿਹਨੇ ਰੱਖਿਆ ਕਰਨੀ ਹੈ ਨਾ, ਹੂੰ ਉਹ ਇਹ ਦੇਖੂਗਾ ਕਿ ਧਾਗਾ ਬੰਨਿਆ ਕਿ ਨਹੀਂ ਬੰਨਿਆ। ਜੀ ਨਾਲੇ ਹੁਣ ਜੇ ਆਪਾਂ ਦੇਖੀ ਜਾਵੇ ਭਾਜੀ, ਜਦੋਂ ਆਫਟਰ ਮੈਰਿਜ ਜਿਹੜੀ ਉਹ ਵੀ ਲੋਕ ਆਊਟ ਜਿਹੜੀ ਉਹ ਕਰਦਾ, ਸਾਰੀ ਜੋ ਵੀ ਲੋਕ ਆਫਟਰ ਕਰਦਾ, ਉਹਦਾ ਹਸਬੈਂਡ ਕਰਦਾ ਆ ਬਿਲਕੁਲ ਫੀਮੇਲ ਦਾ। ਹੂੰ ਉਹ ਦੋ ਇੱਕ ਦੂਜੇ ਦੀ ਕਰਦੇ ਆ, ਭੈਣ ਭਾਈ ਦਾ ਪਿੱਛੇ ਰਹਿ ਜਾਂਦੇ ਆ ਸਾਰਾ ਸਿਸਟਮ। ਹਾਂਜੀ ਪਤੀ ਤੋਂ ਬਾਅਦ ਥੋੜਾ ਰੱਖਿਆ ਕਰ ਸਕਦਾ ਉਹ ਵਾਈਫ ਦਾ ਬ੍ਰਦਰ, ਜੀ 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 ਬਿਲਕੁਲ ਹਨਾ ਜੀ। ਤੇ ਤੁਸੀਂ ਆਪਾਂ ਆਮ ਦੇਖਦੇ ਆ ਵੀ ਜਿਹੜੇ ਭੈਣ ਭਰਾਵਾਂ ਬਚਪਨ ਤੋਂ ਹੀ ਇਸ ਸੰਕਲਪ ਵਿੱਚ ਪਰਣਾਏ ਹੋਏ ਰੱਖੜੀਆਂ ਬੰਨ੍ਹਦੇ ਆ ਜਾਂ ਧਾਗੇ ਬੰਨ੍ਹਦੇ ਆ, ਜੋ ਵੀ ਹੈ, ਜੀ ਜਦੋਂ ਕਿਤੇ ਪ੍ਰਾਪਰਟੀ ਵਿਵਾਦ ਖੜਾ ਹੁੰਦਾ ਆ ਹੂੰ ਤਾਂ ਉਹੀ ਜਿਹਨਾਂ ਨੇ ਸੌਂ ਖਾਧੀਆਂ ਹੁੰਦੀਆਂ ਇੱਕ ਦੂਜੇ ਦੀ ਰੱਖਿਆ ਦੀਆਂ, ਇੱਕ ਦੂਜੇ ਦਾ ਸਾਥ ਨਿਭਾਉਣਦੀਆਂ, ਹੂੰ ਇੱਕ ਦੂਜੇ ਦੇ ਖਿਲਾਫ ਕੇਸ ਲੜਦੇ ਵੀ ਦੇਖੇ ਆਪਾਂ। ਹਾਂਜੀ ਔਰ ਕੋਈ ਤੀਆ ਕਰਾਰ ਜਿੰਨਾ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਪਰ ਉਹ ਸਾਡਾ ਉਸ ਟਾਈਮ ਸਾਥ ਨਿਭਾ ਜਾਂਦਾ ਆ ਜਿਸ ਟਾਈਮ ਸਾਨੂੰ ਸਾਰੀ ਮਤਲਬ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਜੀ ਜੀ ਆਸ ਦੀ ਲੋੜ ਹੁੰਦੀ ਆ। ਬਿਲਕੁਲ ਇਸ ਕਰਕੇ ਇਹ ਜਿਹੜੀਆਂ ਇਹ ਨਾ ਠੀਕ ਹੈ ਹੁਣ ਰਵਾਇਤਾਂ ਬਣੀਆਂ ਹੋਈਆਂ, ਪਰ ਅਸੀਂ ਤਾਂ ਜਦੋਂ ਪਿਛਲੇ 10 ਕੁ ਸਾਲ ਤੋਂ ਇਸ ਚੀਜ਼ ਤੇ ਵਿਰਾਮ ਲਾਇਆ ਹੋਇਆ, ਪਰ ਵਿਰਾਮ ਵੀ ਇਸ ਤਰੀਕੇ ਨਾਲ ਲਾਇਆ ਹੋਇਆ ਕਿ ਆਪਣੀਆਂ ਜਿਹੜੀ ਮਨੌਤਾਂ ਹੈ ਥੋਪੀਆਂ ਨਹੀਂ ਹੋਈਆਂ ਆਪਣੀਆਂ ਭੈਣਾਂ ਦੇ ਉੱਪਰ। ਹਾਂਜੀ ਜਸਟ ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾ ਕੇ ਹਾਂਜੀ ਉਹਨਾਂ ਨੂੰ ਮਤਲਬ ਗਾਈਡ ਕਰਕੇ ਉਹਨਾਂ ਦੇ ਮਤਲਬ ਕਹਿੰਦੇ ਖਾਨੇ 'ਚ ਗੱਲ ਬੈਠ ਗਈ, ਉਹਨਾਂ ਨੇ ਖੁਦ ਕਹਿ ਦਿੱਤਾ ਵੀ ਠੀਕ ਹੈ ਯਾਰ ਵੀ ਇਹ ਚੀਜ਼ਾਂ ਮਤਲਬ ਕਿ ਇਹਨਾਂ ਤੋਂ ਬਗੈਰ ਵੀ ਸਰਦਾ ਪਿਆਰ ਇਹਨਾਂ ਤੋਂ ਬਗੈਰ ਨਹੀਂ ਹੈਗਾ। ਨਹੀਂ ਬਿਲਕੁਲ ਮੀਰਪੁਰੀ ਭਾਜੀ, ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਵੀ ਭੈਣਾਂ ਨਾਲ ਤੁਸੀਂ ਗੱਲਬਾਤ ਕੀਤੀ ਹੈਗੀ, ਮੈਂ ਕਹਿੰਦਾ ਇੱਕ ਟਾਈਮ ਹੋ ਸਕਦਾ ਕਿ ਲੱਗਦਾ ਸੀਗਾ। ਅੱਜ ਦੇ ਸਮੇਂ ਜੇਕਰ ਤੁਸੀਂ ਆਪਣੇ ਜਿੱਦਾਂ ਦੇਖੋ ਆਪਣਾ ਸੋਸ਼ਲ ਮੀਡੀਆ ਰਾਹੀਂ ਨੈਟ ਰਾਹੀਂ ਸਾਰੇ ਲੋਕ ਜੁੜੇ ਹੈਗੇ ਆ, ਆਪਾਂ ਦੇਖੋ ਕਿਹੜੀ ਕੰਟਰੀ 'ਚ ਕੀ ਹੋ ਰਿਹਾ ਹੈਗਾ ਹਨਾ। ਅੱਜ ਦੇਖੋ ਜਨਮ ਦਿਨ ਮਨਾਉਣ ਦਾ, ਇੱਕ ਦੂਜੇ ਨੂੰ ਕੋਈ ਤਿਉਹਾਰ ਮਨਾਉਣ ਦਾ, ਵਿਆਹ ਸ਼ਾਦੀਆਂ ਸਾਰੇ ਆਪਾਂ ਦੇਖੋ ਕਈ ਦਿਨ ਇਕੱਠੇ ਹੋ ਜਾਂਦੇ ਹੈਗੇ ਆ। ਕਦੀ ਆਪਾਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਆਪਣੀਆਂ ਭੈਣਾਂ ਨੂੰ ਸੱਦ ਲੈਂਦੇ ਆ, ਜਾਂ ਆਪਾਂ ਉੱਥੇ ਪਹੁੰਚ ਜਾਂਦੇ ਆ, ਜਾਂ ਉਹ ਜਿਹੜੀਆਂ ਉਹਨਾਂ ਦੇ ਜਨਮ ਦਿਨ ਹੁੰਦੇ ਆ ਅੱਜ ਕੱਲ੍ਹ ਹਰ ਇੱਕ ਦੇ ਜਨਮ ਦਿਨ ਤੇ ਆਪਾਂ ਵਿਸ਼ ਕਰਦੇ ਆ ਜਾਂ ਉਹਨਾਂ ਨੂੰ ਗਿਫਟ ਦਿੰਦੇ ਹੈਗੇ ਆ। ਉਹ ਪਿਆਰ ਮੁਹੱਬਤ ਤਾਂ ਅੱਜ ਕੱਲ੍ਹ ਇਹਨਾਂ ਚੀਜ਼ਾਂ ਕਰਕੇ ਬਣਿਆ ਹੋਇਆ। ਅੰਧ ਵਿਸ਼ਵਾਸ ਦੇ ਜਿਹੜੀ ਉੱਪਰ ਖੜੀਆਂ ਜਿਹੜੀਆਂ ਰੱਖੜੀਆਂ ਦੇ ਧਾਗਿਆਂ ਤੇ ਖੜੇ ਜਿਹੜੇ ਰਿਸ਼ਤੇ ਸੀਗੇ ਉਹ ਤਾਂ ਉਦੋਂ ਹੀ ਮੈਨੂੰ ਲੱਗਦਾ ਖਤਮ ਹੋ ਜਾਣੇ ਚਾਹੀਦੇ ਸੀਗੇ, ਉਹ ਕੱਢ ਦੇਣੇ ਚਾਹੀਦੇ ਸੀ ਵਿੱਚੋਂ, ਸਾਨੂੰ ਸਮਝਾ ਦੇਣਾ ਚਾਹੀਦਾ ਸੀਗਾ
ਕਿ ਅੱਜ ਤਾਂ ਆਪਾਂ ਭੈਣ ਨੂੰ ਹੋ ਸਕਦਾ ਵੀ ਉਦੋਂ ਨੂੰ ਇੱਕ ਜਜ਼ਬਾਤ ਜੋੜੇ ਗਏ ਸੀਗੇ, ਉਹ ਔਰਤ ਨੂੰ ਇਹ ਚੀਜ਼ਾਂ ਦਿਮਾਗ ਚੋਂ ਹੀ ਕੱਢ ਦਿੱਤਾ ਸੀ। ਅਸਲ 'ਚ ਡਰ ਜਿਹੜਾ ਸੀਗਾ ਨਾ, ਡਰ ਬਿਠਾਤਾ ਸੀਗਾ ਔਰਤ ਦੇ ਵਿੱਚ, ਦਿਮਾਗ ਦੇ ਵਿੱਚ, ਵੀ ਸ਼ਾਇਦ ਭੈਣ ਭਰਾ ਦਾ ਰਿਸ਼ਤਾ ਟੁੱਟ ਜਾਣਾ, ਜੇ ਵਰਤ ਨਾ ਰੱਖਿਆ ਸ਼ਾਇਦ ਬੰਦੇ ਨੇ ਮਰ ਜਾਣਾ। ਅਸਲ 'ਚ ਡਰ ਬਿਠਾਤਾ ਸੀਗਾ। ਜੇ ਡਰ ਹੀ ਨਾ ਹੁੰਦਾ ਤਾਂ ਫਿਰ ਇਹ ਕਦੀ ਜਿਹੜਾ ਹੈਗਾ ਸੀਗਾ ਵੀ ਇਹ ਜਿਹੜੇ ਤਿਉਹਾਰ ਸੀਗੇ ਇਹ ਅੱਜ ਤੱਕ ਚੱਲੇ ਨਹੀਂ ਆਉਣੇ ਸੀਗੇ। ਉਹ ਡਰ ਦੀ ਵਜ੍ਹਾ ਨਾਲ ਅੱਜ ਡਰ ਜਿਨ੍ਹਾਂ ਦਾ ਨਿਕਲ ਰਿਹਾ ਹੈਗਾ, ਭੈਣਾਂ ਸਾਡੇ ਪੂਰੇ ਦੂਜੇ 'ਚ ਦੇਖਦੇ ਹੈਗੇ ਆ, ਉਹ ਕਹਿ ਦਿੰਦੀਆਂ ਹੈਗੀਆਂ ਨਹੀਂ ਤਾਂ ਅੱਗੇ WhatsApp ਰਾਹੀਂ ਰੱਖੜੀ ਭੇਜ ਦੇਣੀ। ਇਸ ਵਾਰ ਕਿਸੇ ਨੇ ਇਦਾਂ ਦਾ ਕੁਝ ਕੀਤਾ ਨਹੀਂ, ਪਤਾ ਵੀ ਤਿਉਹਾਰ ਆਇਆ ਗਿਆ। ਕਿਉਂਕਿ ਜਦੋਂ ਜਨਮ ਦਿਨ ਹੁੰਦੇ ਆ, ਜਦੋਂ ਵੈਸੇ ਕੋਈ ਤਿਉਹਾਰ ਹੋਣਾ, ਉਹਨਾਂ ਨੂੰ ਤੁਸੀਂ ਜਦੋਂ ਵੈਸੇ ਮਿਲਣ ਹੀ ਜਾਣਾ, ਨੋਰਮਲ ਭਾਜੀ ਤੁਸੀਂ ਆਪਣੀ ਸਿਸਟਰ ਨੂੰ ਮਿਲਣ ਜਾਂਦੇ ਆ, ਤੁਸੀਂ ਉਹਨਾਂ ਲਈ ਕੋਲੋਂ ਕੋਈ ਗਿਫਟ ਲੈ ਕੇ ਹੀ ਜਾਂਦੇ ਨਾ, ਕੁਛ ਨਾ ਕੁਛ ਲੈ ਹੀ ਜਾਂਦੇ ਆ। ਇੱਕ ਹਰੇਕ ਵਾਰੀ ਨਹੀਂ, ਕਦੀ ਤਾਂ ਸਾਲ 'ਚ ਇੱਕ ਦੋ ਵਾਰੀ ਕੁਝ ਆਪਣੇ ਸਾਡੇ ਉਹਨਾਂ ਨੂੰ, ਜੋ ਤੁਸੀਂ ਉਹਨਾਂ ਦੇ ਬੱਚਿਆਂ ਦੇ ਲਈ, ਆਪਣੇ ਭਾਣਜਿਆਂ ਲਈ ਕੁਛ ਨਾ ਕੁਛ ਲੈ ਕੇ ਜਾਂਦੇ ਆ ਨਾ। ਜਦੋਂ ਮਿਲਦੇ ਆ ਉਹ ਪਿਆਰ ਸਤਿਕਾਰ 'ਚ ਕੋਈ ਫਰਕ ਪੈ ਜਾਂਦਾ ਕਿਤੇ? ਸਾਡੀ ਸਿਸਟਰ ਹੁਣੀ ਖੁਦ ਵੀ ਆਪਣੇ ਨਾਨਾਂ ਨੂੰ ਗਾਂ ਗਾਇਡ ਕੀਤਾ। ਹਾਂਜੀ, ਇਹਦਾ ਭਾਜੀ ਏਦਾਂ ਚੱਲਣਾ ਸਿਸਟਮ ਗਾਹਾਂ ਗਾਹਾਂ ਨਾ, ਏਦਾਂ ਹੀ ਇੱਕ ਦੂਜੇ ਨੂੰ ਕਹਿ ਸੁਣ ਕੇ, ਕਾਉਂਸਲਿੰਗ ਕਰਕੇ, ਸਮਝਾ ਬੁਝਾ ਕੇ ਹਾਂਜੀ, ਇਹ ਹੋ ਜਾਣਾ ਕੰਮ 5-10 ਸਾਲ ਤੱਕ ਹੋ ਰਿਹਾ। ਜੀ ਜੀ ਜੀ, ਨਹੀਂ ਇਹਨੂੰ ਭਾਜੀ ਇਦਾਂ ਮਾਡਰਨ ਤਰੀਕੇ ਨਾਲ ਕਰਨ ਲੱਗ ਪਏ ਆ। ਮੈਂ ਹੁਣ ਜੇ ਤੁਸੀਂ ਕੋਈ ਜ਼ਰੂਰੀ ਕਰਨੀ ਆ ਤੇ ਉਹਦਾ ਕਰ ਲਿਓ। ਮੈਂ ਹੁਣ ਇੱਕ ਕਰਨੀ ਸੀ, ਪਿੱਛੇ ਜਾਂ ਕੱਲ ਵੀਡੀਓ ਆਈ ਮੇਰੇ ਸਾਹਮਣੇ, ਤੇ ਇੱਕ ਬੀਬੀ ਜਿਹੜੀ ਹੈਗੀ ਆ ਉਹ ਆਪਣੇ ਸੰਗਰੂਰ ਤੋਂ ਆਈ ਆ ਵੀਡੀਓ, ਉੱਥੇ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਦੇ ਜਿਹੜਾ ਸਟੈਚੂ ਲੱਗਾ ਆ ਉਹਦੇ ਰੱਖੜੀ ਬੰਨ ਰਹੀ ਹੈਗੀ ਆ। ਹਾਂ, ਮੈਂ ਉੱਤੇ ਕਮੈਂਟ ਵੀ ਕੀਤਾ ਸੀ, ਉੱਤੇ ਮੈਂ ਕਮੈਂਟ ਵੀ ਕੀਤਾ ਸੀ। ਠੀਕ ਆ, ਉਹ ਵੀਡੀਓ ਆਈ ਆ ਤੇ ਉਹ ਮੈਂ ਕਹਿੰਦਾ 30 ਸਕਿੰਟ ਦੀ ਮੈਂ ਉਹਦਾ ਕਲਿੱਪ ਕੱਟਿਆ ਸੀ, ਉਹ ਦਿਖਾਲ ਕੇ ਉਦੋਂ ਬਾਅਦ ਚ ਫਿਰ ਗੱਲ ਉੱਤੇ ਕਰਨੀ ਸੀਗੀ। ਜੇ ਤੁਸੀਂ ਗੱਲ ਕਰਨੀ ਆ, ਮੈਂ ਕਹਿੰਦਾ ਕਰ ਲਓ, ਬਾਅਦ ਚ ਅਮਰ ਭਾਜੀ ਨੂੰ ਲੈ ਕੇ ਉੱਤੇ ਥੋੜੀ ਜਿਹੀ ਗੱਲ ਕਰਨੀ ਆ ਵੀ ਦੇਖੋ ਬਈ ਉਹ ਪਹਿਲਾਂ ਦਿਖਾੜ ਲਈਏ, ਉੱਤੇ ਫਿਰ ਗੱਲ ਕਰਦੇ ਆ। ਹਾਂਜੀ, ਤੁਸੀਂ ਕੀ ਜੇ ਕਵਿਤਾ ਹੈਗੀ ਤੁਸੀਂ ਸੁਣਾ ਸਕਦੇ ਹੈਗੇ ਆ, ਜਾਂ ਫਿਰ ਕੋਈ ਗੱਲ ਰੱਖਣੀ ਆਪਣੀ ਰੱਖ ਲਓ, ਫਿਰ ਆਪਾਂ। ਨਹੀਂ, ਮੈਂ ਬਸ 2 ਮਿੰਟ 'ਚ ਆਪਣੀ ਗੱਲ ਸਮਾਪਤ ਕਰਨੀ ਹੈ, ਤੁਸੀਂ ਕੰਟੀਨਿਊ ਰੱਖਿਓ। ਜੀ ਭਾਜੀ। ਅਸਲ ਵਿੱਚ ਨਾ, ਜਦੋਂ ਆਪਾਂ 100-150 ਸਾਲ ਜਾਂ 200 ਸਾਲ ਪਿੱਛੇ ਜਾਂਦੇ ਆ ਜੀ, ਇਹਨਾਂ ਤਿਉਹਾਰਾਂ ਦੀ ਵੀ ਜਿਹੜੀ ਕਿ ਬਹੁਤਾ ਕੋਈ ਲੰਬਾ ਚੌੜਾ ਨਹੀਂ, ਕੋਈ ਉਹ ਲੱਖਾਂ ਸਾਲਾਂ ਤੋਂ ਚੱਲੇ ਆ ਰਹੇ ਜਾਂ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਆ ਜੀ। ਇਹ ਵੀ ਕੋਈ 100-150 ਕੋਈ 200 ਕੋਈ 500 ਸਾਲ ਤੱਕ ਬਸ ਇੰਨੀ ਕਿੰਨਾ ਦੀ ਬੁਨਿਆਦ ਹੈਗੀ ਆ। ਜੀ ਜਦੋਂ ਨਾ ਪਹਿਲੇ ਪਿਛੋਕੜ ਵਿੱਚ ਜਾਂਦੇ ਆ, ਜੀ, ਉਸ ਟਾਈਮ ਜਿਹੜਾ ਵਪਾਰੀ ਤਬਕਾ ਆ, ਇਹ ਬੜੀ ਬਰੀਕੀ ਗੱਲ ਆ ਭਾਜੀ। ਮੈਂ ਕਹਿੰਦਾ ਜਿਹੜੇ ਆਪਣੇ ਸੁਣਦੇ ਸਾਥੀ ਬੜੇ ਧਿਆਨ ਨਾਲ ਸੁਣਨ, ਜੀ, ਬੜੀ ਬਰੀਕੀ ਗੱਲ ਨੁਕਤਾ ਹੈਗਾ ਆ। ਜੀ, ਜਿਹੜੇ ਉਸ ਟਾਈਮ ਨਾ ਵਪਾਰੀ ਵਰਗ ਸੀਗਾ, ਜਿੰਨਾ ਵੀ ਸੀਗਾ, ਜੀ, ਉਹ ਸੋ ਕਾਲਡ ਮਹਾਜਨ ਲੋਕ ਸੀਗੇ। ਜੀ। ਔਰ ਅੱਜ ਵੀ ਬਹੁਤ ਗਿਣਤੀ ਹੈ ਜਿਹੜੀ ਉਹ ਉਹਨਾਂ ਦੀ ਹੈ। ਚਲੋ ਸਾਡੇ ਬਾਕੀ ਹੋਰ ਵੀ ਕਾਸਟਾਂ ਦੇ ਬੰਦੇ ਜਾਂ ਹੋਰ ਵੀ ਬੰਦਿਆਂ ਨੇ ਵਪਾਰ ਆਪਣੇ ਚਲਾਏ ਆ, ਪਰ ਉਹ ਕਹਾਵਤ ਬਾਣੀ ਪੁਰਾਣੇ ਉਹੀ ਆ। ਉਸ ਟਾਈਮ ਦੇਖੋ ਵੀ ਕੋਈ ਵੀ ਤਿਉਹਾਰ ਨਾ, ਮੰਨ ਲਓ ਕੋਈ ਰੱਖੜੀਆਂ ਆ ਗਈ ਜੀ, ਸੂਟ ਕਿਹਦੇ ਵਿਕਣੇ ਆ ਜੀ? ਉਹਨਾਂ ਦੇ। ਜੀ, ਮਠਿਆਈ ਵਾਲੀਆਂ ਦੁਕਾਨਾਂ ਕਿਹਨਾਂ ਦੀਆਂ ਸੀ? ਉਹਨਾਂ ਦੀਆਂ। ਮਠਿਆਈ ਵੀ ਕਿਹਨਾਂ ਦੀ ਵਿਕਣੀ? ਉਹਨਾਂ ਦੀ। ਜੀ, ਮਨਿਆਰੀ ਦੀਆਂ ਜਾਂ ਧਾਗੇ ਦੀਆਂ ਜਾਂ ਜੋ ਵੀ ਦੁਕਾਨਾਂ ਸੀ ਉਹ ਵੀ ਉਹਨਾਂ ਦੀਆਂ ਸੀ, ਉਹ ਵੀ ਉਹਨਾਂ ਦਾ ਵਿਕਣਾ ਆ। ਹਾਂਜੀ। ਅੱਛਾ, ਤੇ ਮੈਂ ਨਾ ਇੱਕ ਬੜਾ ਬਰੀਕ ਨੁਕਤਾ ਭਾਜੀ ਦੱਸਾਂ ਤੁਹਾਡਾ। ਜੀ। ਜਿੱਦਾਂ ਨਾ ਕੰਪਨੀ ਵਾਲਿਆਂ ਨੇ ਐਡ ਲਾਈ ਹੁੰਦੀ ਆ ਕਿ ਆਫਰ ਇੰਨੇ ਵਜੇ ਤੱਕ ਲਈ ਸੀਮਤ। ਹਾਂਜੀ। ਬਿਹਾਰੀਵਾਲ ਨੇ ਕੀ ਕੀਤਾ, ਉਹਨੇ ਵੀ ਆਪਣੀ ਦੇਖਿਆ ਵੀ ਮਾਲ ਵੱਧ ਗਿਆ ਜਾਂ ਕਿੱਦਾਂ, ਜਾਂ ਦੇਖਦਾ ਨਹੀਂ ਹੈਗਾ, ਉਹਨੇ ਲੋਕਾਂ ਵਿੱਚ ਇੱਕ ਹਊਆ ਕ੍ਰੀਏਟ ਕਰਤਾ ਕਿ 12 ਵਜੇ ਤੋਂ ਬਾਅਦ ਪੈਂਚਕਾਂ ਉਤਰਣੀਆਂ ਤੋਂ ਪਹਿਲਾਂ ਰੱਖੜੀਆਂ ਖਰੀਦ ਕੇ ਬੰਨ ਦੋ। ਬਿਲਕੁਲ 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 ਇਦਾਂ ਹੀ। ਆਪਣਾ ਸਮਾਨ ਜਲਦ ਵੇਚਣ ਦੇ ਲਈ। ਇਹ ਬਹੁਤ ਵੱਡੀ ਪਲੈਨਿੰਗ ਹੈ ਉਹਦੀ, ਕਿਉਂਕਿ ਪੈਂਚਕਾਂ ਜਦੋਂ ਵੀ ਉਤਰਦੀਆਂ ਇੱਧਰ ਤਿਉਹਾਰਾਂ 'ਚ ਕਹਿੰਦੇ ਜਦੋਂ ਉਹਦਾ ਸਮਾਨ ਵਿਕਣਾ ਹੁੰਦਾ ਆ, ਉਹ ਇੱਕ ਮਤਲਬ ਬਾਜ਼ਾਰ ਵਿੱਚ ਹਊਆ ਜਿਹਾ ਛੱਡ ਦਿੰਦਾ ਆ, ਕੋਈ ਸੋਚਾ ਜਿਹਾ ਛੱਡ ਦਿੰਦਾ। ਸਾਡੇ ਲੋਕ ਜੀ, ਮੈਂ ਪੂਰੀਆਂ ਪੁੱਛਾਂ ਨੂੰ ਅੱਗ ਲਾ ਕੇ ਭੱਜਦੇ ਆ ਤੇ ਫਟਾਫਟ ਖਰੀਦ ਕੇ ਬੰਨ ਦਈਏ ਕਿਤੇ। ਬਿਲਕੁਲ ਬਿਲਕੁਲ। ਇਸ ਜਲਦਬਾਜ਼ੀ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਦੇ ਭਰਾ ਆ, ਉਹ ਐਕਸੀਡੈਂਟਾਂ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਰੁਖਸਤ ਵੀ ਹੋ ਜਾਂਦੇ ਆ, ਪਰ ਭੈਣਾਂ ਵੀ ਰੁਖਸਤ ਹੋ ਜਾਂਦੀਆਂ। ਹਾਂਜੀ, ਠੀਕ ਹੈ ਜੀ। ਸੋ ਚਲੋ ਅੱਜ ਵਿਗਿਆਨਕ ਯੁੱਗ ਆ, ਹੌਲੀ ਹੌਲੀ ਲੋਕਾਂ ਵਿੱਚ ਆ ਰਿਹਾ ਹੈ, ਜਾਗਰੂਕਤਾ ਆ ਰਹੀ ਆ। ਬਾਕੀ ਤੁਹਾਡੇ ਵਰਗੇ ਵੀਰ ਲੱਗੇ ਹੋਏ ਆ, ਤੁਹਾਨੂੰ ਸਲੂਟ ਹੈ, ਤੁਹਾਡੀ ਟੀਮ ਨੂੰ ਸਲੂਟ ਆ। ਧੰਨਵਾਦ ਜੀ, ਧੰਨਵਾਦ। ਜਿਹੜਾ ਬੰਦਾ ਜਿਹੜੇ ਵੀ ਤਰੀਕੇ ਆਪਣੀ ਗੱਲ ਕਰ ਸਕਦਾ ਅੱਗੇ ਲੈ ਕੇ ਜਾਵੇ ਜ਼ਰੂਰ ਜੀ। ਰਹਿਬਰਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਲੋੜ ਹੈ, ਔਰ ਤੁਸੀਂ ਉਹਨੂੰ ਉਹ ਤੇ ਪਹਿਰਾ ਦੇ ਰਹੇ ਆ। ਜੀ ਜੀ, ਕੋਸ਼ਿਸ਼ ਬਿਲਕੁਲ ਵੀਰ ਜੀ। ਤੁਹਾਡੀਆਂ ਕਵਿਤਾਵਾਂ ਜਿਹੜੀਆਂ ਹੈਗੀਆਂ, ਤੁਸੀਂ ਤੁਹਾਡਾ ਆਪਣੀ ਕਵਿਤਾਵਾਂ ਰਾਹੀਂ ਦੇਖੋ, ਅੱਜ ਹੁਣ ਤੁਸੀਂ ਫੋਨ ਕੀਤਾ ਬੋਲ ਕੇ
ਤੁਸੀਂ ਆਪਣਾ ਜਿਹੜਾ ਹੈਗਾ ਰੋਲ, ਆਪਣੀ ਖੁਸ਼ੀ ਤੁਹਾਨੂੰ ਮਿਲਦੀ ਹੈ। ਸਾਨੂੰ ਵੀ ਇੱਥੇ ਬੈਠ ਕੇ ਵਿਦੇਸ਼ਾਂ 'ਚ ਬਹਿ ਕੇ ਇਹਨਾਂ ਵਿਸ਼ਿਆਂ ਤੇ ਜਦੋਂ ਸਮਝ ਲੱਗੀ ਤੇ ਖੁਸ਼ੀ ਮਿਲਦੀ ਹੈਗੀ ਆ। ਇਹਦੇ ਵਿੱਚੋਂ ਨਾ ਤਾਂ ਅਸੀਂ ਕੁਝ ਕੱਢਣਾ ਹੈਗਾ, ਨਾ ਤੁਸੀਂ ਕੁਝ ਕੱਢਣਾ ਹੈਗਾ। ਇੱਕ ਤੁਹਾਡੀ ਖੁਸ਼ੀ ਹੈਗੀ ਆ ਕਿ ਉਸ ਮੂਵਮੈਂਟ ਵਿੱਚ ਖੜੇ ਆ ਜਿੱਥੇ ਤੁਹਾਡੇ ਪੁਰਖੇ ਤੁਹਾਡੇ ਖੜੇ ਸਕੇ। ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਫੋਲੋ ਕਰਕੇ ਉਹ ਸਮਾਜ ਨੂੰ ਥੋੜਾ ਜਿਹਾ ਇਹਨਾਂ ਦੀ ਲੁੱਟ ਖਸੁੱਟ ਬਚ ਸਕੇ। ਜਿੱਦਾਂ ਸਾਡੀ, ਅਸੀਂ ਉਸ ਲਾਈਨ 'ਚ ਸੀਗੇ, ਅਸੀਂ ਦੂਜੀ ਲਾਈਨ 'ਚ ਆ ਗਏ। ਇੱਦਾਂ ਬਹੁਤ ਸਾਰੇ ਹੋਰ ਵੀ ਉਸ ਲਾਈਨ ਦੇ ਵਿੱਚ ਆ ਜਾਣ ਜਿੱਥੇ ਤੁਸੀਂ ਖੁਦ ਜਿਹੜਾ ਹੈਗਾ ਆ ਆਪਣੇ ਦੀਪਕ ਆਪ ਬਣ ਸਕਦੇ ਆ। ਆਪਣਾ ਜਿਹੜਾ ਹੈਗਾ ਆ ਢਾਂਚਾ ਜਿਹੜਾ ਹੈਗਾ ਆ ਆਪਣੇ ਸਮਾਜ ਦਾ ਬਣਤਰ ਆ ਉਹਨੂੰ ਸਮਝ ਸਕਦੇ ਹੈਗੇ ਆ। ਤੇ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਧੰਨਵਾਦ ਭਾਜੀ ਤੁਹਾਡਾ ਬਹੁਤ। ਥੈਂਕ ਯੂ ਭਾਜੀ, ਥੈਂਕ ਯੂ। ਕੈਰੀ ਔਨ ਰੱਖੋ। ਜੈ ਭੀਮ। ਜੈ ਭੀਮ ਜੀ। ਤੇ ਸਾਥੀ ਹੋਏ ਸਨ ਸਾਡੇ ਬੇਦੀ ਮੀਰਪੁਰੀ ਭਾਜੀ। ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਹੁੰਦੀਆਂ ਲਗਭਗ ਬਹੁਤ ਸਾਰੀਆਂ ਜਿਹੜੇ ਮੌਜੂਦਾ ਵਿਸ਼ੇ ਹੁੰਦੇ ਜਿੱਦਾਂ ਕੋਈ ਤਿਉਹਾਰ ਹੁੰਦੇ ਆ ਜਾਂ ਫਿਰ ਮੌਜੂਦਾ ਪ੍ਰਸਥਿਤੀਆਂ ਦੇ ਉੱਪਰ ਉਹ ਆਪਣੀ ਗੱਲਬਾਤ ਰੱਖਦੇ ਹੈਗੇ ਆ। ਤੇ ਅਮਰ ਭਾਜੀ ਉਹ ਮੈਂ ਵੀਡੀਓ ਚਲਾ ਕੇ ਆਪਾਂ ਉੱਤੇ ਗੱਲ ਕਰਨੀ ਹੈਗੀ ਆ ਥੋੜੀ ਜਿਹੀ। ਜੀ ਭਾਜੀ। ਹਾਂਜੀ ਆ ਸਾਥੀਓ, ਉਹ ਵੀਡੀਓ ਆ ਬਾਬਾ ਸਾਹਿਬ ਦੀ। ਪਹਿਲਾਂ ਇਹ ਦੇਖ ਲੈਂਦੇ ਆ, ਬਾਅਦ ਵਿੱਚ ਫਿਰ ਅਮਰ ਭਾਜੀ ਤੁਸੀਂ ਇਹ ਤੇ ਗੱਲ ਰੱਖਿਓ ਆਪਣੀ। ਤੇ ਮੇਰੀ ਕਾਫੀ ਵੀ ਲੰਬੀ ਹੋ ਗਈ, ਇੱਕ ਮਿੰਟ ਗੱਲ। ਦੇਸ਼ ਦੀ ਜਿਹੜੇ ਹੱਕਾਂ ਨਾਲ ਦੇਸ਼ ਦੀ ਹਰ ਔਰਤ ਹਰ ਖੇਤਰ 'ਚ ਅੱਜ ਬਰਾਬਰ ਦਾ ਹੱਕ ਹਾਸਲ ਕੀਤਾ ਹੋਇਆ, ਹੱਕ ਰੱਖਦੀ ਹੈ तमाम ਜ਼ਮੀਨ ਜਾਇਦਾਦ 'ਚੋਂ। ਔਰ ਬੰਦੇ ਦੇ ਬਰਾਬਰ ਮਰਦ ਪ੍ਰਧਾਨ ਸਮਾਜ ਦੇ ਅੰਦਰ ਜੇ ਅੱਜ ਔਰਤ ਨੂੰ ਅਧਿਕਾਰ ਮਿਲਿਆ, ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਕਰਕੇ ਮਿਲਿਆ। ਇਸ ਲਈ ਅੱਜ ਦੀ ਇਸ ਰੱਖੜੀ ਦਾ ਪਹਿਲਾ ਹੱਕ ਮੈਂ ਕਹੂੰਗਾ ਸਾਡੀਆਂ ਭੈਣਾਂ ਨੂੰ, ਮਾਵਾਂ ਨੂੰ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਹੱਥ ਤੇ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਉਣ। ਹਾਂਜੀ ਅਮਰ ਭਾਜੀ ਰੱਖੋ ਆਪਣੇ ਵਿਚਾਰ। ਵੀਡੀਓ ਸੀ ਸਾਥੀਓ ਇਹ। ਸਭ ਤੋਂ ਪਹਿਲਾਂ ਧੰਨਵਾਦ ਜੀ ਬੇਦੀ ਸਾਹਿਬ ਉਹਨਾਂ ਦਾ। ਉਹਨਾਂ ਨੇ ਬਹੁਤ ਵਧੀਆ ਵਿਚਾਰ ਰੱਖਿਆ ਤੇ ਉਹਨਾਂ ਨੇ ਗੱਲ ਕੀਤੀ ਆ ਵੀ ਉਹਨਾਂ ਨੇ ਆਪਣੀਆਂ ਭੈਣਾਂ ਤੇ ਇਹ ਗੱਲ ਥੋਪੀ ਨਹੀਂ ਹੈਗੀ। ਰੱਖੜੀਆਂ ਵਾਲੀ ਜਿਹੜੀ ਉਹਨਾਂ ਨੂੰ ਸਮਝ ਆਈ ਹੈ, ਥੋਪਣ ਵਾਲੀ ਗੱਲ ਤੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਜੀ ਵੀ ਅਸੀਂ ਕਿੱਦਾਂ ਸਾਡੇ ਵਿਦਵਾਨ ਲੋਕ ਜਿਹੜੇ ਹੈਗੇ ਆ, ਅਸੀਂ ਕਿੱਦਾਂ ਗੱਲਾਂ ਥੋਪ ਰਹੇ ਆ, ਉਹ ਠੀਕ ਨਹੀਂ ਹੈਗੀਆਂ ਜੀ। ਥੋਪਣ ਵਾਲਾ ਕੰਮ ਨਹੀਂ ਸੀਗਾ ਇਹਦੇ ਉੱਤੇ। ਇੱਕ ਵਰਗ ਨੂੰ ਇੱਕ ਪੱਖ ਜਿਹੜਾ ਹੈਗਾ ਕਲੀਅਰ ਕਰਨਾ ਸੀਗਾ ਵੀ ਆਹ ਅੰਧ ਵਿਸ਼ਵਾਸ ਆ, ਇਹ ਤੁਹਾਡੇ ਜੀਵਨ ਨੂੰ ਜਿਹੜਾ ਗੰਦਲਾ ਕਰ ਰਿਹਾ, ਇਹ ਤੋਂ ਬਚਣਾ ਸੀ। ਏਦਾਂ ਸੀ ਇਹ ਗੱਲ, ਨਾ ਕਿ ਥੋਪਣ ਵਾਲੀ ਗੱਲ ਸੀ ਕਿਸੇ ਤਰ੍ਹਾਂ ਦੀ। ਉਹ ਵਧੀਆ ਲੱਗੀ ਗੱਲ ਕਰਾਂਗੇ ਉੱਥੇ ਕੀ। ਸਭ ਤੋਂ ਪਹਿਲਾਂ ਤਾਂ ਭਾਜੀ ਇਹ ਦੇਖੋ ਨਾ, ਅੰਧ ਵਿਸ਼ਵਾਸ ਵਿੱਚੋਂ ਕੱਢਣ ਲਈ ਬਹੁਤ ਵੱਡਾ ਭਾਰਤ ਦੇ ਅੰਦਰ ਜਿਹੜਾ ਆ ਰੋਲ ਨਿਭਾਇਆ ਬਾਬਾ ਸਾਹਿਬ ਉਹਨਾਂ ਨੇ ਜੀ। ਔਰ ਉਹਨਾਂ ਦੀਆਂ ਭਾਈ ਪ੍ਰਤੀਗਿਆ ਵੀ ਹੈਗੀਆਂ ਜਿਹਦੇ ਵਿੱਚ ਉਹਨਾਂ ਨੇ ਪੂਰਨ ਤੌਰ ਤੇ ਅੰਧ ਵਿਸ਼ਵਾਸ ਵਰਗੀਆਂ ਜਿਹੜੀਆਂ ਕੁਰੀਤੀਆਂ ਸੀਗੀਆਂ ਉਹਦੇ ਉੱਤੇ ਖੁੱਲ ਕੇ ਗੱਲ ਕੀਤੀ ਆ ਜੀ। ਔਰ ਇਹ ਤਾਂ ਸਿੱਧਾ ਇੱਕ ਅੰਧ ਵਿਸ਼ਵਾਸ ਹੈਗਾ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਜਿੱਦਾਂ ਵੱਜੀ ਆ ਰੱਖੜੀ ਉਹਨਾਂ ਦੇ ਸਟੈਚੂ ਦੇ ਉੱਤੇ, ਇਹ ਬਹੁਤ ਖਤਰਨਾਕ ਆ। ਕਿਉਂਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਸਟੈਚੂ ਬਾਬਾ ਸਾਹਿਬ ਦੇ ਲੱਗੇ ਆ ਅੱਜ ਦੀ ਡੇਟ ਦੇ ਵਿੱਚ। ਅਗਰ ਤੁਸੀਂ ਸਟੈਚੂ ਲੱਭਣੇ ਆ ਗਾਂਧੀ ਦੇ, ਨਹਿਰੂ ਦੇ, ਅਟਲ ਬਿਹਾਰੀ ਵਾਜਪੇਈ ਜਾਂ ਹੋਰ ਕਿਸੇ ਲੀਡਰ ਦੇ, ਤਾਂ ਤੁਹਾਨੂੰ ਮਿਲਦੇ ਨਹੀਂ ਹੈਗੇ। ਔਰ ਪਿੰਡਾਂ ਦੇ, ਸ਼ਹਿਰਾਂ 'ਚ, ਵੱਡੇ ਵੱਡੇ ਕਸਬਿਆਂ 'ਚ, ਈਵਨ ਇੱਥੇ ਵੀ ਇਟਲੀ, ਅਮਰੀਕਾ, ਇੰਗਲੈਂਡ ਦੇ ਵਿੱਚ ਕਾਫੀ ਸਟੈਚੂ ਬਾਬਾ ਸਾਹਿਬ ਲੱਗਦੇ ਆ। ਔਰ ਜੇ ਏਦਾਂ ਦਾ ਵਿਸ਼ਵਾਸ ਹੋਣਾ, ਇਹ ਬਹੁਤ ਵੱਡਾ ਪ੍ਰੋਬਲਮ ਬਣ ਜਾਂਦਾ ਆ। ਇਹ ਬਰਾਮ ਸਾਹਿਬ ਜਿਹੜਾ ਹੈ ਇੱਥੇ ਲੱਗਣਾ ਚਾਹੀਦਾ। ਜੇ ਉਸ ਭੈਣ ਨੂੰ ਜਾਂ ਉਸ ਵੀਰ ਨੂੰ ਜਿਹੜਾ ਵੀਡੀਓ ਬਣਾ ਰਿਹਾ, ਅਗਰ ਉਹਨੂੰ ਬਾਬਾ ਸਾਹਿਬ ਨਾਲ ਪਿਆਰ ਆ, ਜੇ ਉਹ ਸਮਝਦੇ ਆ ਵੀ ਬਾਬਾ ਸਾਹਿਬ ਨੇ ਸਾਨੂੰ ਜਿਹੜਾ ਹੈਗਾ ਆ ਸਾਡੇ ਲਈ ਸੰਘਰਸ਼ ਕੀਤਾ ਹੈ, ਤਾਂ ਉਹਨਾਂ ਦਾ ਮੇਨ ਜਿਹੜਾ ਮਕਸਦ ਹੈਗਾ ਆ ਉਹ ਬਾਬਾ ਸਾਹਿਬ ਦੀਆਂ ਸਿੱਖਿਆਵਾਂ, ਬਾਬਾ ਸਾਹਿਬ ਦਾ ਜੋ ਕਹਿਣਾ ਸੀਗਾ, ਜੋ ਉਹਨਾਂ ਦੀ ਵਿਚਾਰਧਾਰਾ ਸੀ, ਉਹਦੇ ਉੱਤੇ ਕੰਮ ਕਰਦੇ ਜੀ ਜੀ। ਰੱਖੜੀਆਂ ਕੋਈ ਬਾਬਾ ਸਾਹਿਬ ਦੀ ਵਿਚਾਰਧਾਰਾ ਨਹੀਂ ਹੈਗੀ, ਨਾ ਉਹਦੇ ਉੱਤੇ ਕੋਈ ਕੰਮ ਕਰਨ ਦਾ ਆਧਾਰ ਬਣਦਾ, ਨਾ ਗੱਲ ਕਰਨ ਦਾ ਕੋਈ ਰੱਖੜੀ ਬੰਨਣ ਦਾ ਕੋਈ ਮਕਸਦ ਬਣਦਾ ਹੈਗਾ। ਸਾਡਾ ਮੇਨ ਮਕਸਦ ਸੀਗਾ ਵੀ ਉਹ ਹਿੰਦੂ ਕੋਡ ਬਿੱਲ ਦੀ ਆਪਾਂ ਜਿਹਦੀ ਗੱਲ ਕਰਦੇ ਹੈਗੇ, ਜਿਹਦੇ ਕਰਕੇ ਬਾਬਾ ਸਾਹਿਬ ਉਹਨਾਂ ਨੂੰ ਜਿਹੜਾ ਹੈਗਾ ਕੋਈ ਫਾਸਟ ਲਾਅ ਮਿਨਿਸਟਰ ਤੋਂ ਅਸਤੀਫਾ ਦੇਣਾ ਪੈਗਾ। ਜਿਹੜੇ ਅਧਿਕਾਰਾਂ ਦੀ ਉਹ ਲੜੇ ਆ, ਜਿਨ੍ਹਾਂ ਕਰਕੇ ਔਰਤ ਨੂੰ ਆਜ਼ਾਦੀ ਮਿਲੀ ਆ, ਉਹ ਹਰ ਔਰਤ ਨੂੰ ਪੜ੍ਹਾਇਆ ਜਾਵੇ ਜੀ। ਇਹ ਜ਼ਿੰਮੇਵਾਰੀ ਬਣਦੀ ਹੈ ਇਸ ਬੀਬੀ ਦੀ ਵੀ ਉਹ ਬਾਬਾ ਸਾਹਿਬ ਦੇ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਕੰਮ ਕਰਨ, ਲੋਕਾਂ ਨੂੰ ਸਮਝਾਉਣ ਵੀ ਬਾਬਾ ਸਾਹਿਬ ਕਹਿਣਾ ਕੀ ਚਾਹੁੰਦੇ ਸੀਗੇ। ਅਸਲ ਵਿੱਚ ਆਪਾਂ ਜਿੱਦਾਂ ਗੱਲ ਮੋਦੀ ਸਾਹਿਬ ਨੇ ਜਿਹੜੀ ਤੁਸੀਂ ਕਹੀ ਜਾਂਦੇ, ਇਹ ਤਾਂ ਟੋਟਲ ਅੰਧ ਵਿਸ਼ਵਾਸ ਆ, ਇਹ ਤਾਂ ਬੇਵਕੂਫੀ ਆ। ਸਿੱਧੀ ਏਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜਿਹੜੀ ਹੱਤਿਆ ਕਰਨ ਵਾਲੀ ਕੋਈ ਚੀਜ਼ ਹੈਗੀ ਹੈ ਨਾ। ਸਰੀਰਕ ਤੌਰ ਤੇ ਬਾਬਾ ਸਾਹਿਬ ਅੱਜ ਸਾਡੇ ਕੋਲ ਹੈ ਨਹੀਂ, ਵਿਚਾਰਧਾਰਕ ਤੌਰ ਤੇ ਹਮੇਸ਼ਾ ਉਹਨਾਂ ਨੇ ਸਾਡੇ ਕੋਲ ਰਹਿਣਾ ਨਾ। ਹਮੇਸ਼ਾ ਉਹਨਾਂ ਨੇ
ਸਾਡੀ ਰੱਖਿਆ ਕਰਨੀ ਹੈ, ਤੁਸੀਂ ਰੱਖੜੀ ਬੰਨੋ ਚਾਹੇ ਨਾ ਬੰਨੋ। ਉਹਨਾਂ ਨੇ ਉਸ ਵੇਲੇ ਵੀ ਕੋਈ ਆਸ ਨਹੀਂ ਸੀ ਰੱਖੀ ਵੀ ਤੁਸੀਂ ਲੋਕ ਰੱਖੜੀ ਬੰਨੋਗੇ ਤਾਂ ਤੁਹਾਡੀ ਮਦਦ ਹੋਣੀ ਆ ਭੈਣਾਂ ਦੀ, ਹੈ ਨਾ, ਤੇ ਨਹੀਂ ਤਾਂ ਨਹੀਂ ਹੋਣੀ, ਹੈ ਨਾ। ਉਹਨਾਂ ਦਾ ਜੋ ਕਾਰਜ, ਉਹਨਾਂ ਦਾ ਕੰਮ ਸੀਗਾ ਜੋ ਕਰਨ ਵਾਲਾ, ਉਹ ਬਖੂਬੀ ਵਧੀਆ ਤਰੀਕੇ ਨਾਲ ਕਰਕੇ ਗਏ ਆ। ਇਸ ਦੰਦਲੇ ਭਾਰਤ ਦੇ ਅੰਦਰ ਅੰਧ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਕੇ ਭਾਰਤੀ ਸੰਵਿਧਾਨ ਤੁਹਾਨੂੰ ਦੇ ਕੇ ਗਏ ਆ। ਹੁਣ ਇਸ ਵੇਲੇ ਜ਼ਿੰਮੇਵਾਰੀ ਇਹਨਾਂ ਭੈਣਾਂ ਦੀ ਇਹ ਬਣਦੀ ਹੈ, ਰੱਖੜੀ ਬੰਨਣ ਦੀ ਬਜਾਏ ਉਸ ਸੰਵਿਧਾਨ ਦੀ ਰੱਖਿਆ ਕਰਨ ਜਿਹਦੇ ਕਰਕੇ ਅਧਿਕਾਰ ਮਿਲਿਆ, ਤਾਂ ਉਹ ਹੌਲੀ ਹੌਲੀ ਕਰਕੇ ਸਾਡੇ ਹੱਥੋਂ ਖੁੱਸਦਾ ਜਾ ਰਿਹਾ। ਉਹ ਸੰਵਿਧਾਨ ਕੰਮ ਨਹੀਂ ਕਰ ਰਿਹਾ, ਸਰਕਾਰਾਂ ਉਹਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ। ਜਿੰਨਾ ਧੱਕਾ ਹੋ ਰਿਹਾ ਹੈ ਰਾਜਸਥਾਨ ਦੇ ਵਿੱਚ, ਇੱਕ ਔਰਤ ਦੇ ਕੱਲ ਦੀ ਵੀਡੀਓ ਸ਼ਾਇਦ ਦੇਖਦਾ ਸੀ, ਕੱਪੜੇ ਲਾ ਦਿੱਤੇ, ਇੱਕ ਔਰਤ ਦੀ ਤੁਸੀਂ ਗੱਲ ਕਰੀ ਜਿਹਦੇ ਨਾਲ ਰੇਪ ਹੋ ਗਿਆ, ਬੱਚੀਆਂ ਦੇ ਨਾਲ ਰੋਜ਼ ਜਿਹੜਾ ਉਹਨਾਂ ਦਾ ਰੇਪ ਹੋ ਰਿਹਾ, ਲੋਕਾਂ ਦੇ ਘਰ ਢਾਏ ਜਾ ਰਹੇ ਆ। ਜੇ ਤੁਸੀਂ ਬਾਬਾ ਸਾਹਿਬ ਦਾ ਮਾਣ ਸਨਮਾਨ ਕਰਨਾ ਤਾਂ ਉਸ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੁਨਰਬਾਜ਼ੀ ਕਰਕੇ ਨਹੀਂ, ਪਾਗਲਪਨ ਕਰਕੇ ਨਹੀਂ, ਉਸ ਸੰਵਿਧਾਨਕ ਤਰੀਕੇ ਨਾਲ ਉਸ ਪੜ੍ਹੇ ਲਿਖੇ ਮਹਾਂਪੁਰਸ਼ ਦੀ ਸੋਚ ਵਾਂਗੂ ਆਪਣੀ ਸੋਚ ਨੂੰ ਡਿਵੈਲਪ ਕਰਕੇ ਉਸ ਸੰਵਿਧਾਨ ਨੂੰ ਬਚਾਓ ਜਿਹਨੇ ਤੁਹਾਡੀ ਰੱਖਿਆ ਕੀਤੀ ਹੈ ਤੇ ਕਰ ਰਿਹਾ ਹੈ। ਰੱਖੜੀ ਨੇ ਇਹ ਤਾਂ ਗੱਲ ਕਲੀਅਰ ਹੋ ਗਈ ਨਾ, ਰੱਖੜੀ ਨੇ ਕੋਈ ਰੱਖਿਆ ਨਹੀਂ ਕਰਨੀ। ਏਦਾਂ ਦਾ ਅਗਰ ਅੰਧ ਵਿਸ਼ਵਾਸ ਫੈਲਦਾ ਆ, ਅਗਰ ਮੈਂ ਦੇਖ ਰਿਹਾ ਸੀਗਾ ਭਾਜੀ, ਸ਼ਾਇਦ ਬੇਦੀ ਸਾਹਿਬ ਉਹਨਾਂ ਨੇ ਤਾਂ ਚਲੋ ਕਮੈਂਟ ਕੀਤਾ, ਮੈਂ ਤਾਂ ਕਮੈਂਟ ਨਹੀਂ ਕਰਿਆ, ਉਹਦਾ ਵੀਡੀਓ ਦੇਖੀ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਲਿਖਿਆ ਸੀ ਨਾਈਸ, ਗੁੱਡ ਜੌਬ, ਜੈ ਭੀਮ, ਬਹੁਤ ਵਧੀਆ ਨਾ, ਜੋ ਵੀ ਇਹ ਵਧੀਆ ਨਹੀਂ ਹੈਗਾ ਕਿਸੇ ਵੀ ਐਂਗਲ ਤੋਂ। ਇਹ ਬਿਲਕੁਲ ਬੇਵਕੂਫੀ ਆ, ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਔਰ ਜ਼ਿੰਮੇਵਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਉੱਤੇ ਟਾਈਮ ਰਹਿੰਦਿਆਂ ਹੀ ਐਕਸ਼ਨ ਲੈ ਲੈਣਾ ਚਾਹੀਦਾ, ਗੱਲ ਕਰਨਾ ਨਹੀਂ ਚਾਹੀਦੀ ਤਾਂ ਜੋ ਸਟਾਪ ਹੋ ਜਾਵੇ। ਕਿਉਂਕਿ ਅਗਰ ਸਾਡੇ ਸਮਾਜ ਵਿੱਚ ਏਦਾਂ ਦਾ ਅੰਧ ਵਿਸ਼ਵਾਸ ਫੈਲ ਗਿਆ ਤਾਂ ਗੁੱਗਾ ਮਾੜੀ ਨਾਲੋਂ ਜ਼ਿਆਦੀਆਂ ਵੱਡੀਆਂ ਲਾਈਨਾਂ ਬਾਬਾ ਸਾਹਿਬ ਦੇ ਸਟੈਚੂ ਤੇ ਲੱਗ ਜਾਣੀਆਂ ਆਉਂਦੀ ਵਾਰ ਰੱਖੜੀ। ਕਿਉਂਕਿ ਵਿਦਵਾਨ ਸਾਡੇ ਲੋਕਾਂ ਨੂੰ ਧੱਕੇ ਨਾਲ ਹਟਾ ਰਹੇ ਆ ਇਹ ਸਾਰੇ ਸਾਥੇ ਤੋਂ, ਜਿਹੜਾ ਬਹੁਤ ਖਤਰਨਾਕ ਹੈ। ਕਿਉਂਕਿ ਗੱਲ ਅਸੀਂ ਥੋਪੀ ਜਾ ਰਹੇ ਹਾਂ ਬਾਰ-ਬਾਰ। ਇੱਕ ਗੱਲ ਜਿਹੜੀ ਬੇਦੀ ਸਾਹਿਬ ਉਹਨਾਂ ਦੀ ਗੱਲ ਜਦੋਂ ਉਹ ਕਰਦੇ ਸੀਗੇ, ਮੇਰੇ ਦਿਮਾਗ ਦੇ ਵਿੱਚ ਗੱਲ ਆਈ ਵੀ ਅਸੀਂ ਥੋਪ ਰਹੇ ਹਾਂ, ਜਿੱਦਾਂ ਦੀਵਾਲੀ ਦਾ ਬਾਈਕਾਟ ਕਰਨਾ। ਕਿਉਂ ਬਾਈਕਾਟ ਕਰਨਾ? ਭਾਰਤੀ ਸੰਵਿਧਾਨ ਹੈ ਕਿ ਹਿੰਦੂ ਜਿਹੜਾ ਧਰਮ ਹੈਗਾ ਉਹਦੇ ਵਿੱਚ ਹਿੰਦੂ ਲੋਕ ਜਿਹੜੇ ਭਾਰਤ ਵਿੱਚ ਰਹਿ ਰਹੇ ਆ, ਉਹਨਾਂ ਦਾ ਹੱਕ ਆ ਹਿੰਦੂ ਮਨਾਉਣ ਦੀਵਾਲੀ, ਕੋਈ ਅਧਿਕਾਰ ਨਹੀਂ। ਅਸੀਂ ਕਾਹਤੇ ਬਾਈਕਾਟ ਕਰਨਾ ਉਹਦਾ? ਸਾਡਾ ਹਿੰਦੂ ਦੇ ਨਾਲ ਕੋਈ ਵੈਰ ਥੋੜੀ ਹੈ, ਹਿੰਦੂ ਦੀ ਦੀਵਾਲੀ ਦੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ। ਸਾਡਾ ਵੈਰ ਜਿਹੜਾ ਸਾਡਾ ਜਿਹੜਾ ਵਿਰੋਧ ਹੈਗਾ ਆ ਉਹ ਅੰਧ ਵਿਸ਼ਵਾਸਾਂ ਦੇ ਨਾਲ ਆ। ਉਹਨਾਂ ਲੋਕਾਂ ਨੂੰ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਤਿਉਹਾਰ, ਜਿਹੜੇ ਰੱਬ ਨੇ ਤੁਹਾਨੂੰ ਕਮਜ਼ੋਰ ਕਰਿਆ, ਜਿਹੜੇ ਰੱਬ ਨੇ ਤੁਹਾਨੂੰ ਦੱਬਿਆ ਇੰਨਾ ਚਿਰ, ਤੁਹਾਨੂੰ ਅੱਗੇ ਵਧਣ ਨਹੀਂ ਦਿੱਤਾ, ਉਹਨਾਂ ਦੇ ਤਿਉਹਾਰ ਸੈਲੀਬ੍ਰੇਟ ਕਰਨ ਦੀ ਬਜਾਏ ਉਹ ਆਹ ਵਾਲੀਆਂ ਅੰਧ ਵਿਸ਼ਵਾਸ ਵਾਲੀਆਂ ਗੱਲਾਂ ਨੂੰ ਛੱਡ ਕੇ ਨਾ ਤਰੀਕੇ ਆਹ ਜਿਹੜੇ ਫੈਸਟੀਵਲ ਹੈਗੇ ਇਹਨਾਂ ਨੂੰ ਇੰਜੋਏ ਕਰਨਾ। ਰੋਜ਼ ਥੋੜੀ ਆ ਸਕਦਾ, ਇਹ ਤਾਂ ਸਿੱਧੇ ਹੀ ਪੱਧਰੇ ਹੋ ਗਏ। ਕੀ ਭਾਰਤੀ ਸੰਵਿਧਾਨ ਇਸ ਗੱਲ ਦੀ ਤੁਹਾਨੂੰ ਇਜਾਜ਼ਤ ਦਿੰਦਾ ਹੈ ਵੀ ਕਿਸੇ ਨੂੰ ਕਿਸੇ ਦਾ ਤਿਉਹਾਰ ਮਨਾਉਣ ਤੋਂ ਤੁਸੀਂ ਰੋਕ ਸਕਦੇ ਹੋ? ਤੁਹਾਡੇ ਕੋਲ ਰਾਈਟ ਹੈਗਾ। ਇਹ ਤਾਂ ਮਨੁੱਖੀ ਅਧਿਕਾਰਾਂ ਦੇ ਉਲਟ ਦੀ ਗੱਲ ਹੈਗੀ ਆ। ਅਸੀਂ ਕੀ ਕਰਨਾ? ਬਾਈਕਾਟ ਨਹੀਂ ਇਹਨਾਂ ਚੀਜ਼ਾਂ ਦਾ ਕਰਨਾ, ਵਿਰੋਧ ਨਹੀਂ ਕਰਨਾ, ਇਹਦੇ ਅੰਦਰ ਗੰਦਲੇਪਨ ਦੀ ਗੱਲ ਕਰਨੀ ਆ ਵੀ ਆਹ ਜਿਹੜਾ ਕੰਮ ਹੈਗਾ ਆ ਇਹ ਫਰੋਡ ਆ। ਇਹਦੇ ਨਾਲ ਪੁਜਾਰੀ ਨੂੰ ਜਿਹੜਾ ਆ ਫਾਇਦਾ ਹੋ ਰਿਹਾ। ਕਾਮਾ ਵਰਗ ਜਿਹੜਾ ਆ ਇੱਥੇ ਲੁੱਟਿਆ ਜਾ ਰਿਹਾ। ਜਿੱਦਾਂ ਬੇਦੀ ਸਾਹਿਬ ਨੇ ਬਹੁਤ ਵਧੀਆ ਉਦਾਹਰਨ ਦਿੱਤੀ ਵੀ ਦੁਕਾਨ ਕਿਹੜੀ ਸੀ, ਵਪਾਰ ਕਿਹੜਾ ਵਧਾ ਰਿਹਾ ਸੀ, ਕਿੱਦਾਂ ਉਹਨੂੰ ਲੱਗਿਆ ਵੀ ਵਪਾਰ ਥੋੜਾ ਘੱਟ ਹੋ ਰਿਹਾ ਜਾਂ ਮਠਿਆਈ ਬਣੀ ਖਰਾਬ ਹੋ ਜੂਗੀ। ਕੱਲ ਦੀ ਬਣੀ ਮਠਿਆਈ ਆ, ਉਦੋਂ ਏਡੇ ਸਾਧਨ ਤਾਂ ਹੋਇਆ ਨਹੀਂ ਸੀ ਕਰਦੇ ਮਠਿਆਈਆਂ ਸਾਂਭਣ ਦੇ, ਖਰਾਬ ਹੋਣ ਦੇ ਡਰ ਤੋਂ ਪੈਂਚਕਾਂ ਵਰਗੀ ਕੋਈ ਚੀਜ਼ ਕੱਢ ਦਿਓ, ਕੋਈ ਏਦਾਂ ਦੀ ਚੀਜ਼ ਛੱਡ ਦਿਓ ਛੋੜਨੀ ਵੀ ਜਿਹਦੇ ਨਾਲ ਇਹਦੀ ਵਿਕਰੀ ਛੇਤੀ ਹੋ ਜਾਵੇ, ਸਮਾਨ ਜਿਹੜਾ ਜਾਂਦਾ ਲੱਗੇ ਲੋਕਾਂ ਦੇ ਘਰਾਂ 'ਚ ਪਹੁੰਚ ਜਾਵੇ। ਇਹ ਚੀਜ਼ਾਂ ਸੀਗੀਆਂ, ਇਹ ਪਾਲਿਸੀਆਂ ਸੀ, ਇਹ ਬਰੀਕੀਆਂ ਸੀਗੀਆਂ ਜਿਨ੍ਹਾਂ ਦੀ ਛਾਣਬੀਨ ਕਰਨੀ ਸੀ, ਜਿਨ੍ਹਾਂ ਤੇ ਪਕੜ ਕਰਨੀ ਸੀ ਅਸੀਂ। ਬਿਲਕੁਲ ਅਮਰ ਭਾਈ ਜੀ, ਮੈਨੂੰ ਲੱਗਦਾ ਵੀ ਜਿੱਦਾਂ ਉਹ ਆਪਣੇ ਜਿਹੜਾ ਵੀਰਵਾਦ, ਕਿਉਂਕਿ ਆਪਣੇ ਜਿੱਦਾਂ ਨਾ ਤਾਂ ਪੜ੍ਹਨ ਦੀ, ਮੈਂ ਕਹਿੰਦਾ ਪੜ੍ਹਨਾ ਵੀ ਤਾਂ ਤੁਹਾਡੇ ਲਈ ਫਾਇਦੇਮੰਦ ਆ ਜੇ ਤੁਸੀਂ ਪੜ੍ਹ ਕੇ ਬੁੱਧੀ ਦਾ ਵਿਕਾਸ ਕਰੋ। ਜੇ ਪੜ੍ਹ ਕੇ ਤੁਸੀਂ 19 ਕੁ ਲਾਈਨ ਨੂੰ ਪੜ੍ਹ ਕੇ ਸਿਰਫ ਉਹ ਗੱਲ ਦੂਜੇ ਨੂੰ ਸੁਣਾਉਣ ਤੱਕ ਰੱਖਣੀ ਆ, ਫਿਰ ਤੁਹਾਡਾ ਪੜ੍ਹਿਆ ਵੀ ਮੈਂ ਕਹਿੰਦਾ ਵਿਅਰਥ ਵਾ। ਕਿਉਂਕਿ ਤੁਸੀਂ ਉਹ ਪੜ੍ਹਨ ਦੇ ਅਰਥ ਹੀ ਗਲਤ ਕਰੀ ਜਾਣੇ। ਤੁਸੀਂ ਜਿੱਦਾਂ ਪਿਆਰੀ ਨੇ ਕਰਦੇ ਆ ਨਾ, ਜਿੱਦਾਂ ਪਿਆਰੀ ਦੇ ਅਰਥ ਜਿਹੜੇ ਹੈਗੇ ਆ ਉਹ ਤੁਹਾਨੂੰ ਵੀ ਈਗੋ ਨੇ ਮਾਰ ਜਾਣਾ। ਜਿੱਦਾਂ ਹੁਣ ਬਾਬਾ ਸਾਹਿਬ ਦੀਆਂ ਜਿਹੜੀਆਂ ਗੱਲਾਂ ਆ, ਜਦੋਂ ਆਪਾਂ ਅਕਸਰ ਗੱਲ ਕਰਦੇ ਹੋ, ਇੰਨੀਆਂ ਕਿਤਾਬਾਂ ਨਹੀਂ ਪੜ੍ਹੀਆਂ ਪਰ ਇੰਨਾ ਤਾਂ ਪਤਾ ਲੱਗ ਗਿਆ ਨਾ ਕਿ ਬਾਬਾ ਸਾਹਿਬ ਸਾਨੂੰ ਕਿਹੜੇ ਸਾਈਡ ਤੋਂ ਚੱਕ ਕੇ ਕਿਹੜੀ ਸਾਈਡ ਤੇ ਲਿਆਉਣਾ ਚਾਹੁੰਦੇ ਸੀਗੇ, ਕਿਹੜੇ ਢਾਂਚੇ ਦਾ ਅਸੀਂ ਵਿਰੋਧ ਕਰਨਾ ਆ, ਮੌਜੂਦਾ ਹਾਲਾਤਾਂ ਦੇ ਵਿੱਚ ਘਰ ਦੇ ਹਾਲਾਤ ਕਿੱਦਾਂ ਦੇ ਉਹਨੂੰ ਸੁਧਾਰਨਾ ਕਿੱਦਾਂ ਆ, ਮੌਜੂਦਾ ਹਾਲਾਤਾਂ ਦੇ ਵਿੱਚ ਸਮਾਜ ਦੇ ਹਾਲਾਤ ਕਿੱਦਾਂ ਦੇ ਆ ਉਹਨੂੰ ਸੁਧਾਰਨਾ ਕਿੱਦਾਂ ਆ, ਔਰ ਮੌਜੂਦਾ ਹਾਲਾਤਾਂ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਸੋਚਦਾ ਆ ਉਹਦੇ ਨਾਲ ਤੁਰਨਾ ਆ ਕਿ ਨਹੀਂ ਤੁਰਨਾ। ਐਡੀ ਕੁ ਤਾਂ ਸੋਝੀ ਸਾਨੂੰ ਕਿਤਾਬ ਪੜ੍ਹ ਕੇ ਆਉਣੀ ਚਾਹੀਦੀ ਹੈ ਨਾ ਬਾਬਾ ਸਾਹਿਬ ਦੀ। ਕੋਈ ਜੇ ਕਿਤਾਬ ਪੜ੍ਹੀ ਅਸੀਂ
ਤੇ ਮੈਨੂੰ ਲੱਗਦਾ ਉਹ ਲੋਕ ਉਹ ਆ ਜਿਨ੍ਹਾਂ ਨੇ ਜੈ ਭੀਮ ਕਹਿਣਾ ਸਿੱਖ ਲਿਆ, ਪਤਾ ਲੱਗ ਗਿਆ ਬਾਬਾ ਸਾਹਿਬ ਨੇ ਅਧਿਕਾਰ ਸਾਨੂੰ ਲੈ ਕੇ ਦਿੱਤੇ ਆ, ਤੇ ਉਹਨਾਂ ਨੂੰ ਲੱਗਾ ਉਹ ਬੰਦਾ ਜਿਹੜਾ ਸੰਗਰੂਰ ਦੀ ਆ, ਉਹ ਸੰਗਰੂਰ ਦੇ ਵਿੱਚ ਉਹ ਆਪਣੀ ਮਿਸੇਜ ਨੂੰ, ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਗਿਆ ਤੇ ਉਹਨੂੰ ਕਿਹਾ ਵੀ ਚਲੋ ਆਪਾਂ ਪਹਿਲਾਂ ਤੂੰ ਇਦਾਂ ਕਰ, ਆਪਣੇ ਭਰਾ ਦੇ ਰੱਖੜੀ ਬਾਅਦ ਚੋਂ ਬੰਨ ਲਈ, ਪਹਿਲਾਂ ਤਾਂ ਸਾਨੂੰ ਅਧਿਕਾਰ ਹੀ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਆ, ਪਹਿਲਾਂ ਤੂੰ ਇਦਾਂ ਕਰ ਰੱਖੜੀ ਉਹਦੇ ਬੰਨ੍ਹ, ਬਾਬਾ ਸਾਹਿਬ ਦੇ ਸਟੈਚੂ ਦੇ ਬੰਨ੍ਹ ਦੇ, ਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ। ਹੁਣ ਉਹਨਾਂ ਦੀ ਮੈਨੂੰ ਲੱਗਦਾ ਸੋਚ ਉੱਥੇ ਖੜੀ ਆ। ਮੈਨੂੰ ਨਹੀਂ ਲੱਗਦਾ ਉਹ ਭੈਣ ਨੇ ਵੀ ਕਦੀ ਬਾਬਾ ਸਾਹਿਬ ਦੀ ਕੋਈ ਕਿਤਾਬ ਪੜ੍ਹੀ ਹੋਊਗੀ, ਤੇ ਉਸ ਵੀਰ ਨੇ ਵੀ ਜਿਹੜਾ ਵੀਡੀਓ ਬਣਾ ਰਿਹਾ ਉਹਨੇ ਵੀ ਪੜ੍ਹੀ ਹੋਊਗੀ। ਪਰ ਜਿਹੜੇ ਤੁਸੀਂ ਗੱਲ ਕੀਤੀ ਥੱਲੇ ਕਮੈਂਟ ਕਰ ਰਹੇ ਸੀਗੇ, ਉਹ ਕਮੈਂਟ ਕਰਨ ਵਾਲੇ ਬਹੁਤ ਸਾਰੇ ਵੀਰ ਜਿਹੜੇ ਵਿੱਚੋਂ ਮੰਨ ਲਓ ਬਹੁਤ ਸਾਰੀ, ਮੈਨੂੰ ਲੱਗਦਾ ਕਮੈਂਟਾਂ ਦੇ ਵਿੱਚੋਂ ਬਹੁਤਾਤ ਗਿਣਤੀ ਜਿਹੜੀ ਸੀਗੀ ਉਹ ਨਾਈਸ, ਜੈ ਭੀਮ ਜਾਂ ਉਹ ਸੀਗਾ, ਉਹ ਇਸੇ ਜਾਣੀ ਕਿ ਉਸ ਗੱਲ ਨੂੰ ਜਾਇਜ਼ ਠਹਿਰਾ ਰਹੇ ਸੀਗੇ। ਤੇ ਬਾਕੀ ਉਹ ਜਿਹੜੇ ਲੋਕ ਚੈਨਲ ਤੇ ਪਾ ਕੇ, ਮੈਂ ਕਹਿੰਦਾ ਉਹ ਦਲਾਲ ਜਾਂ ਬੁੱਚੜ ਜਿਹੜੇ ਲੋਕ ਹੈਗੇ ਆ, ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਰ ਕੀ ਰਹੇ ਹੈਗੇ ਆ, ਵੀ ਕਹਿ ਰਹੇ ਹੈਗੇ ਆ ਵੀ ਫਟਾਫਟ ਸ਼ੇਅਰ ਕਰ ਦਿਓ ਇਸ ਚੀਜ਼ ਨੂੰ, ਫਟਾਫਟ ਸ਼ੇਅਰ ਕਰ ਦਿਓ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈਗਾ। ਵੀ ਇਹਨਾਂ ਨੂੰ ਇਹ ਨਹੀਂ ਸਮਝ ਲੱਗ ਰਿਹਾ ਹੈਗੀ ਆ ਵੀ ਤੁਸੀਂ ਜਿਹੜੀ ਇਹ, ਜੇ ਉਹਨਾਂ ਨੂੰ ਨਹੀਂ ਪਤਾ ਤੇ ਬਾਬਾ ਸਾਹਿਬ ਦੀ ਜਿਹੜੀਆਂ 22 ਪ੍ਰਤਿਗਿਆਵਾਂ ਆ, ਉਹ ਅਕਸਰ ਮੈਂ ਜਦੋਂ ਇੰਡੀਆ ਗਿਆ ਸੀਗਾ, ਇਹ ਕਾਫੀ ਸਾਥੀਆਂ ਨੂੰ ਉਹ ਵੰਡੀਆਂ ਤੇ ਪਤਾ ਲੱਗਾ ਵੀ 22 ਪ੍ਰਤਿਗਿਆਵਾਂ। ਮੈਂ ਕਹਿੰਦਾ ਉਸ ਭੈਣ ਨੂੰ ਕੋਈ ਕਿਤਾਬ ਨਾ ਪੜਾਓ, 22 ਪ੍ਰਤਿਗਿਆਵਾਂ ਪਹਿਲਾਂ ਜਿਹੜੀਆਂ ਆ ਬਾਬਾ ਸਾਹਿਬ ਦੀਆਂ ਉਹ ਪੜ੍ਹਾ ਕੇ ਉਦੋਂ ਬਾਅਦ ਉਹਨਾਂ ਨੂੰ ਉਹਨੂੰ ਕਹੋ ਵੀ ਸੋਚ, ਫੇਰ ਕਿਤੇ ਉਹਦਾ ਜ਼ਮੀਰ ਇਜਾਜ਼ਤ ਦਊਗਾ ਉਹ ਰੱਖੜੀ ਬੰਨ੍ਹ ਵੀ ਫਿਰ ਬਾਬਾ ਸਾਹਿਬ ਦੇ। ਉਹ ਵੀਰ ਜਿਹੜਾ ਆਪਣੀ ਘਰ ਵਾਲੀ ਲੈ ਗਿਆ, ਉਹਨਾਂ ਨੂੰ 22 ਪ੍ਰਤਿਗਿਆਵਾਂ ਬਾਰੇ ਦੱਸ ਕੇ, ਫਿਰ ਹਿੰਦੂ ਤਿਉਹਾਰ ਜਿਹੜਾ ਹੈਗਾ ਆ ਜਾਂ ਫਿਰ ਰੱਖੜੀਆਂ ਦਾ ਤਿਉਹਾਰ ਦੀ ਜਿਹੜਾ ਇਤਿਹਾਸ ਦੱਸ ਕੇ, ਫਿਰ ਉਹਨਾਂ ਨੂੰ ਕਹੇ ਵੀ ਹੁਣ ਤੁਹਾਡਾ ਦਿਲ ਕਰਦਾ ਆ ਰੱਖੜੀ ਬੰਨ੍ਹਣ ਨੂੰ ਬਾਬਾ ਸਾਹਿਬ ਦੇ, ਤਾਂ ਕੀ ਸਟੈਚੂ ਦੇ, ਕੀ ਕਿਸੇ ਦੇ ਵੀ। ਅਸਲ ਦੇ ਵਿੱਚ ਸਾਡੀਆਂ ਵੀ ਨਾਕਾਮਯਾਬੀਆਂ ਹੈਗੀਆਂ ਆ। ਅਸੀਂ ਸਮਾਜ ਦੇ ਵਿੱਚ ਇੰਨਾ ਕੀ ਪ੍ਰਚਾਰ ਕਰਤਾ ਕਿ ਦੇਖੋ ਇਹ ਸਾਨੂੰ ਸਾਰੇ ਜਿਹੜੇ ਤਿਉਹਾਰ ਵਾ ਉਹ ਜੇ ਅਸੀਂ ਮਨਾਉਣੇ ਆ ਤੇ ਬਾਬਾ ਸਾਹਿਬ ਦੇ, ਜਾਂ ਦੀਵਾਲੀ ਜੇ ਮਨਾਉਣੀ ਆ ਤੇ ਦੀਵਾਲੀ ਸਾਡੀ 14 ਅਪ੍ਰੈਲ ਨੂੰ, ਇੱਦਾਂ ਦੀਆਂ ਗੱਲਾਂ ਬਾਬਾ ਸਾਹਿਬ ਨਾਲ ਜੋੜ ਦਿੱਤੀਆਂ। ਤੇ ਉਹਨਾਂ ਨੂੰ ਲੱਗਾ, ਜਿਨ੍ਹਾਂ ਕੋਲ ਟਾਈਮ ਨਹੀਂ, ਉਹਨਾਂ ਨੂੰ ਲੱਗਾ ਕਿ ਨਹੀਂ, ਜੇਕਰ ਸਾਡੇ ਲਈ ਸਾਰਾ ਕੁਝ ਬਾਬਾ ਸਾਹਿਬ ਨੇ ਕੀਤਾ ਆ, ਚੱਕ ਕੇ ਚਲੋ ਜੀ ਰੱਖੜੀ ਵੀ ਬਾਬਾ ਸਾਹਿਬ ਦੇ ਸਟੈਚੂ ਦੇ ਬੰਨ੍ਹ ਦਿਓ। ਮੈਂ ਇੱਕ ਲਾਈਵ ਦੇ ਵਿੱਚ ਅਮਰ ਭਾਜੀ ਗੱਲ ਕਰ ਦਵਾਂ, ਬਾਅਦ ਤੁਸੀਂ ਗੱਲ ਸ਼ੁਰੂ ਕਰਿਓ ਕਿ ਜੇ ਕੋਈ ਸਾਥੀ ਸਾਡਾ ਕੋਈ ਜਾਣਦਾ ਆ ਅੱਜ ਦੇ ਲਾਈਵ ਦੇ ਵਿੱਚ ਇਹ, ਜਾਂ ਇੰਨੀ ਕੁ ਗੱਲ ਕੱਟ ਕੇ ਸਾਥੀ ਤੱਕ ਉਹ ਜ਼ਰੂਰ ਪਹੁੰਚਾਉਣ। ਜਿਹੜੇ ਸੰਗਰੂਰ ਦੇ ਉਹ ਸਾਥੀ ਆ, ਜਿਹੜੀ ਭੈਣ ਉਹ ਰੱਖੜੀ ਬੰਨ੍ਹ ਰਹੀ ਸੀਗੀ, ਜਾਂ ਫਿਰ ਉਹ ਵੀਰ ਵੀਡੀਓ ਬਣਾ ਰਿਹਾ ਹੈਗਾ, ਉਹਨਾਂ ਤੱਕ ਕੋਈ, ਉਹਨਾਂ ਦਾ ਕੋਈ ਨੰਬਰ ਹੈ, ਉਹਨਾਂ ਤੱਕ ਕੋਈ ਸਾਥੀ ਪਹੁੰਚ ਕਰ ਸਕਦਾ ਹੈਗਾ ਆ, ਤੇ ਉਹ ਸਾਥੀ ਉਹਨਾਂ ਦਾ ਨੰਬਰ ਸਾਡੇ ਤੱਕ ਜ਼ਰੂਰ ਪਹੁੰਚਾਉਣ। ਉਹਨਾਂ ਤੱਕ ਅਸੀਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਕੇ ਇਸ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦਾ ਜਿਹੜਾ ਕੋਈ ਨਾ ਕੋਈ ਸਿੱਟਾ ਕੱਢਿਆ ਜਾ ਸਕੇ, ਤਾਂ ਜੋ ਜਿਹੜੀ ਭੇਡ ਚਾਲ ਵਾ, ਜਿੱਦਾਂ ਗੁੱਗੇ ਦੇ ਉੱਪਰ ਗੁੱਗਾ ਪੂਜਣ ਸਾਡੇ ਲੋਕ ਮੜੀਆਂ ਦੇ ਜਿਹੜੀਆਂ ਆਪਣੀਆਂ ਸੱਪਾਂ ਦੀਆਂ ਬਰਮੀਆਂ ਉਹਨਾਂ ਤੇ ਦੁੱਧ ਪਾਉਣ ਜਾਂਦੇ ਆ, ਸੇਮੀਆਂ ਪਾਉਣ ਜਾਂਦੇ ਆ, ਪਰ ਸਾਰਿਆਂ ਨੂੰ ਪਤਾ ਕਿ ਸੱਪ ਦੀ ਖੁਰਾਕ ਦੁੱਧ ਨਹੀਂ ਹੈਗੀ। ਜਿਹੜੇ ਅੱਜ ਦਾ ਪੜ੍ਹਿਆ ਲਿਖਿਆ ਵਰਗ ਆ ਉਹਨੂੰ ਪਤਾ ਕਿ ਸੱਪ ਦੀ ਖੁਰਾਕ ਦੁੱਧ ਨਹੀਂ ਹੈਗੀ, ਪਰ ਅਸੀਂ ਇਹੀ ਸਮਝੀ ਗਏ ਵੀ ਸ਼ਾਇਦ ਸੱਪ ਦੁੱਧ ਪੀਂਦਾ ਆ ਤੇ ਉੱਥੇ ਦੁੱਧ ਪਾਉਣ ਚਲ ਜਾਂਦੇ ਆ, ਬਰਮੀਆਂ ਤੇ ਸੇਮੀਆਂ ਪਾ ਜਾਂਦੇ ਆ, ਗੁੱਗਾ ਪੂਜੀ ਜਾਂਦੇ ਆ। ਇਦਾਂ ਦੇ ਅੰਧ ਵਿਸ਼ਵਾਸ ਕਰਮ ਕਾਂਡਾਂ ਦੇ ਵਿੱਚ ਫਸੇ ਲੋਕ ਉਹ ਅੱਜ ਜਿਹੜੀਆਂ ਪਿੱਪਲ ਦੇ ਦਰਖਤਾਂ ਨਾਲ ਜਾਂ ਕਿਤੇ ਮੌਲੀਆਂ ਬੰਨੀ ਜਾਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਪੈਰਤਾਂ ਵੈਰੀ ਨਾਈਸ ਜੈ ਭੀਮ ਦੇ ਕਮੈਂਟਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਭਾਜੀ ਨੇ ਗੱਲ ਕੀਤੀ ਕਿ ਬਹੁਤ ਸਾਰੇ ਪਾਸੇ ਬਾਬਾ ਸਾਹਿਬ ਦੇ ਜਿਹੜੇ ਵੱਡੇ ਪੱਧਰ ਤੇ ਸਟੈਚੂ ਲੱਗੇ ਹੋਏ ਆ ਪਿੰਡਾਂ ਦੇ ਵਿੱਚ, ਉੱਥੇ ਬਾਅਦ ਵਿੱਚ ਰੱਖੜੀਆਂ ਵਾਲੇ ਦਿਨ ਉੱਥੇ ਰੱਖੜੀਆਂ ਦੇ ਨਾਲ ਜਿਹੜਾ ਹੈਗਾ ਆ ਧਾਗਿਆਂ ਦੇ ਨਾਲ ਬਾਬਾ ਸਾਹਿਬ ਦਾ ਜਿਹੜਾ ਪੂਰਾ ਸਟੈਚੂ ਭਰ ਦਿਆ ਕਰਨਾ ਇਹਨਾਂ ਨੇ। ਇਹ ਉਹ ਲੋਕ ਆ ਜਿਨ੍ਹਾਂ ਨੂੰ ਕੁਛ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਤਿਉਹਾਰਾਂ ਨੂੰ ਵੀ ਅਸੀਂ ਮਨਾਉਣਾ ਆ, ਤੇ ਇਹ ਬਾਬਾ ਸਾਹਿਬ ਨੂੰ ਵੀ ਜਿਹੜਾ ਹੈਗਾ ਮਨੂਵਾਦ ਦੇ ਰੰਗ 'ਚ ਰੰਗ ਦੇਣਗੇ। ਪਰ ਉਹ ਅਹਿਸਾਸ ਜਿਹੜਾ ਕਿੱਦਾਂ ਆ, ਅਸੀਂ ਉਹਨਾਂ ਨੂੰ ਪਿਆਰ ਨਾਲ, ਧੱਕੇ ਨਾਲ ਨਹੀਂ, ਪਿਆਰ ਨਾਲ ਜੇਕਰ ਕਰਾਵਾਂਗੇ ਤਾਂ ਜ਼ਰੂਰ ਉਹ ਸਮਝਣਗੇ। ਮੈਂ ਤਾਂਹੀਓ ਇਸ ਲਈ ਸਵਾਲ ਕੀਤਾ ਵੀ ਉਹਨਾਂ ਵੀਰਾਂ ਦਾ, ਉਸ ਵੀਰ ਦਾ, ਉਸ ਭੈਣ ਦਾ, ਉਹਨਾਂ ਪਰਿਵਾਰ ਦਾ ਕੋਈ ਨੰਬਰ ਹੋਇਆ ਤਾਂ ਜ਼ਰੂਰ ਸਾਡੇ ਜਿਹੜਾ ਨੰਬਰ ਉੱਪਰ ਦਿੱਤਾ ਹੈ ਉੱਤੇ WhatsApp ਕਰ ਦੇਣ, ਜਾਂ ਸਾਡੇ ਨਾਲ ਸੰਪਰਕ ਕਰਕੇ ਜ਼ਰੂਰ ਸਾਨੂੰ ਭੇਜਣ। ਉਹਨਾਂ ਨਾਲ ਕੋਈ ਗੱਲ ਕਰ ਸਕਦਾ ਖੁਦ ਗੱਲ ਕਰਕੇ ਉਹਨਾਂ ਤੱਕ ਜਿਹੜੀ ਪਹੁੰਚ ਜ਼ਰੂਰ ਕਰਨ। ਤੇ ਇਹ ਗੱਲਾਂ ਸੀਗੀਆਂ। ਤੇ ਬਾਕੀ ਅਮਰ ਭਾਜੀ ਤੁਸੀਂ ਫਿਰ ਆਪਾਂ ਕਈ ਗੱਲਾਂ ਬਾਤਾਂ ਸੀਗੀਆਂ, ਕਾਫੀ ਆਪਣੀਆਂ ਹੋਈਆਂ ਵੀ ਹੈਗੀਆਂ ਇਸ ਵਿਸ਼ੇ ਤੇ। ਜਿਹੜਾ ਆਪਾਂ ਵਪਾਰ ਤੇ ਵੀ ਗੱਲ ਕੀਤੀ, ਆਪਣੇ ਬੇਦੀ ਭਾਜੀ ਵੀ ਕਰਕੇ ਜਿਹੜਾ ਵਪਾਰ ਦੇ ਨਾਲ ਇਹ ਗੱਲਾਂ ਤੁਰੀਆਂ। ਇੱਕ ਗੱਲ ਸੀਗੀ ਜਿਹੜੀ ਥੋੜੀ ਮੇਰੀ ਵਿੱਚ ਰਹਿ ਗਈ ਆ ਰੁੱਤਾਂ ਦੀ, ਤੇ ਉਹਨੂੰ ਮੈਂ ਥੋੜੀ ਖਤਮ ਕਰ ਦਵਾਂ। ਮੈਂ ਕਹਿੰਦਾ ਕਿ ਜਿਹੜੀ ਆ ਇੱਕ ਹੋਲੀ ਦਾ ਰੰਗ ਸੀਗਾ, ਆਪਾਂ ਪਹਿਲਾਂ ਵੀ ਆਫੇਅਰ ਵੀ ਗੱਲ ਕੀਤੀ ਸੀ, ਜਿੱਦਾਂ ਭਾਈ ਅੰਬੇਦੀ ਮੀਰਪੁਰੀ ਨੇ ਭਾਈ ਨੇ ਗੱਲ ਕੀਤੀ ਵੀ ਬਹੁਤ ਤਿਉਹਾਰ ਵਾ ਜਿਹੜੇ ਔਰਤ ਨੂੰ ਗੁਲਾਮ ਦਰਸਾਉਂਦੇ ਆ, ਔਰਤ ਨੂੰ ਇੱਕ ਤਰ੍ਹਾਂ ਨਾਲ ਅਪਾਹਿਜ ਦੱਸਦੇ ਆ। ਭਾਵੇਂ ਉਹ ਵਰਤਾਂ ਦਾ ਉਹ ਵੀ ਔਰਤ ਰੱਖਦੀ ਆ ਉਮੀਦ ਵਿੱਚ, ਤੇ ਜਿਹੜੀ ਰੱਖੜੀ ਦਾ ਉਹ ਵੀ ਉਮੀਦ ਰੱਖਦੀ ਮਰਦ ਤੋਂ, ਆਪਣੇ ਭਰਾ ਤੋਂ। ਤੇ ਪਰ ਜਿਹੜੇ ਕੁਝ ਤਿਉਹਾਰ ਆ, ਜਿੱਦਾਂ ਮੈਂ ਵਿਸਾਖੀ ਦੀ ਵੀ ਗੱਲ ਕੀਤੀ ਆ ਕਿ ਖੁਸ਼ੀ ਸੀਗੀ, ਫਸਲ ਪੱਕੀ ਆ, ਬਾਅਦ ਚੋਂ ਵਿਹਲੇ ਹੋ ਕੇ ਨਹਾਉਣ ਜਾਂਦੇ ਆ ਵਿਸਾਖੀ ਤੇ,
ਮੇਲਾ ਲੱਗਦਾ, ਨੱਚਣਾ ਟੱਪਣਾ। ਅਸਲ 'ਚ ਜਿਹੜਾ ਮੇਨ ਜਿਹੜੀ ਚੀਜ਼ ਸੀਗੀ, ਉਹਨਾਂ ਬਾਕੀ ਤਿਉਹਾਰ ਕੀ ਜਿਹੜੇ ਜੁੜਦੇ ਹੈਗੇ ਆ ਉਹ ਵੱਖਰੀ ਗੱਲ ਆ, ਧਰਮ ਦੇ ਨਾਲ ਜਿੱਦਾਂ ਲੈ ਜਾਓ ਉਹਨੂੰ, ਬਾਅਦ ਚੋਂ ਜਿਹੜੀ ਪਹਿਲਾਂ ਤੋਂ ਚੱਲਿਆ ਆ ਰਿਹਾ ਸੀਗਾ। ਫਿਰ ਜਿਹੜਾ ਇੱਕ ਹੋਲੀ ਆ ਉਹ ਪਹਿਲਾਂ ਤੋਂ ਚੱਲੀ ਆ ਰਹੀ ਸੀ, ਇੱਕ ਰੰਗਾਂ ਦੀ ਕੁਦਰਤ ਦੀ ਹੋਲੀ ਸੀਗੀ। ਜਦੋਂ ਤੁਸੀਂ ਦੇਖਦੇ ਆ ਸਾਥੀਓ, ਧਿਆਨ ਮਾਰਿਓ, ਜਦੋਂ ਹੋਲੀ ਹੁੰਦੀ ਆ ਨਾ, ਉਦੋਂ ਕੁਦਰਤ ਦੀ ਰੰਗੋਲੀ ਹੋਲੀ ਹੁੰਦੀ ਹੈਗੀ ਆ। ਕੁਦਰਤ ਦੇ ਵੱਲੋਂ ਜਿਹੜੇ ਇੱਕ ਇਹੋ ਜਿਹੇ ਫੁੱਲ ਜਿਹੜੇ ਆ ਉਹ ਖਿੜੇ ਹੁੰਦੇ ਆ ਜਿਹੜੇ ਪੂਰੇ ਸਾਲ ਭਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੇ। ਰੰਗਾਂ ਦੀ ਹੋਲੀ ਹੁੰਦੀ ਆ ਉਹ। ਰੰਗ ਤੁਸੀਂ ਕਦੇ ਆਪਣੇ ਮੂੰਹ ਤੇ ਸਿਰ ਤੇ ਕਿਸੇ ਦੇ ਮਲਣਾ ਨਹੀਂ ਹੁੰਦਾ। ਉਹ ਕੁਦਰਤ ਦੇ ਰੰਗਾਂ ਦੀ ਹੋਲੀ ਆ, ਜਿਹਦੇ ਤੋਂ ਉਹ ਰੰਗੋਲੀ ਹੋਲੀ ਬਣੀ। ਉਹ ਇੱਕ ਤਿਉਹਾਰ ਭਾਰਤ ਦਾ, ਕਿਉਂਕਿ ਮੈਂ ਦੱਸਿਆ ਵੀ ਭਾਰਤ ਦੇ ਵਿੱਚ ਜਿਹੜੀਆਂ ਰੁੱਤਾਂ ਹੈਗੀਆਂ ਸਭ ਤੋਂ ਵੱਧ ਦੇਸ਼ਾਂ ਦੇ ਵਿੱਚ ਜਿਹੜੀਆਂ ਹੈਗੀਆਂ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ, ਔਰ ਉਹ ਉੱਥੋਂ ਇਹ ਹੋਲੀ ਬਣੀ। ਪਰ ਉਹਨੂੰ ਕਿੱਦਾਂ ਕਾਬਜ਼ ਕੀਤਾ ਬ੍ਰਾਹਮਣ ਨੇ, ਪੁਜਾਰੀ ਨੇ, ਉਹਨੂੰ ਕਿੱਦਾਂ ਆਪਣੀਆਂ ਜਿਹੜੀਆਂ ਮਨ ਦੂਜੀਆਂ ਕਹਾਣੀਆਂ ਨਾਲ ਜੋੜ ਦਿੱਤੀਆਂ। ਉਸ ਤੋਂ ਬਾਅਦ ਵਿੱਚ ਜਿਹੜੇ ਦੀਵਾਲੀ ਸੀਗੀ, ਦੀਵਾਲੀ ਦਾ ਵੀ ਇਦਾਂ ਹੀ ਸੀਗਾ, ਇੱਕ ਰੁੱਤਾਂ ਦੇ ਨਾਲ ਸੰਬੰਧਿਤ ਤਿਉਹਾਰ ਸੀਗਾ। ਜਦੋਂ ਲੋਕ ਕਬੀਲਿਆਂ 'ਚ ਰਹਿੰਦੇ ਸੀਗੇ, ਇਹ ਜਦ ਰਾਵਣ ਨਹੀਂ ਹੋਇਆ, ਰਾਮ ਨਹੀਂ ਹੋਇਆ, ਤਾਂ ਫਿਰ ਦੀਵਾਲੀ ਕਿੱਥੋਂ? ਫਿਰ ਦੀਵਾਲੀ ਵੀ ਨਹੀਂ ਹੋਣੀ ਚਾਹੀਦੀ ਸੀ। ਇਹ ਨਹੀਂ ਸੀ ਵੀ ਜਦੋਂ ਉਹਨੇ ਰਾਮ ਤੇ ਰਾਵਣ ਦੀ ਕਹਾਣੀ ਸਥਾਪਿਤ ਕੀਤੀ ਤਾਂ ਨਾਲ ਦੀਵਾਲੀ ਸਥਾਪਿਤ ਕਰਤੀ। ਨਹੀਂ, ਪਿੱਛੋਂ ਜਿਹੜੀ ਹੈਗੀ ਰੁੱਤਾਂ ਦੇ ਹਿਸਾਬ ਨਾਲ ਚੱਲੀ ਆ ਰਹੀ ਸੀਗੀ, ਕਿਉਂਕਿ ਉਦੋਂ ਜਿਹੜੇ ਲੋਕ ਦੀਵਾਲੀ ਤੇ ਸਰਦੀ ਸ਼ੁਰੂ ਹੋ ਜਾਂਦੀ ਆ ਤੇ ਕੁਝ ਕਬੀਲਿਆਂ ਦੇ ਵਿੱਚ ਇਹ ਮਨਾਈ ਜਾਂਦੀ ਸੀਗੀ। ਤੇ ਜਦੋਂ ਉਹ ਲੋਕ ਅੰਦਰ ਜਾਂ ਆਪਣੇ ਆਪ ਨੂੰ ਚਾਰ ਦੀਵਾਰੀ ਦੇ ਵਿੱਚ ਕਾਬਜ਼ ਆਪਣੇ ਠੰਡ ਤੋਂ ਬਚਣ ਦੇ ਲਈ ਕਰਦੇ ਸੀਗੇ, ਤੇ ਜਿਹੜੇ ਪਰ ਗਰਮੀਆਂ ਦੇ ਵਿੱਚ ਬਹੁਤ ਸਾਰੇ ਜਾਨਵਰ ਜੰਗਲਾਂ ਤੋਂ ਬਾਹਰ ਨਿਕਲ ਕੇ ਆ ਜਾਂਦੇ ਸੀਗੇ, ਤੇ ਉਹਨਾਂ ਦੇ ਲਈ ਉਹ ਰਲ ਕੇ ਜਿਹੜੀ ਲਾਈਟ ਕਰਦੇ ਸੀ, ਰੌਸ਼ਨੀ ਕਰਦੇ ਸੀਗੇ, ਮਿਸਾਲਾਂ ਜਲਾਉਂਦੇ ਸੀਗੇ, ਜਾਂ ਫਿਰ ਕੁਝ ਆਵਾਜ਼ਾਂ ਕੱਢਦੇ ਸੀ ਜਿਹਦੇ ਨਾਲ ਉਹਨਾਂ ਦੇ ਜਾਨਵਰ ਸੁਰੱਖਿਅਤ ਰਹਿਣ। ਜਿਹੜੇ ਕੀੜੇ ਮਕੌੜੇ ਬਰਸਾਤਾਂ ਤੋਂ ਬਾਅਦ ਨਿਕਲ ਆਉਂਦੇ ਸੀਗੇ, ਉਦੋਂ ਜੜੀ ਬੂਟੀਆਂ ਨੂੰ ਜਲਾਇਆ ਜਾਂਦਾ ਸੀ, ਜਿਹਦੇ ਨਾਲ ਉਹ ਜੜੀਆਂ ਬੂਟੀਆਂ ਦੇ ਨਾਲ ਜਿਹੜੇ ਪੰਛੀ, ਜਿਹੜੇ ਜਾਨਵਰ ਆ, ਸੱਪ ਆ, ਉਹ ਉਹਨਾਂ ਦੇ ਰਿਹਾਇਸ਼ੀ ਇਲਾਕੇ ਤੋਂ ਦੂਰ ਜਾ ਸਕਣ। ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸੀਗੀਆਂ। ਤੇ ਆਪਾਂ ਇੱਕ ਕਾਲ ਲੈ ਲਈਏ ਜਾਂਦੇ ਜਾਂਦੇ। ਰਮੇਸ਼ ਭਾਜੀ ਹੁਣਾਂ ਦੀ ਕਾਲ ਆਉਂਦੀ ਆ। ਅਮਰ ਭਾਜੀ ਤੁਸੀਂ ਕੱਟਿਓ, ਆਪਾਂ ਨੂੰ ਬਾਅਦ ਚੋਂ। ਓਕੇ, ਹਾਂਜੀ ਰਮੇਸ਼ ਭਾਜੀ, ਜੈ ਭੀਮ ਜੀ। ਹਾਂਜੀ, ਜੈ ਭੀਮ ਜੀ। ਜੈ ਭੀਮ, ਜੈ ਭਾਰਤ ਭਾਜੀ। ਹਾਂਜੀ ਭਾਜੀ, ਗੱਲ ਹੋ ਗਈ ਹਾਂਜੀ ਹਾਂਜੀ ਕਰੋ। ਮੇਰੀ ਗੱਲ ਕੰਪਲੀਟ ਹੋ ਗਈ ਸੀਗੀ। ਮੈਂ ਤਾਂ ਇਹੀ ਬਾਅਦ ਚ ਗੱਲ ਕਰਨੀ ਸੀ ਵੀ ਇੱਕ ਰੁੱਤਾਂ ਦੇ ਨਾਲ ਤਿਉਹਾਰ ਸੀਗੇ। ਜਦੋਂ ਇੱਕ ਕਾਬਜ਼ ਧੈਰ ਜਦੋਂ ਆਈ ਆ, ਉਹਨੇ ਉਹਨਾਂ ਤਿਉਹਾਰਾਂ ਨਾਲ ਆਪਣੀਆਂ ਮਨ ਘੜਤ ਕਹਾਣੀਆਂ ਜੋੜ ਕੇ ਉਹਨਾਂ ਤੇ ਕਬਜ਼ਾ ਕਰ ਲਿਆ ਤਿਉਹਾਰਾਂ ਤੇ। ਉਹ ਭਾਵੇਂ ਉਹ ਦੀਵਾਲੀ ਹੋਵੇ, ਭਾਵੇਂ ਉਹ ਦੂਜਾ ਆਪਣੇ ਹੋਲੀ ਹੋਵੇ। ਚਲੋ ਰੱਖੜੀ ਦੇ ਬਾਰੇ ਨਹੀਂ ਪਤਾ ਕਿੱਦਾਂ ਇਹ ਇੱਕ ਔਰਤ ਨੂੰ ਬੁਲਾਉਣ ਲਈ, ਇੱਕ ਦਬਾਉਣ ਦੇ ਲਈ ਵਰਤ ਜਿਹੜੇ ਆ ਉਹਨਾਂ ਦੇ ਧਾਰਮਿਕ ਗ੍ਰੰਥਾਂ ਚੋਂ ਨਿਕਲੇ, ਇਹ ਜਿਹੜੇ ਉਹਨਾਂ ਨੂੰ ਦਬਾਉਣ ਦੇ ਲਈ ਆ। ਪਰ ਜਿਹੜਾ ਇੱਕ ਹੋਲੀ ਆ, ਵਿਸਾਖੀ ਆ, ਦੀਵਾਲੀ ਆ, ਇਹ ਰੁੱਤਾਂ ਦੇ ਨਾਲ ਸੰਬੰਧਿਤ ਤਿਉਹਾਰ ਸੀਗੇ। ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਐਡਾ ਵੀ ਜਿਹੜਾ ਨਾਲ ਪਰ ਕਹਾਣੀਆਂ ਜੋੜ ਕੇ ਇਹਨਾਂ ਤੇ ਕਬਜ਼ਾ ਕਰ ਲਿਆ। ਕਿਸੇ ਧਾਰਮਿਕ ਤਿਉਹਾਰ ਨਹੀਂ ਸੀਗੇ ਇਹ। ਹਾਂਜੀ ਭਾਜੀ, ਕਰੋ ਗੱਲ ਆਪਣੀ। ਹਾਂਜੀ, ਜੈ ਭੀਮ ਜੀ। ਜੈ ਭੀਮ ਜੀ। ਤੇ ਅਸਲੀ ਵੀਰ, ਜਿੱਦਾਂ ਹਰੇਕ ਵਾਰ ਤੁਸੀਂ ਬੜੇ ਵਧੀਆ ਮੁੱਦਾ ਲੈ ਕੇ ਆਉਂਦੇ, ਇਸ ਵਾਰ ਵੀ ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਂਦਾ ਜੀ। ਆਵਾਜ਼ ਸਹੀ ਆਉਂਦੀ ਅਸਲੀ ਵੀਰ? ਬਿਲਕੁਲ ਬਿਲਕੁਲ, ਸਾਡੀ ਆਵਾਜ਼ ਸਾਫ਼ ਆ ਰਹੀ ਹੈ, ਤੁਸੀਂ ਕਰੋ। ਹਾਂਜੀ, ਮੈਨੂੰ ਥੋੜੀ ਰਿਪੀਟ ਆ ਰਹੀ ਸੀਗੀ। ਹਾਂਜੀ, ਉਹ ਤੁਹਾਨੂੰ ਥੋੜੀ ਜਿਹੀ ਰਿਪੀਟ ਸੁਣੀ ਜਾਣੀ ਹੈ, ਪਰ ਇੱਧਰ ਸਾਫ਼ ਆ ਰਹੀ ਹੈ। ਹਾਂਜੀ, ਅੱਛਾ ਜੀ। ਤੇ ਬਿਲਕੁਲ ਜਿੱਦਾਂ ਹੁਣ ਆਪਾਂ ਦੇਖਿਆ ਵੀ ਆਹ ਤਿਉਹਾਰ ਸਾਰੇ ਸ਼ੁਰੂ ਹੋ ਗਏ ਆ, ਤੇ ਜੇ ਆਪਾਂ ਇਹਨਾਂ ਤਿਉਹਾਰਾਂ ਤੇ ਨਿਗਾਹ ਮਾਰਦੇ ਤਾਂ ਸਿਰਫ ਮਤਲਬ ਆਪਾਂ ਲਾਲੇ ਬਾਣੀਆਂ ਦਾ ਹੀ ਆਪਾਂ ਗੱਲਾਂ ਭਰ ਰਹੇ ਹਾਂ। ਕਿਉਂਕਿ ਜੇ ਆਰਥਿਕ ਤੌਰ ਤੇ ਜਦੋਂ ਬੰਦਾ ਥੋੜਾ ਜਿਹਾ ਸੈੱਟ ਹੋ ਜਾਂਦਾ ਨਾ, ਕਿਉਂਕਿ ਉਹ ਇਹਦਾ ਤਿਉਹਾਰਾਂ ਵੱਲ ਨੂੰ ਮਤਲਬ ਜ਼ਿਆਦਾ ਉਹਦਾ ਰੁਝਾਨ ਹੋ ਜਾਂਦਾ, ਤੇ ਉਹ ਵੱਧ ਤੋਂ ਵੱਧ ਖਰਚਾ ਕਰਨ ਦੀ ਕੋਸ਼ਿਸ਼ ਕਰਦਾ ਨਾ। ਜੀ ਜੀ, ਜਿੱਦਾਂ ਆਪਣੇ ਹੋ ਗਏ ਆ। ਆਪਣੇ ਹੁਣ ਦੇਖੋ, ਪਹਿਲਾਂ ਜਿਹੜੀ ਦੀਵਾਲੀ ਦੇ ਪਟਾਕੇ ਵੱਜਦੇ ਸੀ, ਹੁਣ ਬਾਬਾ ਸਾਹਿਬ ਦੇ ਜਨਮ ਦਿਨ ਤੇ, ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ, ਉਦੋਂ ਵੀ ਦੀਵਾਲੀ, ਲੜੀਆਂ, ਉਦੋਂ ਵੀ ਪਟਾਕੇ। ਹੁਣ ਆਰਥਿਕ ਤੌਰ ਤੇ ਸੈੱਟ ਹੋ ਗਏ ਲੋਕ। ਹਾਂਜੀ ਹਾਂਜੀ। ਤੇ ਏਦਾਂ ਹੀ ਦੇਖ ਲਓ, ਆਪਾਂ ਜਦੋਂ ਥੋੜੇ ਜਿਹੇ ਆਪਾਂ ਛੋਟੇ ਹੁੰਦੇ ਸੀ, ਚਲੋ ਰੱਖੜੀਆਂ ਸਾਰਿਆਂ ਨੇ ਬੰਨੀਆਂ, ਜਿੰਨੇ ਚਿਰ ਆਪਾਂ ਨੂੰ ਨਹੀਂ ਪਤਾ ਸੀ, ਆਪਾਂ ਵੀ ਇਹ ਦਿਨ ਤਿਉਹਾਰ ਮਨਾਉਂਦੇ ਰਹੇ ਆ। ਤੇ ਕਦੀ ਸਮਾਂ ਸੀ ਕਿ ਅਸੀਂ ਉਹ ਨਿੱਕੇ ਜਿਹੇ ਜਿਹੜਾ ਹੁੰਦਾ ਸੀ ਲਾਲ ਜਿਹਾ ਧਾਗਾ ਜਿਹਾ, ਇਹਨੂੰ ਅੱਟਾ ਕਹਿੰਦੇ ਸੀਗੇ, ਉਹ ਬੰਨ ਕੇ ਤੇ ਖੰਡ ਦਾ ਦਾਣਾ ਮੂੰਹ ਚ ਪਾਉਂਦੀਆਂ ਸੀਗੀਆਂ ਭੈਣਾਂ। ਤੇ ਉਦੋਂ ਵੀ ਰੱਖੜੀ ਮੰਨੀ ਜਾਂਦੀ ਸੀਗੀ। ਉਦੋਂ ਵੀ ਮਤਲਬ ਇਹ ਜੇ ਆਪਾਂ ਮੰਨਿਆ ਜਾਵੇ ਵੀ ਭਰਾ ਭੈਣ ਦੀ ਰੱਖਿਆ ਕਰਦੀਆਂ, ਤਾਂ ਉਸ ਇੱਕ ਅੱਟੇ ਦੇ ਨਾਲ ਵੀ ਅਸੀਂ ਰੱਖਿਆ ਕਰਾਂਗੇ। ਅੱਜ ਦੇ ਜ਼ਮਾਨੇ ਅੱਜ ਤੋਂ ਦੇਖਦੇ ਹਾਂ, ਅੱਜ ਦੇਖੋ ਆਰਥਿਕ ਤੌਰ ਤੇ ਉਹ ਕਿੰਨਾ ਸਾਡਾ ਬਾਤ ਕਰਦੀ ਹੈ ਨਾ। ਅੱਜ ਕੱਲ ਕਿੰਨਾ ਅਸੀਂ ਪੈਟਰੋਲ ਨੂੰ ਅੱਗ ਲਾ ਕੇ ਭੈਣਾਂ ਭਰਾਵਾਂ ਦੇ ਘਰ ਜਾਂਦੀਆਂ, ਮਤਲਬ ਉਦੋਂ ਮਤਲਬ ਪੰਜਾਬ ਦੇ ਹਰਦਮ ਮਚਾਈ ਹੁੰਦੀ ਇਹਨਾਂ ਨੇ ਨਾ। ਹਾਂਜੀ। ਤੇ ਮੈਂ ਉਦੋਂ ਤਾਂ ਵੈਸੇ ਬਾਬਾ ਸਾਹਿਬ ਨੇ ਪਹਿਲੇ ਨੰਬਰ ਤੇ ਇਹ ਗੱਲ ਕਹੀ ਹੈ ਵੀ ਜਿੰਨੇ ਵੀ ਜਿਹੜੇ ਹਿੰਦੂ ਤਿਉਹਾਰ ਆ, ਇਹ ਸਾਡੀਆਂ ਹਾਰਾਂ ਦੇ ਹੀ ਮਤਲਬ
ਹਾਰਾਂ ਦੀ ਤਿਉਹਾਰ ਹੈ, ਇਸ ਕਰਕੇ ਇਹਨੂੰ ਮਨਾਉਣਾ ਨਹੀਂ ਚਾਹੀਦਾ ਹੈਗਾ। ਪਰ ਫੇਰ ਵੀ ਮਤਲਬ ਜਿੱਦਾਂ ਹੁਣ ਸਾਡੇ ਜਿਹੜੇ ਆ ਆਪਾਂ ਜਿਹੜੀ ਤੁਸੀਂ ਹੁਣ ਵੀਡੀਓ ਮੈਂ ਦੇਖੀ ਆ, ਉਹ ਵੀ ਮੈਂ ਹੁਣੇ ਦੇਖੀ ਸੀਗੀ ਵੀਡੀਓ ਜਿਸ ਉਸ ਵੀਰ ਨੇ ਬਣਾਈ ਆ ਜੀ। ਮਤਲਬ ਉਹਨੇ ਬਾਬਾ ਸਾਹਿਬ ਨੂੰ ਜਾਣਿਆ ਨਹੀਂ, ਕਿਉਂਕਿ ਬਾਬਾ ਸਾਹਿਬ ਨੇ ਪਹਿਲਾਂ ਹੀ ਤਾਂ ਇਹ ਗੱਲ ਕਹੀ ਨਾ ਵੀ ਜਿਹੜੇ ਤਿਉਹਾਰ ਆ ਸਾਡੇ, ਇਹ ਸਾਡੀ ਹਾਰਾਂ ਦੇ ਕਾਰਨ ਆ ਬਹੁਜਨਾਂ ਦੇ। ਜੀ ਜੀ ਜੀ। ਤੇ ਉਹ ਇਸੇ ਤਿਉਹਾਰਾਂ ਨੂੰ ਬੰਨ ਕੇ ਬੜਾ ਮਾਣ ਫੀਲ ਕਰ ਰਿਹਾ ਕਿ ਅਸੀਂ ਬਾਬਾ ਸਾਹਿਬ ਦੇ ਬੁੱਤ ਤੇ ਅਸੀਂ ਮਤਲਬ ਰੱਖੜੀ ਬੰਨੀ ਜੀ। ਤੇ ਹੁਣ ਮੇਰੀ ਅਸੀਂ ਵੀਰ ਜੀ ਦੇਖੋ, ਆਪਾਂ ਇਹ ਇੰਡੀਆ ਦੇ ਵਿੱਚ ਕਿੰਨੇ ਭੈਣ ਭਰਾਵਾਂ ਜਿਹੜੇ ਇੱਕ ਦੂਜੇ ਦੇ ਰੱਖੜੀਆਂ ਬੰਨ੍ਹਦੇ ਆ, ਤੇ ਜੇ ਅਸੀਂ ਨਾ NCRB ਦਾ ਜੇ ਅਸੀਂ ਰਿਪੋਰਟ ਦੇਖਦੇ ਆ ਤਾਂ ਹਨਾ, ਉਹਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਆ ਕਿ ਹਰ ਰੋਜ਼ 86 ਰੇਪ ਹੁੰਦੇ ਆ ਇੰਡੀਆ ਦੇ ਵਿੱਚ। ਠੀਕ ਹੈ, ਉਹਨਾਂ 86 ਰੇਪਾਂ ਦੇ ਵਿੱਚ ਤਕਰੀਬਨ ਸਾਰਿਆਂ ਦੀ ਇਹ ਜ਼ਰੂਰੀ ਹੈ ਵੀ ਸਾਰਿਆਂ ਦੇ ਭਰਾ ਜ਼ਰੂਰ ਹੋਣਗੇ। ਕੀ ਉਹਨਾਂ ਭਰਾਵਾਂ ਨੇ ਉਹਨਾਂ ਭੈਣਾਂ ਦੀ ਰੱਖਿਆ ਕੀਤੀ ਜੀ? ਜਿੱਦਾਂ ਸੌਰੀ ਭਾਈ ਮੈਂ ਤੁਹਾਡੀ ਗੱਲ 'ਚ ਮਾੜਾ ਦੂਜਾ ਕਰਦਾ, ਜਿੱਦਾਂ ਉਹਨਾਂ ਦੇ ਜਿਹੜੀ ਰਿਪੋਰਟ ਆ ਨਾ, ਉਹਦੇ ਵਿੱਚ ਉਹ ਆ ਰਿਪੋਰਟ ਜਿਹੜੀ ਰਿਪੋਰਟ ਲਿਖੀ ਗਈ ਆ, ਬਹੁਤ ਸਾਰੀਆਂ ਰਿਪੋਰਟਾਂ, ਕਿਉਂਕਿ 86 ਇਹ ਉਹ ਦਰ ਵਾ ਜਿਹੜੀ ਕਰੋਨਾ ਦੇ ਟਾਈਮ ਦੀ ਸੀਗੀ। ਜਿਹੜੀ ਅੱਜ ਦੇ ਸਮੇਂ ਆ ਉਹ ਦਰ ਬਹੁਤ ਜ਼ਿਆਦਾ, ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਦਰ ਵਾ ਜਿਹੜੀਆਂ ਰਿਪੋਰਟਾਂ ਲਿਖੀਆਂ ਨਹੀਂ ਜਾਂਦੀਆਂ, ਉਸ ਹਿਸਾਬ ਨਾਲ ਤਾਂ ਭਾਈ ਭਾਰਤ ਦੇ ਵਿੱਚ ਮੈਨੂੰ ਲੱਗਦਾ 1 ਮਿੰਟ 'ਚ ਮੈਨੂੰ ਲੱਗਦਾ ਵੀ 24 ਘੰਟਿਆਂ ਦੇ ਵਿੱਚ ਵੀ ਜਿਹੜਾ ਵੀ ਪਤਾ ਨਹੀਂ ਅਣਗਿਣਤ ਜਿਹੜੇ ਹੈਗੇ ਆ ਬਲਾਤਕਾਰ ਹੋ ਰਹੇ ਹੋਣੇ ਆ, ਭਾਵੇਂ ਉਹ ਬਲੈਕਮੇਲ ਕਰਕੇ ਹੋ ਰਿਹਾ ਹੋਵੇ। ਹਾਂਜੀ, ਇਸ ਲਈ ਮੈਂ ਲਫ਼ਜ਼ ਵਰਤਿਆ ਸੀਗਾ ਵੀ ਉਸ ਭਾਰਤ ਦੇ ਵਿੱਚ ਜਿਹੜਾ ਰੇਪ ਦਰ ਵਾ ਬਹੁਤ ਵਾ। ਅੱਜ ਭਾਜੀ 85 ਸਾਲ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ ਗਿਆ। ਹਾਂਜੀ, ਇਸ ਬਾਰੇ ਨਹੀਂ ਮੈਨੂੰ ਜਾਣਕਾਰੀ ਸੀ। ਹਾਂਜੀ ਜੀ ਭਾਜੀ। ਨਹੀਂ ਬਿਲਕੁਲ ਅਸੀਂ ਨਹੀਂ ਪੀ ਸੀ, ਉਹ ਬਿਲਕੁਲ ਉਹੀ ਗੱਲ ਹੈ ਵੀ ਉਹ ਤਾਂ ਜਿਹੜੀ 86% ਜਿਹੜੇ ਕਹਿ ਰਹੇ ਨੇ 86 ਰੇਪ ਹੋ ਰਹੇ ਆ, ਉਹ ਤਾਂ ਚਲੋ ਉਹ ਰਜਿਸਟਰਡ ਹੋ ਰਹੇ ਆ ਨਾ, ਉਹ ਕਿਸੇ ਨੇ ਦੇਖੇ ਆ, ਉਹ ਕੇਸ ਹੋ ਰਜਿਸਟਰਡ ਹੋ ਰਹੇ ਆ। ਜਿਹੜੇ ਬਹੁਤ ਸਾਰੇ ਕੇਸ ਬੰਦੇ ਮਤਲਬ ਇਸ ਗੱਲੋਂ ਵੀ ਕਹਿੰਦੇ ਚੱਲ ਯਾਰ ਸਾਡੀ ਇੱਜ਼ਤ ਉਛਾਲ ਹੋਊਗੀ, ਨਹੀਂ ਮੁੜ ਕੇ 100 ਵਿਚਾਰਾ ਕਰਦੇ, ਉਹ ਰਜਿਸਟਰ ਨਹੀਂ ਹੋ ਰਿਹਾ ਉਹ ਕੇਸ, ਉਹ ਤਾਂ ਅਣਗਿਣਤ ਹੈ। ਜਿਨ੍ਹਾਂ ਨੂੰ ਛੋਟੀ ਜਾਤ ਦੇ ਭਾਜੀ ਕਿਹਾ ਜਾਂਦਾ ਹੈਗਾ ਆ, ਉਹਨਾਂ ਦੀ ਰਿਪੋਰਟ ਨਹੀਂ ਲਿਖੀ ਜਾਂਦੀ, ਉਹਨਾਂ ਨੂੰ ਭਜਾ ਦਿੱਤਾ ਜਾਂਦਾ, ਉਹਨਾਂ ਦੀ ਕੁੜੀ ਦੀ ਕੀੜੇ ਮਕੌੜੇ ਸਮਝਿਆ ਜਾਂਦਾ, ਉਹਨਾਂ ਦੀ ਕੁੜੀਆਂ ਨੂੰ ਰਿਪੋਰਟ। ਇੱਥੇ ਤੱਕ ਇੰਡੀਆ ਦੇ ਵਿੱਚ ਮੈਂ ਕਿਹਾ ਪਿਛਲੇ 15 ਕੁ ਦਿਨਾਂ ਦੇ ਵਿੱਚ ਕਿਹੜਾ ਕੇਸ ਹੋਇਆ ਸੀਗਾ, ਉਹ ਕੁੜੀ ਨੇ ਦੱਸਿਆ ਵੀ ਮੇਰੇ ਨਾਲ ਏਦਾਂ ਜ਼ਬਰ ਜਨਾਹ ਹੋਇਆ, ਤੇ ਉਹ ਥਾਣੇ ਦੇ ਵਿੱਚ ਰਿਪੋਰਟ ਬਣਾਉਣ ਗਈ ਤੇ ਉਹ ਥਾਣੇਦਾਰਾਂ ਨੇ ਹੀ ਮਤਲਬ ਜਿਹੜੇ ਉੱਥੇ ਪੁਲਿਸ ਇੰਸਪੈਕਟਰ ਸੀ ਉਹਨੇ ਉਹਦਾ ਹੋਰ ਰੇਪ ਕਰ ਦਿੱਤਾ ਜੀ। ਤੇ ਦੇਖ ਲਓ ਹੁਣ ਫਿਰ ਇਸ ਗੱਲ ਤੋਂ ਵੀ ਜਿਹੜੇ ਸਾਡੇ ਲੋਕੀ ਡਰਦੇ, ਮਤਲਬ ਕੋਈ ਰਿਪੋਰਟ ਵੀ ਨਹੀਂ ਕਰਾਉਣ ਜਾਂਦੇ ਹੁਣੇ, ਜਿਸ ਹਿਸਾਬ ਦਾ ਸਰਕਾਰਾਂ ਨੇ ਡਰ ਪਾਇਆ ਆਮ ਜਨਤਾ ਤੇ। ਜੀ 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 ਬਿਲਕੁਲ। ਤੇ ਜੇ ਅਸੀਂ ਵੀਰ ਜੀ ਆਪਾਂ ਦੇਖਦੇ ਹਾਂ ਨਾ, ਤੇ ਜੇ ਆਪਾਂ ਹੁਣ ਮੰਨੂ ਸਿਮਰਤੀ ਨੂੰ ਦੇਖਦੇ ਹਾਂ, ਮਤਲਬ ਮੰਨੂ ਸਿਮਰਤੀ ਦੇ ਅਧੀਨ ਨਾ ਜਿਹੜੀ ਔਰਤ ਆ, ਜਦੋਂ ਇੱਕ ਘਰ ਦੇ ਵਿੱਚ ਇੱਕ ਲੇਡੀਜ਼ ਦਾ ਜਨਮ ਹੁੰਦਾ, ਬੱਚੀ ਕੁੜੀ ਦਾ ਜਨਮ ਹੁੰਦਾ, ਉਹਨੂੰ ਆਪਣੇ ਮਾਂ-ਬਾਪ ਦੇ ਅਧੀਨ ਰਹਿਣਾ ਪੈਂਦਾ ਆ। ਤੇ ਜਦੋਂ ਉਹਦਾ ਵਿਆਹ ਹੋ ਜਾਂਦਾ ਆ ਤੇ ਉਹਨੂੰ ਫਿਰ ਆਪਣੇ ਘਰ ਵਾਲੇ ਦੇ ਅਧੀਨ ਰਹਿਣਾ ਪੈਂਦਾ, ਤੇ ਜਦੋਂ ਫਿਰ ਉਹਦੀ ਔਲਾਦ ਹੋ ਜਾਂਦੀ ਆ ਤਾਂ ਫਿਰ ਉਹਨੂੰ ਆਪਣੇ ਬੱਚਿਆਂ ਦੇ ਅਧੀਨ ਰਹਿਣਾ ਪੈਂਦਾ ਜੀ। ਮਤਲਬ ਮੰਨੂ ਸਿਮਰਤੀ ਨੂੰ ਅਸੀਂ ਪੂਰੀ ਤਰ੍ਹਾਂ ਮੰਨ ਰਹੇ ਹਾਂ। ਅਸੀਂ ਔਰਤ ਨੂੰ ਜਦੋਂ ਅਸੀਂ ਉਹਦੇ ਰੱਖੜੀ ਬੰਨ੍ਹਦੇ ਆ, ਉਹ ਸਾਡੇ ਜਾਂ ਰੱਖੜੀ ਬੰਨ੍ਹਦੇ, ਅਸੀਂ ਉਹਨੂੰ ਇਹ ਕਹਿੰਦੇ ਆ ਵੀ ਤੂੰ ਕਦੀ ਇੰਡੀਪੈਂਡੈਂਟ ਨਹੀਂ ਹੋ ਸਕਦੀ, ਤੈਨੂੰ ਹਮੇਸ਼ਾ ਹੀ ਸਾਡੇ ਤੇ ਨਿਰਭਰ ਰਹਿਣਾ ਪੈਣਾ ਆ ਜੀ। ਵੀ ਮਤਲਬ ਇਹੋ ਅਸੀਂ ਮੰਨੂ ਸਿਮਰਤੀ ਜਿਹੜੇ ਰੀਤੀ ਰਿਵਾਜਾਂ ਨੂੰ ਫੇਰ ਅੱਗੇ ਵਧਾ ਰਹੇ ਸਮਾਂ ਕਿ ਸਾਨੂੰ ਇਹ ਕਹਿਣਾ ਚਾਹੀਦਾ ਕਿ ਔਰਤ ਨੂੰ ਅੱਜ ਕੱਲ੍ਹ ਇੰਡੀਪੈਂਡੈਂਟ ਆਪ ਹੋਣਾ ਚਾਹੀਦਾ, ਚਾਹੇ ਉਹ ਫਿਜ਼ੀਕਲ ਤੌਰ ਤੇ ਹੋਵੇ, ਚਾਹੇ ਉਹ ਮੈਂਟਲੀ ਤੌਰ ਤੇ ਹੋਵੇ, ਉਹਨੂੰ ਆਪਣੇ ਡਿਸੀਜਨ ਆਪ ਲੈਣੇ ਚਾਹੀਦੇ ਆ ਜੀ। ਤੇ ਜੇ ਹਾਂਜੀ ਇਹ ਗੱਲ ਮੈਂ ਕਰਦੇ ਹੋਰ ਤੁਸੀਂ। ਹਾਂਜੀ ਬਿਲਕੁਲ ਆਪਣੇ ਰਮੇਸ਼ ਭਾਜੀ ਤੁਸੀਂ ਜਿਹੜੀ ਗੱਲ ਰੱਖੀ ਹੈਗੀ ਆ ਕਿ ਔਰਤ ਨੂੰ ਜਿਹੜਾ ਪਤਾ ਹੀ ਨਹੀਂ ਹੈਗਾ ਫਿਲਹਾਲ, ਕਹਿੰਦੇ ਜਦ ਤੱਕ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾਓ ਨਾ, ਬਾਬਾ ਸਾਹਿਬ ਕਹਿੰਦੇ ਸਾਨੂੰ ਸਾਡੀਆਂ ਧੀਆਂ ਭੈਣਾਂ ਨੂੰ ਜਿਹੜਾ ਪਤਾ ਹੀ ਨਹੀਂ ਸੀਗਾ ਵੀ ਰੱਖੜੀ ਦਾ ਅਸਲ 'ਚ ਮਤਲਬ ਕੀ ਆ। ਉਹ ਰੱਖੜੀ ਅੱਜ ਦੇ ਸਮੇਂ ਨਹੀਂ, ਜਿੱਦਾਂ ਭੈਣਾਂ ਹੱਸ ਕੇ ਰੱਖੜੀ ਬੰਨ੍ਹ ਦਿੰਦੀਆਂ ਜੀ, ਉਹ ਕਹਿੰਦੀਆਂ ਮੈਨੂੰ ਆਈਫੋਨ ਚਾਹੀਦਾ, ਮੈਨੂੰ ਉਹ ਚਾਕਲੇਟਾਂ ਦਾ ਡੱਬਾ ਜਾਂ ਕੁਛ ਇੱਦਾਂ ਦਾ ਨਾ, ਉਹਨਾਂ ਨੂੰ ਲੱਗਦਾ ਵੀ ਉਹਦੇ ਬਦਲੇ ਕੁਛ ਮਿਲ ਰਿਹਾ ਹੈਗਾ ਆ, ਸਾਡਾ ਤਿਉਹਾਰ ਵਾ। ਪਰ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਨਾ, ਤੇ ਰੱਖੜੀ ਬੰਨਣ ਦਾ ਅਸਲ 'ਚ ਉਹ ਅਹਿਸਾਸ ਹੀ ਨਹੀਂ ਕਦੀ ਕਰਵਾਇਆ ਗਿਆ ਹੋਣਾ ਉਹਨਾਂ ਨੂੰ ਵੀ ਤੁਹਾਡੇ ਇਹਦੇ ਪਿੱਛੇ ਜਿਹੜਾ ਛੁਪਿਆ ਜਿਹੜਾ ਹੈਗਾ ਆ ਉਹ ਕਿੰਨਾ ਜਿਹੜਾ ਭਿਆਨਕ ਸੱਚ ਹੋਇਆ ਇਹਦਾ, ਵੀ ਤੁਹਾਨੂੰ ਕਿੱਦਾਂ ਤੁਹਾਨੂੰ ਜਿਹੜਾ ਦਬਾਇਆ ਜਾ ਰਿਹਾ ਇਹਦੇ ਕਰਕੇ। ਤੇ ਉਹ ਜਿਹੜੀ ਅੰਧ ਵਿਸ਼ਵਾਸ ਹੀ ਮੇਨ ਕੱਢਣਾ ਜਿਹੜਾ ਸਾਡਾ ਮਕਸਦ ਹੈਗਾ ਆਪਣਾ। ਤੇ ਉੱਥੇ ਜਿਹੜਾ ਮੈਨੂੰ ਲੱਗਦਾ ਇਸੇ ਲਈ ਅਸੀਂ ਇਹ ਗੱਲ ਕਰ ਰਹੇ ਸੀਗੇ ਵੀ ਜਿਹੜਾ ਵਿਰੋਧ ਕਰਨਾ, ਬਾਬਾ ਸਾਹਿਬ ਕਹਿੰਦੇ ਹਿੰਦੂ ਧਰਮ ਤਿਆਗੋ, ਉਹਨਾਂ ਦੇ ਰੀਤੀ ਰਿਵਾਜ ਵੀ ਤਿਆਗੋ। ਅਸਲ ਦੇ ਵਿੱਚ ਪਹਿਲਾਂ ਸਾਡਾ ਲੋਕ ਹਲੇ ਅੰਧ ਵਿਸ਼ਵਾਸ ਇਹਨੂੰ ਨਹੀਂ ਸਮਝ ਪਾ ਰਿਹਾ, ਫਿਰ ਅੰਧ ਵਿਸ਼ਵਾਸ ਨੂੰ ਸਮਝਣਗੇ, ਫਿਰ ਉਹ ਸਾਰੇ ਚੈਪਟਰ ਨੂੰ ਨਿਕਲਣਗੇ। ਨਹੀਂ ਤਾਂ ਜਿਹੜੇ ਲੋਕਾਂ ਨੇ ਹਿੰਦੂ ਰੀਤੀ ਰਿਵਾਜਾਂ ਨੂੰ ਤਿਆਗ ਦਿੱਤਾ, ਹਿੰਦੂ ਧਰਮ ਨੂੰ ਤਿਆਗ ਦਿੱਤਾ,
ਉਹ ਜਿਹੜੇ ਜੇ ਉਹ ਸਿੱਖ ਬਣ ਗਏ ਜਾਂ ਬੋਧੀ ਬਣ ਗਏ ਜਾਂ ਕੋਈ ਹੋਰ ਧਰਮ ਆਪਣੇ ਈਸਾਈ ਵੀ ਬਣੇ ਆ, ਉਹ ਲੋਕਾਂ ਨੇ ਪਰ ਉਹ ਕਰਮਕਾਂਡਾਂ ਨੂੰ ਨਹੀਂ ਤਿਆਗਿਆ ਭਾਜੀ, ਅੰਧ ਵਿਸ਼ਵਾਸ ਨੂੰ ਨਹੀਂ ਤਿਆਗਿਆ। ਅਸਲ ਦੇ ਵਿੱਚ ਗੱਲ ਖੜੀ ਸੀ ਫਿਲਾਸਫੀ ਤੇ, ਬਾਬਾ ਸਾਹਿਬ ਦੀ ਫਿਲਾਸਫੀ ਨੂੰ ਸਮਝਣਾ। ਜਿੱਦਾਂ ਮੈਂ ਕਿਹਾ ਸੀ, ਬਾਬਾ ਸਾਹਿਬ ਨੂੰ ਜਨਮ ਦਿਨ ਤੇ ਬੁਲਾਇਆ ਗਿਆ ਉਹਨਾਂ ਦਾ ਸਭ ਤੋਂ ਛੋਟਾ ਭਾਸ਼ਣ ਉਹਨਾਂ ਦੇ ਜਨਮ ਦਿਨ ਤੇ ਹੀ ਆ। ਉਹ ਕਹਿੰਦੇ ਵੀ ਆ ਜਿਹੜੀ ਵਿਚਾਰਧਾਰਾ ਆ ਜਿਹੜੀ ਮੇਰੀ, ਇਹਨੂੰ ਅੱਗੇ ਲਿਜਾਣ ਦੇ ਲਈ ਉਹ ਕੰਮ ਕਰੋ, ਬਸ ਜਨਮ ਦਿਨ ਮਨਾਉਣ ਦੇ ਵਿੱਚ ਟਾਈਮ ਖਰਾਬ ਨਾ ਕਰੋ। ਇਹ ਉਹਨਾਂ ਦੇ ਇੰਨੇ ਕੇ ਬਿਆਨ ਸੀਗੇ ਉਹਨਾਂ ਦੇ। ਹਾਂ, ਬਾਕੀ ਏਦਾਂ ਸੀਗਾ। ਹਾਂਜੀ। ਤੇ ਬਾਕੀ ਅਸ਼ਨੀਪ ਜੀ, ਜਿੱਦਾਂ ਆਪਾਂ ਤਕਰੀਬਨ ਜਿੱਦਾਂ ਇੱਥੇ ਆਪਾਂ ਆਪਣੇ ਜਿਹੜੇ ਮਤਲਬ ਆਪਣੇ ਜਿਹੜੇ ਬਾਕਾਇਦਾ ਆਪਾਂ ਉਹਨਾਂ ਦੀ ਫੈਮਿਲੀ 'ਚ ਜਾਈਦਾ, ਜਦੋਂ ਕੋਈ ਵੀ ਗੱਲਬਾਤ ਆਪਾਂ ਕਰੀਦੀ ਆ ਤੇ ਹੈ ਨਾ, ਉਹਨਾਂ ਮੋਹਰੇ ਉਹਨਾਂ ਦਾ ਜਵਾਬ ਇਹ ਹੁੰਦਾ, ਨਹੀਂ ਅਸੀਂ ਤਾਂ ਵੈਸੇ ਹੀ ਉੱਦੇ ਮਨਾ ਰਹੇ ਆ ਵੀ ਅਸੀਂ ਕਿਹੜਾ ਨਹੀਂ, ਅਸੀਂ ਤਾਂ ਬਾਬਾ ਸਾਹਿਬ ਨੂੰ ਮੰਨਦੇ ਆ, ਪਰ ਅਸੀਂ ਤਾਂ ਉੱਦੇ ਸਿਰਫ ਇੱਕ ਮਨੋਰੰਜਨ ਦੇ ਤੌਰ ਤੇ ਮਨਾ ਰਹੇ ਆ ਵੀ ਚਲੋ ਖੁਸ਼ੀ ਆ ਗਈ। ਤੇ ਉਹ ਮੈਂ ਉਹਨੂੰ ਹਾਸਾ ਉਦੋਂ ਆਉਂਦਾ ਵੀ ਯਾਰ, ਜੇ ਤੁਹਾਨੂੰ ਇਸੇ ਗੱਲ ਤੋਂ ਖੁਸ਼ੀ ਆਉਂਦੀ, ਤੁਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਮਨਾ ਲਓ, ਹਨਾ। ਉਸ ਦੀ ਬਾਤ ਨੂੰ ਅਸੀਂ ਤੇ ਨਕਾਰਾ ਜਿਹਾ ਅਪਣਾ ਲਾ ਪੈਂਦੇ, ਉਸ ਬਾਤ ਨੂੰ ਅਸੀਂ ਸੋਚਦੇ ਨਹੀਂ ਹੈਗੇ, ਠੀਕ ਨੀ। ਇਹ ਮਤਲਬ ਸਾਡੇ ਜਿਹੜੇ ਸਮਾਜ ਦੀ ਮੇਨ ਪ੍ਰੋਬਲਮ ਇਹ ਹੈ ਨਾ ਕਿ ਇਹਨਾਂ ਨੂੰ ਇਹ ਮਤਲਬ ਅਸੀਂ ਦੋ ਪੈੜੀਆਂ 'ਚ ਪੈਰ ਰੱਖੇ ਖੜੇ ਆ ਦੋ ਬੇੜੀਆਂ ਦੇ ਵਿੱਚ, ਤੇ ਸਾਨੂੰ ਨਿਰਪੱਖ ਹੋਣਾ ਪੈਣਾ, ਸਾਨੂੰ ਇੱਕੋ ਹੀ ਰਸਤਾ ਚੁਣਨਾ ਪੈਣਾ। ਜੇ ਅਸੀਂ ਇਹ ਸੋਚਦੇ ਹਾਂ ਨਾ ਵੀ ਨਹੀਂ ਯਾਰ ਅਸੀਂ ਤਾਂ ਸਿਰਫ ਉਹਦੇ ਮਨੋਰੰਜਨ ਲਈ ਇਹ ਤਿਉਹਾਰ ਜਾਂ ਦੀਵਾਲੀਆਂ ਮਨਾਉਂਦੇ ਆ ਜਾਂ ਲੋਹੜੀਆਂ ਮਨਾਉਂਦੇ ਆ ਸਿਰਫ ਆਪਣੇ ਮਨੋਰੰਜਨ ਲਈ ਜਾਂ ਡਾਂਸ ਕਰ ਲਿਆ, ਇਹ ਸਾਡੀ ਸੋਚ ਬਿਲਕੁਲ ਗਲਤ ਆ। ਸਾਨੂੰ ਨਿਰਪੱਖ ਹੋ ਕੇ ਇੱਕ ਰਸਤੇ ਤੇ ਹੀ ਤੁਰਨਾ ਪੈਣਾ ਆ, ਫਿਰ ਹੀ ਸਾਡੇ ਸਮਾਜ ਦੀ ਕੁਝ ਆਰਥਿਕ ਤੌਰ ਤੇ ਬਚਤ ਹੋਊਗੀ, ਨਹੀਂ ਤਾਂ ਪੈਸੇ ਦੀ ਤਾਂ ਖਰਾਬੀ ਹੋ ਰਹੀ ਹਰ ਇੱਕ ਪਾਸੇ ਨਾ। ਬਿਲਕੁਲ ਜੀ ਆਪਣੇ ਬਿਲਕੁਲ ਰਮੇਸ਼ ਭਾਜੀ। ਚਲੋ ਭਾਈ, ਟਾਈਮ ਆਪਣਾ ਕਾਫੀ ਹੋ ਗਿਆ, ਫਿਰ ਸਹੀ ਆ, ਧੰਨਵਾਦ ਤੁਸੀਂ ਕਾਲ ਕੀਤੀ। ਆਪਾਂ ਸਮਾਪਤੀ ਕਰਦੇ ਆ, ਅਮਰ ਭਾਜੀ ਦੀ ਲਾਸਟ ਤੇ ਵਿਚਾਰ ਸੁਣ ਲੈਂਦੇ ਆ। ਤੇ ਸਾਥੀਓ, ਅੱਜ ਦਾ ਜਿਹੜਾ ਸਾਡਾ ਮਕਸਦ ਫਿਲਹਾਲ, ਜਿੱਦਾਂ ਸਾਥੀਆਂ ਦੇ ਆਪੋ ਆਪਣੇ ਸਾਰਿਆਂ ਦੇ ਵਿਚਾਰ ਹੈਗੇ ਆ, ਮੇਨ ਮਕਸਦ ਜਿਹੜਾ ਅੱਜ ਦਾ ਇਹ ਸੀਗਾ ਵੀ ਜੇ ਤੁਸੀਂ ਜਿਹੜੇ ਹਿੰਦੂ ਤਿਉਹਾਰ ਮਨਾਉਣਾ ਵੀ ਚਾਹੁੰਦੇ ਹੈਗੇ ਆ, ਜਿਹੜੇ ਛੱਡਣਾ ਹੀ ਨਹੀਂ ਚਾਹੁੰਦੇ, ਮੈਂ ਕਹਿੰਦਾ ਉਹ ਸਿੱਧਾ ਡਾਇਰੈਕਟ ਉਹ ਇਹੀ ਕਹਿਣ ਵੀ ਅਸੀਂ ਦੀਵਾਲੀ ਮਨਾਉਣੀ ਆ, ਤੇ ਜੇ ਸਿੱਧਾ ਕਹਿਣ ਅਸੀਂ ਆਹ ਕਰਨਾ ਹੈਗਾ, ਇਹ ਨਾ ਕਹਿਣ ਵੀ ਅਸੀਂ ਜਿਹੜਾ ਹੈਗਾ ਵੀ ਉਹ ਰੀਤੀ ਰਿਵਾਜ ਵੀ। ਹਾਂਜੀ ਭਾਜੀ। ਹਾਂਜੀ, ਮੈਂ ਇੱਕ ਮਿੰਟ ਭਾਜੀ, ਮੈਂ ਇਹੀ ਗੱਲ ਕਰ ਰਿਹਾ ਸੀਗਾ ਵੀ ਜਿਹੜੇ ਮਨਾਉਣਾ ਵੀ ਚਾਹੁੰਦੇ ਆ ਉਹ ਸਿੱਧਾ ਕਹਿ ਕੇ ਮਨਾ ਲੈਣ। ਉਹ ਬਾਬਾ ਸਾਹਿਬ ਦੀ ਇਹ ਨਾ ਕਹਿਣ ਵੀ ਸਾਡੀ ਦੀਵਾਲੀ ਉਦੋਂ ਨੂੰ ਆ, ਜਾਂ ਇਹ ਆਨੇ ਬਹਾਨੇ ਨਾ ਕਹਿਣ। ਮੈਂ ਕਹਿੰਦਾ ਜਿੱਦਾਂ ਸਿੱਖ ਵੀ ਕਹਿੰਦੇ ਆ ਵੀ ਅੱਜ ਜਿਹੜਾ ਹੈਗਾ ਆ ਬੰਦੀ ਛੋੜ ਦਿਵਸ ਆ, ਨਹੀਂ ਭਾਈ ਉਦੋਂ ਬੰਦੀ ਛੋੜ ਦਿਵਸ ਨਹੀਂ ਹੈਗਾ, ਸਿੱਖ ਇਤਿਹਾਸ ਚੋਂ ਹੀ ਪਤਾ ਲੱਗ ਜਾਂਦਾ ਹੈਗਾ। ਉਦੋਂ ਨੂੰ ਦੀਵਾਲੀ ਹੁੰਦੀ, ਤੁਸੀਂ ਦੀਵਾਲੀ ਕਹਿ ਕੇ ਮਨਾ ਲਓ। ਜਿਹੜੇ ਈਦ ਵੀ ਬਹੁਤ ਸਾਰੇ ਲੋਕ ਦੂਜੇ ਧਰਮਾਂ ਦੇ ਮਨਾਉਂਦੇ ਹੀ ਹੈਗੇ ਆ, ਤੇ ਜਾਂ ਫਿਰ ਇੱਥੇ ਆਪਾਂ ਇੱਥੇ ਬੈਠੇ ਆ, ਇੱਥੇ ਕ੍ਰਿਸਮਸ ਦੇਖੋ, ਆਪਣੇ ਇੱਥੇ ਟਰੀ ਬਣਾ ਲੈਂਦੇ ਆ ਸਾਰੇ। ਅਸਲ ਦੇ ਵਿੱਚ ਉਹਨੂੰ ਉਹੀ ਕ੍ਰਿਸਮਸ ਨੂੰ ਕ੍ਰਿਸਮਸ, ਈਦ ਨੂੰ ਈਦ, ਤੇ ਦੀਵਾਲੀ ਨੂੰ ਦੀਵਾਲੀ ਮਨਾ ਲਓ। ਪਰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇਹ ਮੌਸਮੀ ਤਿਉਹਾਰ ਸੀਗੇ, ਇਹ ਸਿਰਫ ਇਹਨਾਂ ਤੇ ਕਾਬਜ਼ ਹੋ ਗਿਆ ਆ, ਇਹਨਾਂ ਤੇ ਇਹਨੂੰ ਕਹਿ ਲਓ ਵੀ ਇਹ ਤੇ ਇਹਨਾਂ ਨੂੰ ਕੈਬਜ ਕਰ ਲਿਆ ਗਿਆ ਆ ਬ੍ਰਾਹਮਣ ਵੱਲੋਂ, ਪੁਜਾਰੀ ਵੱਲੋਂ। ਤੇ ਇਸ ਲਈ ਜਿਹੜੇ ਉਹ ਵਾਲੇ ਜਿਹੜੇ ਮਨਾਉਣਾ ਵੀ ਚਾਹੁੰਦੇ ਆ, ਪਰ ਉਹਨਾਂ ਨੂੰ ਆਪਣੇ ਪੁਰਖਿਆਂ ਦੇ ਨਾਲ ਜੋੜ ਕੇ ਮਨਾਉਣ ਦੀ ਕੋਸ਼ਿਸ਼ ਨਾ ਕਰੋ। ਉੱਥੇ ਤੁਸੀਂ ਪੁਰਖਿਆਂ ਨੂੰ ਵੀ ਧੋਖਾ ਦੇ ਰਹੇ ਆ, ਸਮਾਜ ਨੂੰ ਵੀ ਧੋਖਾ ਦੇ ਰਹੇ ਹੈਗੇ ਆ। ਹਾਂਜੀ ਅਮਰ ਭਾਜੀ, ਆਪਾਂ ਫਿਰ ਲਾਸਟ ਵਿੱਚ ਤੁਸੀਂ ਆਪਣੇ ਵਿਚਾਰ ਰੱਖ ਲਓ, ਫਿਰ ਆਪਾਂ ਸਮਾਪਤੀ ਕਰੀਏ। ਲਾਸਟ ਵਿੱਚ ਸਰ ਜੀ ਆਪਣੀ ਇਹੀ ਗੱਲ ਹੈਗੀ ਆ ਵੀ ਜੇ ਜਿੱਦਾਂ ਤੁਸੀਂ ਦੱਸੀ ਆ ਹੁਣ ਜੀ, ਜੇ ਤੁਸੀਂ ਮਨਾਉਣੇ ਆ ਤਾਂ ਮਨਾਓ, ਕੋਈ ਦਿੱਕਤ ਨਹੀਂ ਹੈਗੀ। ਦੀਵਾਲੀ ਨਾ ਮਨਾ ਕੇ ਤੇ ਉਹੋ ਜਿਹਾ ਖਰਚਾ, ਉਹੋ ਜਿਹਾ ਮਾਹੌਲ ਅਗਰ 14 ਅਪ੍ਰੈਲ ਨੂੰ ਕਰਦੇ ਆ ਜਾਂ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਜਾਂ ਨਾਨਕ ਸਾਹਿਬ ਜੀ ਦੇ ਜਨਮ ਦਿਨ ਤੇ ਕਰਦੇ ਆ ਤਾਂ ਕੋਈ ਚੇਂਜ ਨਹੀਂ ਹੈਗਾ ਨਾ ਉਹਨਾਂ ਗੱਲਾਂ ਦੇ ਵਿੱਚ ਜੀ। ਅਸਲ ਵਿੱਚ ਜੇ ਤੁਸੀਂ ਸੋਚਦੇ ਏਦਾਂ ਵੀ ਇੱਕ ਮੋਮਬੱਤੀ 10 ਰੁਪਏ ਦੀ, 10 ਮੋਮਬੱਤੀਆਂ 100 ਰੁਪਏ ਦੀਆਂ, 100 ਮੋਮਬੱਤੀ 1000 ਰੁਪਏ ਦੀ, ਉਹ ਦੀਵਾਲੀ ਤੇ ਵੀ ਰੇਟ ਉਹੀ ਆ, ਉਹ ਬਣਦੀਆਂ ਵੀ ਉਸੇ ਤਰੀਕੇ ਨਾਲ ਆ। ਉਹਨਾਂ ਲੋਕਾਂ ਦੇ ਆ ਫੈਕਟਰੀਆਂ ਵਿੱਚ ਆਉਣੀਆਂ ਜਿਹੜੀਆਂ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦਾ 14 ਅਪ੍ਰੈਲ ਵਾਲੇ ਦਿਨ ਆਉਣੀਆਂ, ਠੀਕ ਹੈ ਜੀ। ਜੀ ਜੀ ਜੀ। ਅਸਲ ਵਿੱਚ ਜੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਆ, ਚਾਹੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਉਣਾ ਆ, ਉਹ ਵਿਚਾਰਾਂ ਦਾ ਆ, ਸੋਝੀ ਦਾ ਆ। ਉਹ ਏਦਾਂ ਸੜਕਾਂ ਦੇ ਉੱਤੇ ਹੱਲਾ ਗੁੱਲਾ ਕਰਨ ਦਾ ਨਹੀਂ ਹੈਗਾ। ਅਸੀਂ ਕਦੇ ਵੀ ਨਹੀਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਇਹ ਕੰਮ ਨਹੀਂ ਕਰਨੇ, ਨਹੀਂ ਮਨਾਉਣੇ ਆ। ਤਿਉਹਾਰ ਸਾਡੇ ਆਪਣੇ ਪੁਰਖਿਆਂ ਦੇ ਜਨਮ ਦਿਹਾੜੇ, ਜਿਨ੍ਹਾਂ ਨੇ ਤੁਹਾਨੂੰ ਇਸ ਭਾਰਤੀ ਜਿਹੜੀ ਗੁਲਾਮੀ ਹੈਗੀ ਆ, ਜਿਹੜਾ ਗੰਧਲਾਪਨ ਸੀਗਾ ਉਹਦਾ ਸਾਰਾ, ਉਹਦੇ ਵਿੱਚੋਂ ਤੁਹਾਨੂੰ ਆਜ਼ਾਦ ਕਰਾਇਆ, ਸੰਘਰਸ਼ ਕੀਤਾ, ਯਾਦ ਕਰਨਾ ਜ਼ਰੂਰੀ ਆ। ਉਹਨਾਂ ਦੇ ਜਿਹੜੇ ਦਿੱਤੇ ਹੋਏ ਤੁਹਾਨੂੰ ਸਬਕ ਆ, ਉਹ ਜਿਹੜੇ ਹੈਗੇ ਆ, ਉਹ ਪੜ੍ਹਨੇ, ਸਬਕ ਸਿੱਖਣੇ ਬਹੁਤ ਜ਼ਰੂਰੀ ਹੈਗੇ ਆ ਜੀ। ਔਰ ਉਹਨਾਂ ਦੇ ਨਾਲ ਇਹਦਾ ਧੱਕਾ ਨਾ ਕੀਤਾ ਜਾਵੇ ਜੀ ਜੀ ਜੀ, ਠੀਕ ਹੈ ਨਾ ਜੀ। ਦੀਵਾਲੀ ਮਨਾਉਣੀ ਹੈ, ਜਿੱਦਾਂ ਅੱਗੇ ਵੀ ਦੱਸਿਆ, ਸੰਵਿਧਾਨਕ ਹੱਕ ਹੈਗਾ ਆ ਹਿੰਦੂ ਧਰਮ ਦਾ, ਉਹਨਾਂ ਦੇ ਲੋਕਾਂ ਨੂੰ ਅਸੀਂ ਰੋਕ ਨਹੀਂ ਸਕਦੇ। ਉਹ ਮਨਾਉਣ ਜਿੰਨਾ ਮਰਜ਼ੀ, ਜਿੱਦਾਂ ਵੀ ਉਹਨਾਂ ਨੂੰ ਚੰਗਾ ਲੱਗਦਾ। ਸੰਵਿਧਾਨਕ ਉਹਨਾਂ ਨੂੰ ਆਖਿਆ
ਅਸੀਂ ਏਦਾਂ ਕਰਤਨ ਨਹੀਂ ਭਰ ਸਕਦੇ ਆਪਣੇ ਅੰਦਰ ਇਸ ਤਰੀਕੇ ਦੀ ਵੀ ਨਹੀਂ ਮਨਾਉਣੀ, ਨਹੀਂ ਇਹਦਾ ਬਾਈਕਾਟ ਕਰੋ। ਕੋਈ ਲੋੜ ਨਹੀਂ ਉਹਦੀ ਬਾਈਕਾਟ ਕਰਨ ਦੀ। ਉਹਦੀ ਜੇ ਜਿਨ੍ਹਾਂ ਲੋਕਾਂ ਨੂੰ ਉਹਦੇ ਬਾਰੇ ਸਮਝ ਆਈ ਆ, ਉਸ ਗੱਲ ਬਾਰੇ, ਉਹਨਾਂ ਦਾ ਫਰਜ਼ ਬਣਦਾ ਵੀ ਉਹ ਉਹਨਾਂ ਲੋਕਾਂ ਨੂੰ ਤਰੀਕੇ ਨਾਲ ਦੱਸਣ ਵੀ ਅਸਲ ਵਿੱਚ ਇਹ ਕੀ ਚੀਜ਼ਾਂ ਸੀ, ਕਿੱਦਾਂ ਇਹਨਾਂ ਨੂੰ ਹੈਂਡਲ ਕਰਨਾ ਸੀਗਾ। ਬਸ ਇੰਨਾ ਹੀ ਕੰਮ ਸੀਗਾ। ਕੋਈ ਇੰਨੀ ਲੰਬਾ ਚੌੜਾ ਕੰਮ ਨਹੀਂ ਸੀਗਾ ਉਹ। ਜਿੱਦਾਂ ਬੇਦੀ ਭਾਈ ਨੇ ਕਿਹਾ ਕਿ ਉਹਨਾਂ ਨੇ ਆਪਣੀ ਭੈਣਾਂ ਨਾਲ ਗੱਲ ਕੀਤੀ, ਅਮਰ ਭਾਜੀ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ, ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ। ਜਿਹੜੇ ਸਮਝ ਗਏ ਉਹ ਸਮਝ ਗਏ ਹੈਗੇ ਆ। ਪਰ ਤੁਸੀਂ ਦੂਜੇ ਧਰਮ ਨੂੰ ਆਪਣੇ ਜਿਹੜੇ ਹੈਗੇ ਆ ਉਹਨਾਂ ਨੂੰ ਵਿਰੋਧੀ ਤਾਂ ਨਾ ਬਣਾ ਲਓ। ਤੁਸੀਂ ਉਹ ਸੰਵਿਧਾਨ ਦੇ ਉਲਟ ਜੈ ਸੰਵਿਧਾਨ ਕਹਿੰਦੇ ਆ, ਜੈ ਭੀਮ ਕਹਿੰਦੇ ਆ। ਜਦੋਂ ਜੈ ਭੀਮ ਕਹਿੰਦੇ ਆ ਫਿਰ ਤੁਸੀਂ ਇਹਦਾ ਮਤਲਬ ਕਾਨੂੰਨ ਦੀ ਜਿਹੜੀ ਪਾਲਣਾ ਕਰਦੇ ਹੈਗੇ। ਕਾਨੂੰਨ ਹੱਕ ਦਿੰਦਾ ਹੈਗਾ ਈਦ ਮਨਾਉਣ ਦਾ। ਹੁਣ ਬਕਰੀਦ ਦੀਆਂ ਵੀ ਬਾਜੀ ਮੁਬਾਰਕਾਂ ਦਿੰਦੇ ਆ, ਤੇ ਬਕਰੀਦ ਦੇ ਵਿੱਚ ਕਿੰਨਾ ਅੰਧ ਵਿਸ਼ਵਾਸ ਖੜਾ ਹੈਗਾ ਆ। ਕਿੱਦਾਂ ਉਹ ਇੰਨੀਆਂ ਜਿਹੜੇ ਬੱਕਰੇ ਮਾਰੇ ਜਾਂਦੇ ਆ ਹਨਾ, ਉਹ ਕਿੰਨਾ ਦੂਜਾ ਹੁੰਦਾ। ਚਲੋ ਇਹ ਗੱਲ ਹੁਣ ਵਿਸ਼ਾ ਹੋਰ ਦੇਖੋ ਨਾ ਕੇਸ। ਹਾਂਜੀ, ਮੇਰੇ ਕੋਲ ਨਾ ਦਿਮਾਗ ਵਿੱਚ ਗੱਲ ਆਈ ਆ, ਆਪਣੇ ਰਮੇਸ਼ ਭਾਜੀ ਹੁਣੀ ਗੱਲ ਕਰਕੇ ਗਏ ਸੀਗੇ ਬਈ ਤਿਉਹਾਰ, ਜਿਹੜਾ ਤਿਉਹਾਰਾਂ ਦਾ ਮਤਲਬ ਸਾਡੀ ਹਾਰ ਆ। ਸਾਡੀ ਹਾਰ ਕਿੱਦਾਂ ਹੋ ਗਈ ਜਦ ਆਪਾਂ ਮੰਨਦੇ ਵੀ ਰਾਮ ਕੋਈ ਹੋਇਆ ਹੀ ਨਹੀਂ ਜੀ, ਰਾਵਣ ਕੋਈ ਹੋਇਆ ਹੀ ਨਹੀਂ ਜੀ, ਹੋਲਿਕਾ ਕੋਈ ਹੋਈ ਹੀ ਨਹੀਂ ਜੀ, ਜੀ, ਪ੍ਰਹਲਾਦ ਵਰਗੀ ਕੋਈ ਜੇ ਰਾਮ ਨਹੀਂ ਹੋਇਆ ਤਾਂ ਫਿਰ ਰਾਵਣ ਕਿੱਥੋਂ ਆਉਣਾ। ਰਾਵਣ ਦੀ ਭੈਣ ਤੇ ਪ੍ਰਹਲਾਦ, ਇਹ ਸਾਰਾ ਜੋ ਗੋਲ ਮੋਲ ਸੀਗਾ ਸਾਰਾ ਕੁਝ ਵੀ ਨਹੀਂ ਹੋਣਾ ਸੀਗਾ, ਹੈ ਹੀ ਨਹੀਂ ਹੈਗਾ। ਤੇ ਹਾਰ ਕਿੱਥੋਂ ਹੋ ਗਈ? ਜੀ, ਜੀ, ਜੀ। ਹਾਰ ਜਿੱਤ ਦਾ ਮਸਲਾ ਨਹੀਂ ਹੈਗਾ ਇਹ। ਉਸ ਵੇਲੇ ਵੀ ਇਹ ਅਸਲ ਵਿੱਚ ਨਾ ਭਾਜੀ, ਇਹ ਸਾਰੀ ਲੁੱਟ ਜਿਹੜੀ ਸੀ ਪੁਜਾਰੀ ਵੱਲੋਂ ਕੀਤੀ ਗਈ ਸੀ। ਪਹਿਲਾਂ ਪੁਜਾਰੀ ਦੇ ਲੁੱਟਣ ਦੇ ਤਰੀਕੇ ਹੋਰ ਸੀਗੇ, ਬਾਅਦ ਵਿੱਚ ਪੁਜਾਰੀ ਬਾਣੀਆਂ ਬਣ ਗਿਆ, ਧੰਦਾ ਕਰ ਲਿਆ ਉਹਨੇ, ਦੁਕਾਨਦਾਰੀ ਖੋਲ ਲਈ। ਜਿੱਦਾਂ ਬੇਦੀ ਸਾਹਿਬ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਵੀ ਉਹਨੇ ਧੰਦੇ ਨੂੰ ਵਧਾਉਣ ਵਾਸਤੇ ਇਹ ਪਖੰਡ ਪੈਦਾ ਕਰ ਦਿੱਤੇ। ਅਸੀਂ ਉਹ ਪਖੰਡਾਂ ਨੂੰ ਅਪਣਾ ਕੇ ਬੈਠੇ ਹਾਂ। ਹੋਰ ਇਹ ਅਸਲ ਵਿੱਚ ਇਹ ਸਾਰਾ ਕਿਰਤ ਦੀ ਲੁੱਟ ਦਾ ਹੈਗਾ ਆ, ਦੇਣ ਲੈਣ ਸਾਰਾ ਇਹ। ਅਗਰ ਤੁਸੀਂ ਆਪਣੀ ਜਿਹੜੀ ਕਿਰਤ ਹੈਗੀ ਆ ਉਹਦੀ ਲੁੱਟ ਬਚਾ ਲਈ ਹੈ ਨਾ ਹੁਣ, ਤੇ ਕੋਈ ਮਸਲਾ ਹੀ ਨਹੀਂ ਰਹਿਣਾ। ਸਾਰਾ ਮਸਲਾ ਹੀ ਇਸੇ ਗੱਲ ਤੇ ਖੜਾ ਵੀ ਤੁਸੀਂ ਕਿਰਤ ਕਰਦੇ ਹੋ, ਮਿਹਨਤਕਸ਼ ਲੋਕ ਆ, ਤੁਹਾਨੂੰ ਬਿਲਡ ਲੁੱਟ ਰਹੇ ਆ, ਖਾ ਰਹੇ ਆ। ਇਹ ਤੋਂ ਬਚਣਾ ਤਾਂ ਤੁਸੀਂ ਜੀ ਸਕਦੇ ਆ ਇਸ ਧਰਤੀ ਦੇ ਜਿਸ ਮਰਜ਼ੀ ਕੋਨੇ ਦੇ ਵਿੱਚ ਵਧੀਆ ਤਰੀਕੇ ਨਾਲ। ਜਦੋਂ ਆਰਥਿਕ ਤੌਰ ਤੇ ਤੁਸੀਂ, ਮਾਨਸਿਕ ਤੌਰ ਤੇ ਤੁਸੀਂ ਆਜ਼ਾਦ ਹੋ ਗਏ ਤੇ ਸਾਰੀ ਪਾਲਿਸੀ ਨੂੰ ਸਮਝ ਕੇ, ਤਾਂ ਘੰਟਾ ਹੀ ਮੁੱਕ ਜਾਣਾ। ਵਿਰੋਧ ਕਰਨ ਦਾ ਰਹਿਣਾ ਹੀ ਨਹੀਂ ਵੀ ਆਹ ਕੰਮ ਕਰਨਾ ਕਿ ਨਹੀਂ ਕਰਨਾ। ਅਸਲ ਵਿੱਚ ਉਸ ਪੱਧਰ ਤੇ ਕੰਮ ਨਹੀਂ ਹੋ ਰਿਹਾ ਜਿੱਦਾਂ ਹੋਣਾ ਚਾਹੀਦਾ ਸੀ। ਵਿਰੋਧ ਮਸਲੇ ਦਾ ਹੱਲ ਨਹੀਂ ਹੈਗਾ। ਬਾਈਕਾਟ ਮਸਲੇ ਦਾ ਹੱਲ ਨਹੀਂ ਹੈਗਾ। ਦੀਵਾਲੀ ਦਾ ਬਾਈਕਾਟ ਮਸਲੇ ਦਾ ਹੱਲ ਨਹੀਂ ਹੈਗਾ। ਦੀਵਾਲੀ ਛੱਡ ਦਿੱਤੀ, ਕੋਈ ਗੱਲ ਨਹੀਂ, ਦੀਵਾਲੀ ਨੂੰ ਛੱਡ ਕੇ ਭਾਜੀ ਤੁਸੀਂ ਬਾਕੀ ਹੋਰ ਤਿਉਹਾਰਾਂ ਤੇ ਇੰਨਾ ਖਰਚਾ ਕਰ ਦਿੱਤਾ, ਗੱਲ ਤਾਂ ਫੇਰ ਉੱਥੇ ਹੀ ਆ ਗਈ। ਲੁੱਟ ਤਾਂ ਫੇਰ ਆਰਥਿਕ ਤੌਰ ਤੇ ਹੋ ਹੀ ਰਹੀ ਆ। ਬਿਲਕੁਲ, ਬਿਲਕੁਲ। ਆਰਥਿਕ ਲੁੱਟ ਤੋਂ ਤਾਂ ਬਚਣਾ ਸੀ। ਅਸਲ ਵਿੱਚ ਆਰਥਿਕ ਲੁੱਟ ਜਿਹੜੀ ਆ ਉਹ ਤੋਂ ਬਚਣਾ ਸੀ। ਉਹ ਵੀ ਪੁਜਾਰੀ ਲਾਣੇ ਨੂੰ ਲੈ ਕੇ ਜਾ ਰਹੀ। ਹੁਣ ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ ਕਿੰਨਾ ਵੱਡਾ ਜਿਹੜਾ ਹੈਗਾ ਆ ਧੰਦਾ ਖੜਾ ਆ ਅੱਜ। ਅਸੀਂ ਕਿੱਦਾਂ ਕਹਿ ਸਕਦੇ ਹਾਂ ਕੱਲ ਨੂੰ ਇਹ ਗੱਲ ਵੀ ਦੀਵਾਲੀ ਨਹੀਂ ਮਨਾਉਣੀ, ਬਾਬਾ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਉਹ ਸਾਡੀ ਦੀਵਾਲੀ ਆ? ਉਹ ਵੀ ਤਾਂ ਧੰਦਾ ਹੀ ਬਣ ਕੇ ਖੜੀ ਆ ਵਿਚਾਰਧਾਰਾ ਸਾਰੇ ਦੀ ਸਾਰੀ। ਬਿਲਕੁਲ, ਉਹ ਵੀ ਤਾਂ ਲੁੱਟ ਦਾ ਜਰੀਆ ਬਣੀ ਆ ਅੱਜ ਦੇ ਦਿਨ ਵਿੱਚ। ਨਹੀਂ ਦੇਖ ਰਹੇ ਆਪਾਂ ਨੂੰ, ਸਾਰਿਆਂ ਨੂੰ ਨਹੀਂ ਪਤਾ। ਤੋ ਅਸਲ ਵਿੱਚ ਪੁਜਾਰੀ ਦੀ ਲੁੱਟ ਤੋਂ ਬਚਣਾ ਸੀ। ਕਿਰਤੀ ਲੋਕਾਂ ਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਸੀ, ਵਧੀਆ ਤਰੀਕੇ ਨਾਲ ਜੀਣਾ ਸੀਗਾ, ਆਪਣੇ ਵਿਵੇਕ ਦਾ ਇਸਤੇਮਾਲ ਕਰਨਾ ਸੀਗਾ। ਔਰ ਮੌਜੂਦਾ ਸਰਕਾਰਾਂ ਨੂੰ ਇਹ ਸਵਾਲ ਕਰਨਾ ਸੀ, ਗੁਰੂ ਰਵਿਦਾਸ ਜੀ ਦੇ ਜਨਮ ਉੱਥੇ ਮੱਧ ਪ੍ਰਦੇਸ਼ ਉਹਨਾਂ ਦੇ ਨਾਂ ਤੇ ਮੰਦਿਰ ਬਣਾਉਣ ਦਾ 100 ਕਰੋੜ ਦਾ ਜਿਹੜਾ ਬਜਟ ਹੈ ਉਹ ਹਰ ਸਰਕਾਰ ਗੁਰੂ ਰਵਿਦਾਸ ਜੀ ਦੇ ਨਾਂ ਤੇ ਨਹੀਂ ਬਣੀ। ਸਰਕਾਰ ਰਾਮ ਦੇ ਨਾਂ ਤੇ ਨਹੀਂ ਬਣੀ। ਸਰਕਾਰ ਆਮ ਲੋਕਾਂ ਦੁਆਰਾ ਚੁਣੀ ਗਈ, ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਬਣੀ ਆ, ਨਾ ਕਿ ਮੰਦਿਰ ਗੁਰਦੁਆਰੇ ਬਣਾਉਣ ਲਈ ਸਰਕਾਰ ਬਣੀ। ਲੋਕਾਂ ਨੂੰ ਸਿੱਧੇ ਤੌਰ ਤੇ ਉਲਝਾਇਆ ਜਾ ਰਿਹਾ ਰਾਮ ਦੇ ਨਾਂ ਤੇ, ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ। ਸਾਡਾ ਜਿਹੜਾ ਮਸਲਾ ਸੀਗਾ ਉਹਨਾਂ ਨੂੰ ਸਵਾਲ ਕਰਨਾ ਸੀਗਾ, ਬੁੱਧੀ ਦਾ ਵਿਕਾਸ ਕਰ। ਇਸ ਗੱਲ ਵਿੱਚ ਉਲਝਣ ਦੀ ਲੋੜ ਨਹੀਂ ਸੀਗੀ ਵੀ ਤਿਉਹਾਰ ਕਿੱਦਾਂ ਦੇ ਮਨਾਉਣੇ, ਕਿੱਦਾਂ ਦੇ ਨਹੀਂ। ਤਿਉਹਾਰ ਜਿਹੜਾ ਜਿੱਦਾਂ ਦਾ ਦਿਲ ਕਰਦਾ ਉਸ ਤਰੀਕੇ ਦਾ ਮਨਾਓ ਤੁਸੀਂ, ਪਰ ਪਖੰਡਵਾਦ ਰਹਿਤ ਹੋਣਾ ਚਾਹੀਦਾ। ਕਿਉਂਕਿ ਸਾਨੂੰ ਸਮਝ ਆਉਣੀ ਚਾਹੀਦੀ ਵੀ ਅਸੀਂ ਕੌਣ ਆ, ਕਿੱਥੋਂ ਆਏ ਆ, ਕਿਸ ਸਮਾਜ ਨਾਲ ਸੰਬੰਧਿਤ ਆ, ਔਰ ਉਸ ਸਮਾਜ ਦੀ ਭਾਰਤ ਅੰਦਰ ਦੁਰਦਸ਼ਾ ਕੀ ਆ। ਇੰਨੀ ਗੱਲ ਸਮਝਣ ਵਾਲੀ ਸੀਗੀ ਬਸ ਇਹਦੇ ਵਿੱਚ। ਬਿਲਕੁਲ ਜੀ, ਬਿਲਕੁਲ। ਬਾਈਕਾਟ ਕਰਕੇ ਨਹੀਂ ਨਾ, ਬਾਈਕਾਟ ਕਰਕੇ ਮਸਲੇ ਦਾ ਹੱਲ ਹੋਣ ਵਾਲਾ ਨਹੀਂ। ਏਦਾਂ ਨਫ਼ਰਤ ਫੈਲਣੀ ਆ। ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕ ਗੈਰ ਸੰਵਿਧਾਨਕ, ਗੈਰ ਜ਼ਿੰਮੇਵਾਰਾਨਾ ਬਿਆਨ ਜਾਂ ਗੈਰ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕਰ ਸਕਦੇ। ਇਹ ਮੰਨਣੀ ਪੈਣੀ। ਇਹ ਵੀ ਸੰਵਿਧਾਨ ਦਾ ਵਿਰੋਧ ਹੀ ਆ। ਨਹੀਂ, ਖੁਦ ਕਰਦੇ ਨੇ ਉਹ ਵਰਕੇ ਪਾੜਦੇ, ਇਹ ਵੀ ਉਹ ਸੰਵਿਧਾਨ ਦੇ ਉਹ ਵਰਕੇ ਪਾੜ ਰਹੇ ਆ ਅਸੀਂ। ਜਿੱਥੇ ਮਨੁੱਖਤਾ ਨੂੰ ਹੱਕ ਦਿੱਤਾ ਗਿਆ ਉੱਥੇ ਕਿਸੇ ਦਲਿਤ ਨੂੰ ਹੱਕ ਨਹੀਂ ਦਿੱਤਾ ਗਿਆ, ਉੱਥੇ ਸਿੱਖ, ਹਿੰਦੂ ਨੂੰ, ਈਸਾਈ ਨੂੰ ਹੱਕ ਨਹੀਂ ਦਿੱਤਾ ਗਿਆ। ਉੱਥੇ ਮਨੁੱਖਤਾ ਨੂੰ ਸਾਰਿਆਂ ਨੂੰ ਸਰਬ ਸਾਂਝਾ ਹੱਕ ਮਿਲਿਆ ਹੋਇਆ। ਜਦੋਂ ਅਸੀਂ ਇਸ ਤਰੀਕੇ ਨਾਲ ਜਿੱਦ ਕੇ ਵਿਰੋਧ ਕਰਕੇ ਨਿਕਲਦੇ ਹਾਂ ਤਾਂ ਫਿਰ ਸਾਰਾ ਲਾਸ ਹੁੰਦਾ। ਜੇ ਹਿੰਦੂ ਨੇ ਪਾਗਲਪਨ ਜਾਂ ਪੁਜਾਰੀ ਨੇ ਪਾਗਲਪਨ ਕੀਤਾ ਸਾਡੇ ਲੋਕਾਂ ਨਾਲ, ਸਮਾਜ ਨਾਲ ਦੱਬਿਆ, ਏਦਾਂ ਨਹੀਂ ਕਿ ਅਸੀਂ ਸੱਤਾ ਚ ਆ ਗਏ, ਅਸੀਂ ਕਾਬਜ ਹੋ ਗਏ, ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹੋ ਕੇ ਉਹਨਾਂ ਨੂੰ ਦੱਬੀਏ। ਇਹ ਤਾਂ ਮਨੁੱਖਤਾ ਦਾ ਕਹਾਣਾ। ਜੀ ਜੀ, ਬਿਲਕੁਲ।
ਏਦਾਂ ਥੋੜੀ ਜੇ ਉਹਨਾਂ ਨੇ ਸਾਨੂੰ ਨਹੀਂ ਤਿਉਹਾਰ ਮਨਾਉਣ ਦਿੱਤੇ ਜਾਂ ਉਹਨਾਂ ਨੇ ਸਾਨੂੰ ਨੱਚਣ ਗਾਉਣ ਨਹੀਂ ਦਿੱਤਾ, ਚੰਗਾ ਕੱਪੜਾ ਪਾਉਣ ਨਹੀਂ ਦਿੱਤਾ, ਅਸੀਂ ਵੀ ਉਹਨਾਂ ਦੇ ਨਾਲ ਵਿਰੋਧ ਕਰੀਏ ਵੀ ਤੁਹਾਨੂੰ ਨਹੀਂ ਮਨਾਉਣੀ ਦੀਵਾਲੀ? ਜਾਂ ਕਰੋ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ। ਸਾਡੇ ਪੁਰਖਿਆਂ ਨੇ ਨਹੀਂ ਦੱਸਿਆ ਸਾਨੂੰ, ਤੁਹਾਡਿਆਂ ਨੇ ਦੱਸਿਆ ਹੋਊਗਾ, ਕਰੋ ਤੁਸੀਂ ਜੋ ਵੀ ਹੈਗਾ ਇਹ। ਜੀ ਜੀ ਬਿਲਕੁਲ। ਸਾਡੇ ਨਹੀਂ ਪਖੰਡ ਆ, ਸਾਡੇ ਪੁਰਖੇ ਸਾਨੂੰ ਕਹਿ ਕੇ ਗਏ ਸਾਡੇ ਲਈ ਇਹ ਪਖੰਡ ਆ, ਅਸੀਂ ਨਹੀਂ ਇਹ ਕਰ ਸਕਦੇ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਵਿਚਾਰ ਚਰਚਾ, ਕਾਫੀ ਸਮਾਂ ਦਿੱਤਾ। ਸਾਥੀਆਂ ਦਾ ਧੰਨਵਾਦ, ਸੁਣਨ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ ਹੈ ਜੀ। ਬਿਲਕੁਲ ਜੀ, ਧੰਨਵਾਦ ਸਾਰੇ ਹੀ ਸਾਥੀਆਂ ਦਾ। ਅਮਰ ਭਾਜੀ ਜਿਹੜੇ ਵੀ ਆਪਣੇ ਨਾਲ ਚਲੋ ਜੁੜੇ ਸੀ ਅੱਜ, ਜਿਨ੍ਹਾਂ ਸਾਥੀਆਂ ਨੇ ਕਾਲ ਕੀਤੀ, ਕਮੈਂਟ ਕੀਤੇ, ਦੇਖਿਆ, ਸਾਡੀ ਗੱਲਬਾਤ ਨੂੰ ਸੁਣਿਆ ਹੈਗਾ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਮੈਂ ਜਿੱਦਾਂ ਪਹਿਲਾਂ ਵੀ ਗੱਲ ਸ਼ੁਰੂ 'ਚ ਵੀ ਕੀਤੀ, ਸਾਨੂੰ ਖੁਸ਼ੀ ਮਿਲਦੀ ਆ ਅਸੀਂ ਬੈਠ ਕੇ ਆਪਣੇ ਉਹਨਾਂ ਪੁਰਖਿਆਂ ਦੀ ਜਿਹੜੀ ਵਿਚਾਰਧਾਰਾ ਜਿੰਨੀ ਸਮਝ ਲੱਗੀ ਆ ਉਹਨੂੰ ਸ਼ੇਅਰ ਕਰਦੇ ਹੈਗੇ ਆ, ਆਪਸ ਵਿੱਚ ਵੀਰ ਗੱਲਬਾਤ ਕਰਦੇ ਹੈਗੇ ਆ, ਤੇ ਖੁਸ਼ੀ ਮਿਲਦੀ ਹੈ ਕਿ ਉਸ ਲਾਈਨ 'ਚ ਖੜੇ ਆ। ਬਾਕੀ ਬਹੁਤ ਸਾਥੀ ਜਿਹੜੇ ਹੈਗੇ ਆ ਸਰੋਤੇ ਦੇਖਣ ਵਾਲੇ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਵੀ ਹੋਣਗੇ, ਕੁਝ ਹੋਣਗੇ, ਤੇ ਉਸ ਤੋਂ ਬਾਅਦ ਵਿੱਚ ਮੈਂ ਕਹਿੰਦਾ ਸਹਿਮਤੀ ਅਸਹਿਮਤੀ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਵਿਚਾਰ ਚਰਚਾ ਨਾਲ ਉਹਨੂੰ ਬਦਲਿਆ ਜਾ ਸਕਦਾ, ਉਹਨੂੰ ਇੱਕ ਲੀਹ ਤੇ ਲਿਆਂਦਾ ਜਾ ਸਕਦਾ ਹੈਗਾ ਆ। ਤਿਉਹਾਰਾਂ ਨੂੰ ਲੈ ਕੇ ਜਿੱਦਾਂ ਅਮਰ ਭਾਜੀ ਨੇ ਗੱਲ ਕੀਤੀ ਆ ਵੀ ਬਾਈਕਾਟ ਨਾਲ ਨਹੀਂ, ਅਸਲ ਵਿੱਚ ਪਰਿਵਾਰ 'ਚ ਬੈਠ ਕੇ ਗੱਲਬਾਤ ਕਰਨ ਨਾਲ ਮਸਲੇ ਹੱਲ ਹੋ ਸਕਦੇ ਹੈਗੇ ਆ, ਸਮਝਾਇਆ ਜਾ ਸਕਦਾ ਹੈਗਾ। ਤੇ ਬਾਬਾ ਸਾਹਿਬ ਨੇ ਜਿਹੜੀ ਵੀ ਗੱਲਬਾਤ ਕੀਤੀ ਹੈਗੀ ਆ, ਜਾਂ ਬਾਬਾ ਸਾਹਿਬ ਦੇ ਨਾਮ ਤੇ ਅੱਜ ਜਿਹੜੀਆਂ ਇੱਦਾਂ ਦੀਆਂ ਵੀਡੀਓ ਵੀ ਰੱਖੜੀਆਂ ਬੰਨਣ ਦੀਆਂ, ਸਟੈਚੂ ਉਹਨਾਂ ਦੇ ਰੱਖੜੀਆਂ ਬੰਨਣੀਆਂ, ਉਹ ਗੱਲਾਂ ਜਿਹੜੀਆਂ ਹੈਗੀਆਂ ਆ ਉਹਨਾਂ ਤੇ ਜਿਹੜੀ ਹੈਗੀ ਆ ਵਿਚਾਰ ਚਰਚਾ ਇੱਦਾਂ ਹੋਣੀ ਜ਼ਰੂਰੀ ਆ। ਉਹ ਪਰਿਵਾਰ ਤੱਕ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਹੋਣੀ ਜ਼ਰੂਰੀ ਆ। ਜਾਂ ਫਿਰ ਸਾਡੀਆਂ ਜਿਹੜੇ ਤਿਉਹਾਰ ਆ ਸਾਡੇ, ਉਹਨਾਂ ਨੂੰ ਅਸੀਂ ਐਵੇਂ ਹੀ ਕਹਿ ਦਈਏ ਵੀ ਜਿਹੜੇ ਹਿੰਦੂਆਂ ਦੇ ਤਿਉਹਾਰ ਆ ਉਹਨਾਂ ਨੂੰ ਆਪਣੇ ਗੁਰੂਆਂ ਦੇ ਤਿਉਹਾਰਾਂ ਨਾਲ, ਆਪਣੇ ਜਿਹੜੇ ਰਹਿਬਰ ਆ, ਜਿਹੜੇ ਜਿਨ੍ਹਾਂ ਨੇ ਪੂਰੀ ਮਨੁੱਖਤਾ ਲਈ ਕੁਛ ਕੀਤਾ, ਉਹਨਾਂ ਨਾਲ ਜੋੜ ਕੇ ਮਨਾਉਣ ਦੀ ਕੋਸ਼ਿਸ਼ ਜਿਹੜੀ ਕਰਨੀ ਆ, ਉਹ ਬੜੀ ਵੱਡੀ ਮੂਰਖਤਾ ਹੈਗੀ ਆ। ਤੇ ਹੋਰ ਵੀ ਬਹੁਤ ਸਾਰੀਆਂ ਸਾਥੀਓ ਗੱਲਾਂ ਬਾਤਾਂ ਕਦੀ ਖਤਮ ਨਹੀਂ ਹੁੰਦੀਆਂ। ਅਗਲੇ ਸੰਡੇ ਆਪਾਂ ਫੇਰ ਹਾਜ਼ਰ ਹੋਵਾਂਗੇ ਕਿਸੇ ਅਗਲੇ ਵਿਸ਼ੇ ਤੇ। ਗੱਲਾਂ ਬਾਤਾਂ ਲਗਭਗ ਇਹੀ ਪਖੰਡਵਾਦ, ਅੰਧ ਵਿਸ਼ਵਾਸ ਸਾਡੇ ਸਮਾਜ ਦੀਆਂ ਹੀ ਹੋਣਗੀਆਂ, ਤੇ ਵਿਸ਼ਾ ਆਪਾਂ ਜ਼ਰੂਰ ਕੋਈ ਨਾ ਕੋਈ ਜਿਹੜਾ ਹੈਗਾ ਸਾਂਝਾ ਕਰ ਦਈਦਾ ਆ। ਤੇ ਅੱਜ ਦੀ ਵਿਚਾਰ ਚਰਚਾ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਾਡੇ ਸਾਥੀਆਂ ਵੱਲੋਂ। ਜੈ ਭੀਮ ਜੀ, ਤੇ ਉਮੀਦ ਕਰਦੇ ਹਾਂ ਸਾਥੀ ਅਗਲੇ ਹਫ਼ਤੇ ਵੀ ਜ਼ਰੂਰ ਜੁੜਨਗੇ ਔਰ ਆਪਣੇ ਸੁਝਾਅ ਦੇਣਗੇ। ਜੈ ਭੀਮ ਸਭ ਸਾਥੀਆਂ ਨੂੰ।